ਧੰਨ ਵਾਹਿਗੁਰੂ ਸਾਹਿਬ ਜੀ। ਗੁਰ ਬਿਨਾ ਘੋਰ ਅੰਧਾਰ, ਗੁਰੂ ਬਿਨਾ ਸਮਝ ਨ ਆਵੈ। ਗੁਰ ਬਿਨਾ ਸੁਰਤ ਨ ਸਿਧ, ਗੁਰੂ ਬਿਨਾ ਮੁਕਤ ਨ ਪਾਵੈ। ਗੁਰ ਕਰ ਸਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁਨਾ, ਅਗਨ ਕਟੈ ਸਭ ਤੇਰੇ। ਗੁਰ ਨਾਇਣਾ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ, ਜਿਨਾ ਗੁਰੂ ਨਾ ਦੇਖਿਓ, ਨਹਿ ਕਿਓ। ਤੈ ਅਕਿਆਥ ਸੰਸਾਰ ਮੈਂ, ਇਕ ਓੰਕਾਰ ਸਤਿਨਾਮ ਕਰਤਾ ਪੁਰਖ। ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਪ੍ਰਭਾਤੀ ਮਹੱਲਾ ਪਹਿਲਾ। ਅੰਮ੍ਰਿਤ ਨੀਰ ਗਿਆਨ ਮਨ ਮੱਜਨਾ, 68 ਤੀਰਥ ਸੰਗ ਗਹੇ। ਗੁਰ ਉਪਦੇਸ਼ ਜਵਾਹਰ ਮਾਨਕ, ਸੇਵੈ ਸਿੱਖ ਸੋ ਖੋਜ ਲਹੈ। ਗੁਰ ਸਮਾਨ ਤੀਰਥ ਨਹੀਂ ਕੋਇ, ਸਰ ਸੰਤੋਖ ਤਾਸ ਗੁਰ ਹੋਇ। ਗੁਰ ਸਮਾਨ ਤੀਰਥ ਨਹੀਂ ਕੋਇ, ਸਰ ਸੰਤੋਖ ਤਾਸ ਗੁਰ ਹੋਇ। ਰਹਾਉ ਗੁਰ ਦਰਿਆਉ, ਗੁਰ ਦਰਿਆਉ ਸਦਾ ਜਲ ਨਿਰਮਲ। ਮਿਲਿਆ ਦੁਰਮਤ ਮੈਲ ਹਰੈ, ਸਤਿਗੁਰ ਪਾਇਐ ਪੂਰਾ ਨਾਵਣਾ। ਪਸ਼ੂ ਪ੍ਰੇਤੋਂ ਦੇਵ ਕਰੈ, ਰਤਾ ਸਚ ਨਾਮ ਤਲ ਹੀਅਲ। ਸੋ ਗੁਰ ਪਰਮਲ ਕਹੀਐ, ਜਾ ਕੀ ਵਾਸ ਬਨਸਪਤ ਸੌਰੈ। ਤਾਸ ਚਰਨ ਲਿਵ ਰਹੀਐ। ਗੁਰਮੁਖ ਜੀ ਪ੍ਰਾਣ ਉਪਜੈ, ਗੁਰਮੁਖ ਸ਼ਿਵ ਘਰ ਜਾਈਐ। ਗੁਰਮੁਖ ਨਾਨਕ ਸੱਚ ਸਮਾਈਐ, ਗੁਰਮੁਖ ਨਿਜ ਪਦ ਪਾਈਐ। ਗੁਰਮੁਖ ਜੀ ਪ੍ਰਾਣ ਉਪਜੈ, ਗੁਰਮੁਖ ਸ਼ਿਵ ਘਰ ਜਾਈਐ। ਗੁਰਮੁਖ ਨਾਨਕ ਸੱਚ ਸਮਾਈਐ, ਗੁਰਮੁਖ ਨਿਜ ਪਦ ਪਾਈਐ। ਪਰਮ ਸਨਮਾਨਯੋਗ
ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਆਪਾਂ ਬੜੇ ਪਿਆਰ ਨਾਲ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਦੇ ਜਥੇ ਪਾਸੋਂ ਸਤਿਗੁਰੂ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦਾ ਪਾਠ ਆਪਾਂ ਬਹੁਤ ਟਿਕਾ ਨਾਲ ਬੈਠ ਕੇ ਸਰਵਣ ਕੀਤਾ। ਇਹ ਸ਼ਬਦ ਰਾਗ ਪ੍ਰਭਾਤੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1328 ਦੇ ਉੱਪਰ ਸੁਭਾਈਮਾਨ ਹੈ। ਜਿਹੜੇ ਸਰੋਤੇ ਰਾਤ ਦੇ ਦੀਵਾਨ ਵਿੱਚ ਹਾਜ਼ਰ ਸਨ, ਜਿਨ੍ਹਾਂ ਨੇ ਰਾਤ ਦਾ ਦੀਵਾਨ ਸੁਣਿਆ, ਉਹਨਾਂ ਨੂੰ ਪਤਾ ਹੈ ਰਾਤ ਆਪਾਂ ਸ਼ਬਦ ਦੀ ਵਿਚਾਰ ਕਰ ਰਹੇ ਸੀ, ਪਰ ਸਮਾਂ ਆਪਣੀ ਰਫਤਾਰ ਤੁਰਿਆ ਜਾਂਦਾ ਹੈ। ਕੁਝ ਸ਼ਬਦ ਐਸੇ ਹੁੰਦੇ ਨੇ ਜਿਹੜੇ ਵਿਚਾਰ ਵਧੇਰੇ ਮੰਗਦੇ ਨੇ, ਕਿਉਂਕਿ ਬਾਣੀ ਪੜ੍ਹਨੀ ਸਾਨੂੰ ਵਿਚਾਰ ਕੇ ਚਾਹੀਦੀ ਹੈ, ਕਿਉਂਕਿ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ। ਜਿੰਨੀ ਦੇਰ ਤੱਕ ਅਸੀਂ ਗੱਲ ਨੂੰ ਬੁੱਝਦੇ ਨਹੀਂ, ਉਦੋਂ ਤੱਕ ਸਾਨੂੰ ਸਮਝ ਨਹੀਂ ਆ ਸਕਦੀ। ਜਪਜੀ ਸਾਹਿਬ ਦਾ ਪਾਠ ਆਪਾਂ ਰੋਜ਼ਾਨਾ ਕਰਦੇ ਹਾਂ। 4 ਪੌੜੀਆਂ ਵਿੱਚ ਸੁਣਨ ਦੀ ਗੱਲ ਹੈ ਤੇ 4 ਪੌੜੀਆਂ ਵਿੱਚ ਮੰਨਣ ਦੀ ਗੱਲ ਹੈ। 8 ਪੌੜੀਆਂ ਇਕੱਠੀਆਂ ਨੇ ਜਿਹੜੀਆਂ ਆਪਾਂ ਪੜ੍ਹਦੇ ਹਾਂ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਉਸ ਤੋਂ ਬਾਅਦ ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੋਖ ਸਲਾਹਣ ਮੰਦ। ਉਸ ਤੋਂ ਬਾਅਦ ਸੁਣਿਆ ਸਤ ਸੰਤੋਖ ਗਿਆਨ, ਸੁਣਿਆ 8 ਸੜਕਾ ਇਸ਼ਨਾਨ, ਸੁਣਿਆ ਸ਼ਰਾਂ ਗੁਣਾ ਕੇ ਗਾ, ਸੁਣਿਆ ਸ਼ੇਖ ਪੀਰ। ਹੁਣ ਉਸ ਤੋਂ ਬਾਅਦ ਜਦੋਂ ਅਗਲੀ ਪੌੜੀ ਆਰੰਭ ਹੁੰਦੀ ਹੈ, ਫਿਰ ਉੱਥੇ ਮੰਨੇ ਕੀ ਗਤ ਕਹੀ ਨਾ ਜਾਏ ਲਿਖਿਆ। ਫਿਰ ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਮਾਰਗ ਠਾਕ ਨਾ ਪਾਵੇ। ਹੁਣ ਪਹਿਲੀਆਂ 4 ਪੌੜੀਆਂ 'ਚ ਸੁਣਨ ਦੀ ਗੱਲ ਹੈ, ਅਗਲੀਆਂ 4 ਪੌੜੀਆਂ 'ਚ ਮੰਨਣ ਦੀ ਗੱਲ ਹੈ। ਮੰਨੇਗਾ ਗੱਲ ਉਹ ਗੱਲ ਜਿਹਨੇ ਸੁਣੀ ਹੋਏਗੀ। ਜਿਸ ਬੰਦੇ ਨੇ ਗੱਲ ਸੁਣੀ ਨਹੀਂ, ਤੁਸੀਂ ਉਹ ਤੋਂ ਮੰਨਣ ਦੀ ਉਮੀਦ ਲਾ ਸਕਦੇ ਜੀ? ਬੋਲੋ ਸਾਧ ਸੰਗਤ ਜੀ। ਤੁਸੀਂ ਕਿਸੇ ਬੰਦੇ ਨੂੰ ਕੋਈ ਗੱਲ ਕਹਿ ਰਹੇ ਜੀ, ਉਹਨੇ ਤੁਹਾਡੀ ਗੱਲ ਸੁਣੀ ਨਹੀਂ, ਤੁਸੀਂ ਬਾਅਦ 'ਚ ਉਹਨੂੰ ਕਹਿ ਸਕਦੇ ਹੋ ਤੂੰ ਮੇਰੀ ਗੱਲ ਮੰਨਦਾ ਹੀ ਨਹੀਂ। ਉਹ ਕਹਿੰਦਾ ਮੈਂ ਸੁਣੀ ਨਹੀਂ, ਮੰਨਾਂ ਕਾਹਦੀ? ਪਹਿਲਾਂ ਗੱਲ ਸੁਣੀ ਜਾਂਦੀ ਹੈ, ਮੰਨਣ ਦੀ ਸਟੇਜ ਦੂਜੇ ਨੰਬਰ 'ਤੇ ਹੈ। ਹੁਣ ਆਓ ਆਪਣੇ ਆਪ ਨਾਲ ਸਵਾਲ ਕਰੀਏ, ਅਜੇ ਤੱਕ ਤੇ ਅਸੀਂ ਆਪਣੇ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਵੀ ਨਹੀਂ। ਸੁਣਿਆ ਜੀ ਵੀ ਗੁਰੂ ਜੀ ਕਹਿ ਕੀ ਰਹੇ ਨੇ, ਤੇ ਅਸੀਂ ਰੋਜ਼ ਅੱਗੇ ਖਲੋ ਕੇ ਇਹ ਕਹੀ ਜਾਂਦੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਜੇ ਸਾਨੂੰ ਕਿਸੇ ਪੁੱਛ ਲਵੇ ਤੁਸੀਂ ਜਿੱਥੇ ਤੱਕ ਸੁਣਿਆ ਵੀ ਨਹੀਂ ਵੀ ਗੁਰੂ ਕਿਹਾ ਕੀ ਹੈ, ਤੁਸੀਂ ਮੰਨਦੇ ਕਿਹਨੂੰ? ਅੱਜ ਇਸੇ ਕਰਕੇ ਸਾਲਾਂ ਬੱਧੀ ਗੁਰਦੁਆਰੇ ਦੀਆਂ ਪਰਿਕਰਮਾ ਕਰਨ ਵਾਲੇ ਦੇ ਜੀਵਨ 'ਚੋਂ ਵੀ ਤੁਹਾਨੂੰ ਕਰਮਕਾਂਡ ਦਿਸਣਗੇ। ਉਹ ਕਰਮ ਜਿਹੜੇ ਕਰਮਾਂ ਤੋਂ ਗੁਰਮਤਿ ਸਾਨੂੰ ਰੋਕਦੀ ਹੈ। ਕਿਉਂ? ਕਿਉਂਕਿ ਉਹ ਵੀ ਸੱਚੇ ਨੇ, ਕਿਉਂਕਿ ਉਹਨਾਂ ਨੇ ਗੱਲ ਸੁਣੀ ਕੋਈ ਨਹੀਂ ਤੇ ਮੰਨਣ ਵਾਲੀ ਗੱਲ ਤੇ ਨੇੜੇ ਹੋਣੀ ਨਹੀਂ ਸੀ। ਇਹ ਦੁਨੀਆ ਦਾ ਦਸਤੂਰ ਹੈ ਕਿ ਪਹਿਲਾਂ ਗੱਲ ਸੁਣੀ ਜਾਂਦੀ ਹੈ, ਦੂਜੀ ਨੰਬਰ 'ਤੇ ਆ ਗਈ ਹੈ ਗੱਲ ਮੰਨਣ ਦੀ। 48 ਘੰਟੇ ਪਾਠ ਹੁੰਦਾ ਹੈ, ਭਾਈ ਸਾਹਿਬ ਕਰ ਦਿੰਦੇ ਨੇ, ਚੌਰ ਹੋ ਜਾਂਦਾ ਹੈ, ਦੇਗ ਬਣ ਜਾਂਦੀ ਹੈ, ਵਰਤ ਜਾਂਦੀ ਹੈ। ਜਿਨ੍ਹਾਂ ਲਈ ਪਾਠ ਹੋ ਰਿਹਾ ਹੁੰਦਾ ਉਹ ਆਪਣੇ ਕਾਰੋਬਾਰਾਂ 'ਤੇ ਹੁੰਦੇ ਨੇ। ਇਹਦੇ ਨਾਲੋਂ ਚੰਗਾ ਆਪ ਪੜ੍ਹੋ। ਨਹੀਂ ਪੜ੍ਹ ਸਕਦੇ, ਕਿਸੇ ਕੋਲੋਂ ਪੜ੍ਹਾ ਲਓ, ਕੋਲ ਬਹਿ ਕੇ ਸੁਣ ਲਓ। ਬਾਣੀ ਸਾਡੇ ਲਈ ਹੈ। ਅਸੀਂ ਰੋਜ਼ ਆਪਣੀ ਜ਼ਿੰਦਗੀ 'ਚ ਭਾਵੇਂ ਇੱਕ ਸ਼ਬਦ ਰੋਜ਼ ਪੜ੍ਹੀਏ, ਅੱਧਾ ਪੜ੍ਹੀਏ, ਆਪਾਂ ਪੜ੍ਹਾਂਗੇ ਤੇ ਆਪਾਂ ਚੇਂਜ ਹੋਵਾਂਗੇ। ਕੁਦਰਤੀ ਗੱਲ ਹੈ, ਜਿਹੜਾ ਰੋਟੀ ਖਾਏਗਾ ਭੁੱਖ ਵੀ ਉਹਦੀ ਮਿਟੇਗੀ। ਜਿਹਨੇ ਖਾਧੀ ਨਹੀਂ ਉਹਦੀ ਭੁੱਖ ਵੀ ਕਿੱਥੋਂ ਮਿਟਣੀ ਹੈ? ਕਿਉਂਕਿ ਬਿਨ ਖਾਏ ਬੂਝੇ ਨਹੀਂ ਭੁੱਖ। ਬਾਣੀ ਤੇ ਕੋਈ ਇੱਦਾਂ ਦੀ ਗੱਲ ਹੈ ਹੀ ਨਹੀਂ ਜਿਹੜੀ ਮਹਾਰਾਜ ਨੇ ਖੋਲ੍ਹ ਕੇ ਨਾ ਰੱਖੀ ਹੋਵੇ। ਤੋ ਆਓ ਸਾਧ ਸੰਗਤ, ਬੜੇ ਅਦਬ ਨਾਲ ਆਪਾਂ ਰਾਤ ਵੀ ਵਿਚਾਰ ਸਾਂਝੀ ਕੀਤੀ ਸੀ, ਹੁਣ ਵੀ ਆਪਾਂ ਸ਼ਬਦ ਬੜੇ ਪਿਆਰ ਨਾਲ ਸੁਣਿਆ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਨਾਲ ਸਾਰੀ ਸੰਗਤ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦਾ ਰਹਾਉ ਵਾਲਾ ਬੰਦ। ਗੁਰ ਸਮਾਨ, ਸਮਾਨ ਕਹਿੰਦੇ ਨੇ ਬਰਾਬਰਤਾ।
ਜਿਹਦੇ ਵਰਗਾ ਹੋਵੇ ਕੋਈ। ਆਪਾਂ ਜਿਵੇਂ ਕਿਸੇ ਵਾਰੀ ਕਈ ਵਾਰੀ ਕੰਪੈਰੀਜ਼ਨ ਨਹੀਂ ਕਰਦੇ ਕਿਸੇ ਦਾ ਵੀ ਫਲਾਣੀ ਚੀਜ਼ ਫਲਾਣੇ ਵਰਗੀ ਹੈ, ਮੈਂ ਫਲਾਣੇ ਸ਼ਹਿਰ ਗਿਆ ਉਹ ਫਲਾਣੇ ਸ਼ਹਿਰ ਵਰਗਾ ਹੈ। ਆਪਾਂ ਕਈ ਵਾਰੀ ਕੰਪੈਰੀਜ਼ਨ ਕਰਦੇ ਨੇ, ਤੁਲਨਾ ਜਿਹਨੂੰ ਆਪਾਂ ਕਹਿੰਦੇ। ਕਹਿੰਦੇ ਗੁਰੂ ਦੀ ਤੁਲਨਾ ਤੁਸੀਂ ਕਰ ਸਕਦੇ ਹੋ ਕਿਸੇ ਨਾਲ, ਕਿਉਂਕਿ ਗੁਰੂ ਵਰਗਾ ਤੇ ਹੋਰ ਕੋਈ, ਬੋਲੋ ਸਾਰੇ, ਹੈ ਹੀ ਨਹੀਂ। ਗੁਰੂ ਵਰਗਾ ਕੋਈ ਹੈ ਹੀ ਨਹੀਂ, ਤੁਲਨਾ ਕਿੱਦਾਂ ਕਰੋਗੇ? ਕਿਉਂਕਿ ਆਪਾਂ ਜਦੋਂ ਬਾਣੀ 'ਚੋਂ ਪੜ੍ਹਦੇ ਹਾਂ, ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮਜ਼ਾਦ, ਫਿਰ ਇਹ ਵੀ ਲਿਖਿਆ ਗੁਣ ਇਹੋ। ਉੱਥੇ ਗੁਣ ਦੇ ਨਾਣੇ ਨੂੰ ਔਂਕੜ ਹੈ। ਜਿਹੜੇ ਬਾਣੀ ਦਾ ਵਿਆਕਰਨ ਸਮਝਣ ਵਾਲੇ ਤੁਹਾਡੇ 'ਚ ਸਰੋਤੇ ਬੈਠੇ ਨੇ, ਗੁਰਬਾਣੀ ਵਿੱਚ ਜਿਹੜਾ ਔਂਕੜ ਲੱਗਾ ਹੈ, ਜਿਹੜੀ ਸਿਹਾਰੀ ਹੈ, ਬਿਹਾਰੀ ਹੈ, ਦੁਲਾਵਾਂ ਨੇ, ਉਹਨਾਂ ਦੇ ਵੀ ਕੋਈ ਅਰਥ ਨੇ। ਐਵੇਂ ਨਹੀਂ ਮਹਾਰਾਜ ਨੇ ਲਿਖ ਦਿੱਤਾ ਵੀ ਉੱਦਾਂ ਹੀ ਕਿਤੇ ਔਂਕੜ ਲਿਖ ਦਿੱਤਾ, ਕਿਤੇ ਔਂਕੜ ਛੱਡ ਦਿੱਤਾ, ਕਿਤੇ ਸਿਹਾਰੀ ਲਿਖ ਦਿੱਤੀ, ਕਿਤੇ ਸਿਹਾਰੀ ਛੱਡ ਦਿੱਤੀ, ਇੱਦਾਂ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਸਿਹਾਰੀ ਲੱਗੀ ਹੈ, ਹੁਣ ਮੈਂ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਦੇਣ ਲੱਗਾ, ਜਾ ਕੇ ਚੈੱਕ ਜ਼ਰੂਰ ਕਰਿਓ। ਜਪਜੀ ਸਾਹਿਬ ਦਾ ਪਾਠ ਮੈਂ, ਕਿਉਂਕਿ ਇਹ ਬਾਣੀ ਆਪਾਂ ਰੋਜ਼ ਪੜ੍ਹਦੇ ਹਾਂ ਅਤੇ ਇਹ ਯਾਦ ਵੀ ਹੋਣੀ ਹੈ ਸਾਨੂੰ। ਹੁਣ ਜਪਜੀ ਸਾਹਿਬ ਦੇ ਵਿੱਚ ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਗੁਰਾ ਇੱਕ ਦੇ, ਸਾਰੇ ਬੋਲਿਓ ਨਾਲ, ਗੁਰਾ ਇੱਕ ਦੇ ਬੁਝਾਈ। ਉੱਥੇ ਜਾ ਕੇ ਚੈੱਕ ਕਰ ਲਓ, ਅੱਜ ਕੱਲ੍ਹ ਤੇ ਮੋਬਾਈਲ ਵੀ ਹੈਗੇ ਨੇ, ਨਾਲ ਵੀ ਚੈੱਕ ਕਰ ਸਕਦੇ ਹੋ। ਉੱਥੇ ਇੱਕ ਦੇ ਕੱਕੇ ਨੂੰ ਕੋਈ ਮਾਤਰਾ ਨਹੀਂ ਲੱਗੀ, ਇੱਕ ਦਾ ਕੱਕਾ ਮੁਕਤਾ ਹੈ। ਅਤੇ ਅਗਲੀ ਪੰਕਤੀ ਵਿੱਚ ਨਾਲ ਹੀ ਇੱਕ ਸ਼ਬਦ ਆਇਆ, ਉੱਥੇ ਔਂਕੜ ਲੱਗਾ ਹੈ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਉੱਥੇ ਔਂਕੜ ਲੱਗਾ ਹੈ ਕੱਕੇ ਨੂੰ। ਇੱਕ ਪੰਕਤੀ 'ਚ ਮਹਾਰਾਜ ਕੱਕੇ ਨੂੰ ਔਂਕੜ ਲਾ ਰਹੇ ਨੇ, ਇੱਕ ਪੰਕਤੀ 'ਚ ਔਂਕੜ ਲਾ ਹੀ ਨਹੀਂ ਰਹੇ। ਜਿਹੜਾ ਵੀ ਤੁਹਾਨੂੰ ਜ਼ਿੰਦਗੀ 'ਚ ਐਸਾ ਬੰਦਾ ਮਿਲੇ ਨਾ, ਜਿਹੜਾ ਕਵੇ ਬਾਣੀ 'ਚ ਕੋਈ ਵਿਆਕਰਨ ਨਹੀਂ ਹੈ, ਬਾਣੀ 'ਚ ਇੱਦਾਂ ਲਿਖ ਦਿੱਤੀ ਮਹਾਰਾਜ ਨੇ, ਪੁੱਛਿਓ ਜ਼ਰੂਰ ਵੀ ਇੱਕ ਜਗ੍ਹਾ ਇੱਕ ਦੇ ਕੱਕੇ ਨੂੰ ਔਂਕੜ ਹੈ, ਇੱਕ ਦੀ ਜਗ੍ਹਾ ਕੱਕਾ ਮੁਕਤਾ ਹੈ। ਇਹਨਾਂ ਦੋਵਾਂ ਦੇ ਫਿਰ ਅਰਥ ਸਮਝਾ ਕੀ ਹੈ? ਦੋਵੇਂ ਜਿਹੜੇ ਇੱਕ ਸ਼ਬਦ ਨੇ, ਇੱਕ ਇਸਤਰੀ ਲਿੰਗ ਹੈ, ਇੱਕ ਪੁਲਿੰਗ ਹੈ। ਪਹਿਲਾ ਹੈ ਗੁਰਾ ਇੱਕ ਦੇ ਬੁਝਾਈ, ਉੱਥੇ ਇੱਕ ਦੇ ਕੱਕੇ ਨੂੰ ਕੋਈ ਮਾਤਰਾ ਨਹੀਂ ਲੱਗੀ, ਉਹ ਇੱਕ ਸਮਝ ਦੀ ਗੱਲ ਹੈ। ਮੈਨੂੰ ਇੱਕ ਗੱਲ ਸਮਝਾ ਦਿਓ, ਮੈਨੂੰ ਇੱਕ ਗੱਲ ਮੇਰੇ ਪੱਲੇ ਪਾ ਦਿਓ। ਅੱਗੇ ਕੱਕੇ ਨੂੰ ਔਂਕੜ ਲਾਇਆ, ਉਹ ਇੱਕ ਵਚਨ ਪੁਲਿੰਗ ਹੈ ਕਿ ਸਭਨਾ ਜੀਆਂ ਕਾ, ਸਾਰੇ ਬੋਲੋ, ਦਾਤੇ ਕਿੰਨੇ ਨੇ ਜੀ? ਇੱਕ ਹੈ। ਉਹ ਔਂਕੜ ਦੱਸਦਾ ਵੀ ਦਾਤਾ ਇੱਕੋ ਹੀ ਹੈ। ਅਤੇ ਜੇ ਔਂਕੜ ਨਾ ਲਿਖਦੇ ਫਿਰ ਇਹ ਕੁੰਡੀ ਖੁੱਲ੍ਹਣੀ ਨਹੀਂ ਸੀ। ਜਿਹੜੇ ਮੈਥ ਦੇ ਇੰਟੈਲੀਜੈਂਟ ਸਟੂਡੈਂਟ ਹੁੰਦੇ ਨੇ, ਉਹਨਾਂ ਨੂੰ ਕੁੰਡੀਆਂ ਖੋਲ੍ਹਣੀਆਂ ਆ ਜਾਂਦੀਆਂ। ਉਹ ਕੈਲਕੂਲੇਟਰ ਤੋਂ ਬਿਨਾਂ ਕਰੋੜਾਂ ਦਾ ਹਿਸਾਬ ਮਿੰਟਾਂ 'ਚ ਕਰ ਲੈਂਦੇ ਨੇ। ਅਤੇ ਜਿਨ੍ਹਾਂ ਦੀਆਂ ਕੁੰਡੀਆਂ ਨਾ ਖੁੱਲ੍ਹਣ, ਉਹ ਮੱਥਾ ਮਾਰਦੇ ਰਹਿੰਦੇ ਨੇ। ਇਹ ਕਿਸੇ ਕੋਈ ਵੀ ਲੈਂਗੁਏਜ ਹੈ, ਕੋਈ ਵੀ ਭਾਸ਼ਾ ਹੈ, ਉਹਦੀ ਸਮਝ ਆਉਣੀ ਚਾਹੀਦੀ ਹੈ। ਐਵੇਂ ਰਟਾ ਨਹੀਂ, ਸਮਝ ਕੇ ਤੁਰੋਗੇ, ਇੱਕ ਤੁਕ ਦਾ ਵੀ ਸਵਾਦ ਆਊ। ਬਿਨਾਂ ਸਮਝ ਕੇ ਪੜ੍ਹ ਗੱਡੀ ਲੱਦੀ ਹੈ, ਗੱਡਿਆਂ ਦੇ ਗੱਡੇ ਲੱਦੇ ਜਾਣਗੇ। ਬੰਦਾ 10 ਲੱਖ ਦੀ ਘਰ ਲਾਇਬ੍ਰੇਰੀ ਬਣਾਈ ਹੋਵੇ, ਪਰ ਪਤਾ ਕੱਖ ਵੀ ਨਾ ਹੋਵੇ ਵਿੱਚ। ਜੇ ਹਲਵਾਈ ਮਠਿਆਈ ਤਿਆਰ ਕਰਦਾ, ਉਹਨੂੰ ਕੱਲੀ ਕੱਲੀ ਮਠਿਆਈ ਬਾਰੇ ਨੌਲੇਜ ਹੁੰਦੀ, ਇਹਦੇ 'ਚ ਕੀ ਪਾਇਆ ਮੈਂ, ਉਹ ਦੱਸਦਾ ਹੈ ਤੁਹਾਨੂੰ ਵੀ ਇਹਦੇ ਵਿੱਚ ਮੈਂ ਕਿਹੜਾ ਮਟੀਰੀਅਲ ਤਿਆਰ ਕੀਤਾ, ਮੈਂ ਕਿੱਦਾਂ ਤਿਆਰ ਕੀਤਾ, ਕਿੱਦਾਂ ਕੀ ਬਣਾਇਆ ਹੈ। ਇੱਦਾਂ ਹੀ ਜੇ ਸਾਡੇ ਘਰਾਂ ਵਿੱਚ ਸਤਿਗੁਰ ਦੀ ਬਾਣੀ ਦੀਆਂ ਪੋਥੀਆਂ, ਗੁਰਬਾਣੀ ਦਾ ਖਜ਼ਾਨਾ ਸਾਡੇ ਕੋਲ ਹੋਵੇ, ਸਾਹਿਤ ਸਾਡੇ ਕੋਲ ਹੋਵੇ, ਇਹਦੇ 'ਚ ਕੋਈ ਸ਼ੱਕ ਨਹੀਂ। ਅਸੀਂ ਬਾਰ-ਬਾਰ ਇਹ ਗੱਲਾਂ ਕਰਦੇ ਹਾਂ ਵੀ ਸਿੱਖ ਕੌਮ ਨੂੰ ਗੁਰੂ ਦੇ ਲੜ ਲਾਇਆ, ਗ੍ਰੰਥ ਦੇ ਲੜ ਲਾਇਆ, ਗਿਆਨ ਦੇ ਲੜ ਲਾਇਆ। ਪਰ ਆਪਣੀ ਜ਼ਿੰਦਗੀ ਤੁਸੀਂ ਵੇਖਿਓ, ਬਹੁਤ ਘੱਟ ਤੁਹਾਨੂੰ ਪੰਜਾਬੀ ਮਿਲਣਗੇ ਜਿਹੜਾ ਸਫ਼ਰ ਕਰਦਾ ਹੋਵੇ, ਹੱਥ ਵਿੱਚ ਕਿਤਾਬ ਫੜੀ ਹੋਵੇ, ਬਹੁਤ ਘੱਟ। ਮੈਂ ਆਪਣੀ ਜ਼ਿੰਦਗੀ 'ਚ ਅਮਰੀਕਾ, ਕੈਨੇਡਾ, ਜਿੱਥੇ ਵੀ ਵੇਖਿਆ, ਜੇ ਗੋਰਾ ਬੈਠਾ ਮੇਰੇ ਲਾਗੇ, 4 ਘੰਟੇ ਦੀ ਫਲਾਈਟ ਹੈ ਅਮਰੀਕਾ 'ਚ, ਅਤੇ ਉਹ ਪਲੇਨ ਉੱਡਣ ਤੋਂ ਲੈ ਕੇ ਉਤਰਨ ਤੱਕ ਆਪਣੇ ਹੱਥੋਂ ਕਿਤਾਬ ਨਹੀਂ ਛੱਡਦਾ, ਪੜ੍ਹਦਾ। ਸਾਡੇ ਕੀ ਹੋਣਗੇ? ਸਾਡੇ ਜੇ ਬੈਠੇ ਹੋਣਗੇ ਤਾਂ ਸਰਕਾਰਾਂ ਬਣਾਈ ਜਾਣਗੇ, ਬੋਲੋ ਜੀ। ਉਹ 'ਚੋਂ ਮਿਲਣਾ ਸਾਨੂੰ, ਉੱਚੀ ਬੋਲੋ ਜੀ। ਜੇ ਰੁਲ ਕਿਸਾਨ ਰਿਹਾ ਅਤੇ ਰੁਲ ਨਾਲ ਬਿਜ਼ਨਸਮੈਨ ਵੀ ਰਿਹਾ, ਨਹੀਂ ਰੁਲ ਰਿਹਾ, ਜੇ ਨਹੀਂ ਰੁਲ ਰਿਹਾ ਤਾਂ ਦੱਸਦੇ। ਜੇ ਨਾ, ਜੇ ਸਾਡੇ ਪੈਰ ਪੱਕੇ ਹੋਣ ਤਾਂ ਸਾਡੇ ਜਵਾਕ ਬਾਹਰ ਨੂੰ ਕਿਉਂ ਭੱਜਣ? ਜਿਹੜੀ ਬਿਮਾਰੀ ਪਹਿਲਾਂ ਆਈਲੈਟਸ ਦੀ ਪੰਜਾਬ 'ਚ ਸੀ, ਹੌਲੀ ਹੌਲੀ ਦੂਜੀ ਸਟੇਟਾਂ 'ਚ ਹਵਾ ਫਿਰੀ ਹੈ ਕਿ ਨਹੀਂ ਫਿਰੀ?
फ्री कोई मन्ने कोई ना मन्ने, कोई चीकी जाता है, कोई दबवीं आवाज़ रोई जाता, कोई नहीं रोंदा। हुण गल समझनी पैनी है भी असीं कित्थे मार खाधी है। अज 15 अगस्त की गल चल रही है, देश आज़ाद है। क्या दी आज़ादी? देश आज़ाद थोड़ा होया सी, तुहाडा सूबे तो सूबी बना दित्ती सी। जे तुसीं देखोगे पंजाब दे 2 टोटे होए ने ना, जिहड़ा पंजाब कदी 5 दरियावां की धरती सी। हुण जे किसी ने पढ़िया ही नहीं, पता किद्दां होएगा भला? जिसने स्टडी नहीं की, जिन्हें कभी पढ़ के कोई मैगजीन नहीं पढ़िया, कोई अखबार नहीं पढ़ी, कोई रसाला नहीं पढ़िया, कोई अपनी हिस्टरी नहीं पढ़ के वेखी, कभी 5 दरियावां की धरती पंजाब, आप कहते पानी नूं पंजाब, जिथे 5 दरिया वहिंदे सी अज हैगे ने 2.5 पाकिस्तान चले गए तो 2.5 अपने को रह गए। तो अज भी जेडे कुछ उतों ही आए ने, कोई किसी स्टेट चला गया, कोई किसी स्टेट चला गया। अज भी जेडे पुरखे दसते हैं भी पुत मैं पाकिस्तान जो बनया, देश की वंड होई, असी कोई यूपी चला गया, कोई किसी स्टेट च आ गया, कोई किसी, पर धुर तो एक ही है ना अपना। आज़ादी का नुकसान किहदा होया? जे उधरों उठ के आया तां भी कतल करा के आया, जे कोई उधरों इधर उठ के गया तां भी अपना नुकसान करा के गया। देश आज़ाद है जी, देश आज़ाद है जी। काहदा आज़ाद है? अच्छा कराया किन्हां कोलों आज़ाद जी? बोलो किन्हां कोलों आज़ाद कराया? बोलो हुण जे बुलाया तो सुनना तो पैना ही है जी, अंग्रेज़ां कोलों। हुण जाना किन्हां कोल चाहुंदे आ? समझ आ रही है? जिन्हां कोलों आज़ाद कराया उन्हां कोल हुण जाण लई कोई 50 लाख सूटकेस च पाई फिरदा, कोई 40 लाख पाई फिरदा, कोई 2 किले गहने पाई फिरदा। तू कित्थों आया जी? मैं फलाने थां तो। अगे मैं बाहर जांदा जदों सी उदों पुछना तू कित्थों आया? मैं पंजाब दे फलाने पिंड चों आया, मैं पंजाब दे फलाने पिंड चों आया। हुण पुछिए तू कित्थों आया? मैं नागपुर तो ही आया जी। रायपुर का भी कोई ना कोई मिल जाता है, कोई ना कोई गुजरात का भी मिल जाता है, सूरत का भी मिल जाता है। इहदा अर्थ असी सारियां रौला पाया भी हाय देश आज़ाद किन्हां तो, फिर ट्रक्कां मगर लिखता गोरे खंगे सी अगे तां ही टंगे सी। ते जे कोई गोरियां नूं इहदी लैन समझा देवे इहदे अर्थ ये ने, वो रहन देणगे सानूं अपने देश च? ओ बोलो भाई, असीं ते गड्डियां मगर लिखता गोरे खंगे सी तां ही टंगे सी। वो कहणगे जदों तुसीं सानूं टंग ही दित्ता हुण लैण की आए जे? हुण ये गल चुभणी बड़ी, जे मान लो ਉਹ ਹੀ ਰਹਿੰਦੇ, हो सकता अपना रुपया डॉलर हुंदा। ਉਹ बोलो भाई, हो सकता जे अगले उन्हां दा इन्नी कीमत है तो हो सकदा साडा भी तां हुंदा, पर ना। पर गल प्रॉब्लम कित्थे सी? सानूं अजे तक समझ ही नहीं आई साडा अपना कौन ते साडा बेगाना कौन। एक घल्लूघारे वापरे ने, 62 च वापरिया, 47 च वापरिया, 84 च वापरिया, हुण तक भी आ भी तो घल्लूघारा ही है। किसान दी जुल्म हो रहा, घल्लूघारा नहीं है। 400 तो वध लाशां जा चुकियां ने पंजाब, ये घल्लूघारा नहीं है? ये भी तो घल्लूघारा ही है। 2 रातां अपने घरों को बाहर रह के विखावे, 2 रातां बंदा पता कहता मैनूं नींद नहीं आई, कहता क्यों? कहता बैड चेंज हो गया। तुसीं वेखिआ ना कई किसी के रिश्तेदार दे जाण, वो रात उठ के तुरे फिरदे, कहते नींद क्यों नहीं आई? वो बिस्तरा चेंज हो गया जी, मेरा बैड चेंज हो गया, मैनूं अपने बैड तो बिना नींद। वो धन नहीं बजुर्ग जिहड़े ट्रालियां च, जिन्हें नवंबर कढ़िया, दसंबर कढ़िया, जनवरी, फरवरी, मार्च, अप्रैल, आ हुण तुसीं मई जून की अत्त की गर्मी, सर्दी, बरसातां भी कढ़ लियां। कदी इत्थों चाननी चो पैंदी है, कदी इत्थों टेंट चोण लग पैंदा, कदी आ हो रहा है। ये तगड़ा कर रही है। जिन्ना इट नूं सेक लगदा उन्नी इट पक्की हुंदी है। अब्बल इट उही हुंदी है, जिन्नी सेक वध चलदी उन्नी पक जाती, फिर उसकी कीमत भी वध पैंदी है। जिहड़ी इट ने सेक ही नहीं चलिया, वो फिर पक्की भी कित्थों होनी है। इस अंदोलन ने एक बार दुनिया नूं अंदोलन करना सिखाता भी ऐ पीसफुली, ऐन ठंडे रह के भी सरकारां दीयां जड़ां खेड़ियां जा सकदियां ने। अज लीडरशिप घरों चों बाहर निकलण जोगी हैगी है? दस दो जे हैगी है। अज लीडरशिप नूं घरां च नहीं वाड़ता अगलियां ने। किसानां दी सरकार चल रही उत्थे, उस एरिए किसानां दी ट्रैफिक कंट्रोल सरकार किसान कर रहे हैं,
ਲੰਗਰ ਵਰਤ ਰਹੇ ਨੇ। ਇੱਕ ਹਿੰਦੂ ਪੱਤਰਕਾਰ ਸੀ ਨਾ ਜਿਹਨੇ ਇੰਟਰਵਿਊ ਦਿੱਤੀ ਸੀ, ਉਹਦਾ ਮੈਨੂੰ 30 ਸਾਲ ਪੱਤਰਕਾਰੀ ਕਰਦਿਆਂ ਹੋ ਗਿਆ। 30 ਸਾਲ, 30 ਸਾਲਾਂ 'ਚ ਇਸ ਦੇਸ਼ ਵਿੱਚ ਸੈਂਕੜੇ ਅੰਦੋਲਨ ਹੋਏ, ਸਰਕਾਰ ਦੀ ਸੰਪਤੀ ਨੂੰ ਵੀ ਅੱਗ ਲੱਗੀ ਅਤੇ ਪ੍ਰਾਈਵੇਟ ਲੋਕਾਂ ਦੀਆਂ ਵੀ ਪ੍ਰੋਪਰਟੀਆਂ ਨੂੰ ਅੱਗ ਲਾਈ ਗਈ। ਕਹਿੰਦਾ ਕਿਸ ਮਿੱਟੀ ਦੇ ਬਣੇ ਨੇ ਦੇਵਤੇ ਲੋਕ, ਇੰਨੇ ਮਹੀਨੇ ਇਹਨਾਂ ਨੂੰ ਅੰਦੋਲਨ ਕਰਦਿਆਂ ਹੋ ਗਏ ਕਿ ਇਹਦਾ ਪੱਤਾ ਭਰ ਵੀ, ਇੱਕ ਨਾ ਮਾਤਰ ਵੀ ਕਿਸੇ ਦਾ ਨੁਕਸਾਨ ਨਹੀਂ ਇਹਨਾਂ ਦੇਵਤਿਆਂ ਨੇ ਕੀਤਾ। ਇਹ ਕੌਣ ਨੇ? ਇਹ ਉਗਰਵਾਦੀ ਨੇ ਜੀ, ਇਹ ਖਾਲਿਸਤਾਨੀ ਹੈ ਜੀ। ਅਤੇ ਉੱਥੋਂ ਦੇ ਜਾ ਕੇ ਲੋਕਲ ਲੋਕਾਂ ਨੂੰ ਪੁੱਛ ਕੇ ਵੇਖੋ, ਅਸੀਂ ਤਾਂ ਉੱਥੇ ਰਹਿੰਦੇ ਹਾਂ ਕਿਉਂਕਿ ਇਸ ਦੇ ਲਗਾਤਾਰ ਸਾਡਾ ਟੈਂਟ ਉੱਥੇ ਲੱਗਾ ਹੈ। ਗੁਰਮਤਿ ਗਿਆਨ ਮਿਸ਼ਨ ਕਾਲਜ ਦੇ ਸ਼ੁਰੂ ਤੋਂ ਸੇਵਾਵਾਂ ਉੱਥੇ ਨਾਲ ਨਿਭਾ ਰਹੇ ਹਾਂ। ਉੱਥੇ ਇਕੱਲੇ ਦੁਕਾਨਦਾਰ ਨੂੰ ਜਾ ਕੇ ਪੁੱਛਿਆ ਜਾਂਦਾ ਹੈ ਵੀ ਦੱਸੋ ਜੀ, ਜਿਹੜੇ ਕਿਸਾਨ ਇੱਥੇ ਬੈਠੇ ਨੇ ਤੁਹਾਡਾ ਕੋਈ ਨੁਕਸਾਨ ਤਾਂ ਨਹੀਂ ਕਰ ਰਹੇ? ਵੀ ਕਿਸੇ ਦੁਕਾਨਦਾਰ ਕੋਲੋਂ ਧੱਕੇ ਨਾਲ ਸਮਾਨ ਖੋਹ ਲਿਆਉਂਦੇ ਹੋਣ, ਉਹਦੇ ਪੈਸੇ ਨਾ ਦਿੰਦੇ ਹੋਣ, ਪਤਾ ਉਹਨਾਂ ਦਾ ਕੀ ਜਵਾਬ ਅੱਗਿਓ? ਕਹਿੰਦੇ ਜੀ 9 ਰੁਪਈਏ ਬਣਦੇ ਹੁਣ 10 ਤਾਂ ਦੇ ਜਾਂਦੇ, 8 ਨਹੀਂ ਦੇ ਕੇ ਜਾਂਦੇ। ਜੇ ਕਿਸੇ ਵਸਤੂ ਦੇ ਕਿੰਨੇ ਬਣਦੇ ਹੋਣ, 9 ਰੁਪਈਏ ਬਣਦੇ ਹੁਣ 10 ਤਾਂ ਦੇ ਜਾਂਦੇ ਆ, ਕੋਈ ਨਹੀਂ ਟੁੱਟਾ ਤੇ ਬਾਅਦ 'ਚ ਦੇ ਦੀ, 8 ਨਹੀਂ ਦੇ ਕੇ ਜਾਂਦੇ। ਕਿਉਂ? ਕਿਉਂਕਿ ਉਹ ਦੱਸਣਾ ਚਾਹੁੰਦੇ ਅਸੀਂ ਤੁਹਾਨੂੰ ਨੁਕਸਾਨ ਪਹੁੰਚਾਉਣ ਵਾਸਤੇ ਨਹੀਂ ਆਏ। ਇੰਨਾ ਲੰਬਾ ਅੰਦੋਲਨ ਚੱਲਣ ਦਾ ਕਾਰਨ ਹੀ ਇਹ ਸੀ ਕਿ ਲੋਕਲ ਪਬਲਿਕ ਨਾਲ ਹੈ, ਨਾਲ ਹੈ। ਅਤੇ ਸੱਚ ਹੈ, ਇਸ ਅੰਦੋਲਨ 'ਚੋਂ ਬੜਾ ਕੁਝ ਉੱਭਰ ਕੇ ਸਾਹਮਣੇ ਆਏਗਾ। ਜਿਹੜਾ RSS ਨੇ ਲੰਬਾ ਟਾਈਮ ਲਾਇਆ ਸੀ ਨਾ ਸਿੱਖਾਂ ਦਾ ਅਕਸ਼ ਵਿਗਾੜਨ ਲਈ ਵੀ, ਇਹ ਤੇ ਬੜੇ ਖਤਰਨਾਕ ਨੇ ਅਤੇ ਮਾੜੇ ਨੇ। ਇਸ ਅੰਦੋਲਨ ਨੇ RSS ਦੀਆਂ ਉਹ ਨੀਤੀਆਂ ਨੂੰ 50, 60, 100 ਸਾਲ ਧੱਕ ਕੇ ਪਿੱਛੇ ਕਰ ਦਿੱਤਾ। ਕਿੱਦਾਂ ਆਪਣੇ ਬੱਚਿਆਂ ਨੂੰ ਝੂਠ ਬੋਲਣਗੇ ਜੀ ਇਹ ਮਾੜੇ ਨੇ ਕਿਸਾਨ, ਕਿੱਦਾਂ ਬੋਲਣਗੇ ਜੀ ਇਹ ਪੱਗਾਂ ਵਾਲੇ ਖਤਰਨਾਕ ਬੰਦੇ ਨੇ। ਉਹ ਕਹਿੰਦੇ ਇਹ ਖਤਰਨਾਕ ਹੈ। ਦਵਾਈ ਦਾ ਲੰਗਰ ਇਹ ਲਾਉਣ, ਕੰਬਲਾਂ ਦੇ ਲੰਗਰ ਇਹ ਲਾਉਣ। ਡਾਕਟਰ ਸਵੈਮਾਨ ਸਿੰਘ ਵਰਗੇ ਲੋਕ ਤਲਵੇ ਚੜ੍ਹਦੇ ਨੇ ਅਮਰੀਕਾ ਵਰਗੀਆਂ ਕੰਟਰੀਆਂ ਜਾਣ ਲਈ, ਤਲਵੇ ਲਲਕੜੀਆਂ ਕੱਢਦੇ ਨੇ, ਨਕਲੀ ਵਿਆਹ ਕਰਾਉਂਦੇ ਨੇ ਆਪਣੇ ਪੁੱਤਾਂ ਧੀਆਂ ਦੇ। ਉਹ ਯੋਧਾ ਆਪਣੀ 5 ਸਾਲ ਦੀ ਧੀ, ਪਰਿਵਾਰ ਸਿਟੀਜ਼ਨ ਹੈ ਉੱਥੋਂ ਦਾ, ਅਤੇ ਅਮਰੀਕਾ ਦਾ ਡਾਕਟਰ ਹੈ। ਇੱਥੇ ਕਿਸੇ ਡਾਕਟਰ ਨੂੰ ਮਿਲਣਾ ਹੋਵੇ ਨਾ 10 ਵਜੇ, ਲੋਕ 7 ਵਜੇ ਪਰਚੀ ਕਟਾ ਕੇ ਉਡੀਕਦੇ ਨੇ। ਉਹ ਸਿਰ 'ਤੇ ਬੰਨ੍ਹ ਕੇ ਮੜਾਸਾ ਅਤੇ ਮਰੀਜ਼ਾਂ ਦੇ ਵਿੱਚ ਤੁਰਿਆ ਫਿਰਦਾ ਹੈ। ਕਦੀ ਗਟਰ ਸਾਫ਼ ਕਰਦਾ ਹੈ, ਕਦੀ ਝਾੜੂ ਲਾਉਂਦਾ ਹੈ। ਉਹ ਕਹਿੰਦਾ ਡਾਕਟਰ ਦਾ ਕੰਮ ਇਕੱਲਾ ਨਬਜ਼ ਫੜਨੀ ਨਹੀਂ ਹੁੰਦੀ, ਆਪਰੇਸ਼ਨ ਕਰਨਾ ਨਹੀਂ ਹੁੰਦਾ, ਅਸੀਂ ਹਰ ਇੱਕ ਕੰਮ ਖੁਦ ਕਰਕੇ ਵੇਖਣਾ ਹੈ। ਉਹਨੇ ਦੱਸ ਦਿੱਤਾ ਕਿ ਡਾਕਟਰੀ ਪੇਸ਼ਾ ਕੀ ਹੁੰਦਾ, ਅਤੇ ਮਜਬੂਰ ਕਰ ਦਿੱਤਾ ਡਾਕਟਰ ਸਵੈਮਾਨ ਸਿੰਘ ਨੇ ਇੱਥੋਂ ਦੇ ਲੋਕਲ ਲੋਕਾਂ ਨੂੰ ਵੀ। ਕੋਈ ਦਿੱਲੀ ਤੋਂ ਟੀਮ ਆ ਰਹੀ ਹੈ, ਕੋਈ ਚੰਡੀਗੜ੍ਹ ਤੋਂ ਟੀਮ ਆ ਰਹੀ ਹੈ, ਸ਼ਰਮ ਆ ਰਹੀ ਹੈ। ਉਹ ਅਮਰੀਕਾ ਵਰਗੀ ਕੰਟਰੀ ਤੋਂ ਆਣ ਕੇ ਡਾਕਟਰ ਇੱਥੇ ਝਾੜੂ ਪੋਚੇ ਲਾ ਰਿਹਾ ਅਤੇ ਅਸੀਂ ਆਪਣੀਆਂ ਡਾਕਟਰੀਆਂ ਚਮਕਾਈ ਫਿਰਦੇ ਹਾਂ। ਹੁੰਦਾ ਕੌਣ ਹੈ ਡਾਕਟਰ? ਦੱਸ ਦਿੱਤਾ ਕਿ ਡਾਕਟਰ ਇਹ ਦੁਨੀਆ ਦੇ ਵਿੱਚ ਸੇਵਾ ਕਰਨ ਵਾਲਾ ਹੁੰਦਾ ਹੈ, ਜਿਹੜਾ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ। ਬਹੁਤ ਬਿਮਾਰੀਆਂ ਗੱਲਾਂ ਬਾਤਾਂ ਨਾਲ ਵੀ ਠੀਕ ਕੀਤੀਆਂ ਜਾ ਸਕਦੀਆਂ, ਹਰ ਜਗ੍ਹਾ ਦਵਾਈ ਦੀ ਲੋੜ ਬੋਲੋ ਨਹੀਂ ਹੁੰਦੀ। ਤੋ ਸੱਚ ਹੈ। ਜਦੋਂ ਕੈਲੀਫੋਰਨੀਆ ਜਦੋਂ ਤੁਸੀਂ ਕਿਤੇ ਗਏ ਨਾ ਉੱਥੇ ਆਪਣਾ ਟਿੱਕਰੀ, ਉੱਧਰੋਂ ਨੇ ਪਿੰਡ ਵਸਾਤਾ ਕੈਲੀਫੋਰਨੀਆ ਪਿੰਡ। ਜਾਓ ਜ਼ਰੂਰ ਇੱਕ ਵਾਰ, ਜਿਹੜੇ ਨਹੀਂ ਗਏ ਅਜੇ ਤੱਕ ਜ਼ਰੂਰ ਜਾਓ, ਆਪਣੇ ਪਰਿਵਾਰ ਲੈ ਕੇ ਜਾਓ ਇੱਕ ਵਾਰ। ਰਹਿਣ ਵਾਲਾ ਨਿਊ ਜਰਸੀ ਦਾ ਡਾਕਟਰ ਸਵੈਮਾਨ ਦਾ ਇਲਾਕਾ ਉਹ ਹੈ, ਅਤੇ ਟਿੱਕਰੀ ਵਿੱਚ ਉਹਨੇ ਆਪਣਾ ਉੱਥੇ ਜਿਹੜਾ ਬੱਸ ਸਟੈਂਡ ਸੀ ਉਹਨੂੰ ਸਾਰਾ ਹੀ ਕੈਲੀਫੋਰਨੀਆ ਪਿੰਡ ਬਣਾਤਾ ਹੈ। ਇਲਾਜ ਕਰਦਾ ਹੈ, ਵਰਜਿਸ਼ ਕਰਾਉਂਦਾ ਹੈ, ਹਰ ਇੱਕ ਕੰਮ ਉਹਨੇ ਆਪਣੀ ਹੱਥੀਂ ਕੀਤਾ। ਉਹਨੇ ਮਜਬੂਰ ਕਰਤਾ ਕਿੰਨੇ ਡਾਕਟਰ ਭੈਣਾਂ, ਕਿੰਨੇ ਵੀਰ, ਕੋਈ ਚੰਡੀਗੜ੍ਹ ਤੋਂ ਆ ਰਹੇ ਹੈ, ਕੋਈ ਦਿੱਲੀ ਤੋਂ ਜਾਂਦੇ ਨੇ, ਉਹਨਾਂ 'ਚ ਹਿੰਦੂ ਵੀਰ ਵੀ ਹੈਗੇ ਨੇ। ਕਿਉਂਕਿ ਇਹ ਤਾਂ ਚਪੇੜ ਹੈ ਮੂੰਹ 'ਤੇ ਬਹੁਤ ਵੱਡੀ ਸਰਕਾਰਾਂ ਦੇ ਵਿੱਚ। ਤੁਸੀਂ ਇਹਨੂੰ ਵੰਡਣਾ ਚਾਹੁੰਦੇ ਸੀ ਵੀ ਇੱਥੇ ਇਕੱਲੇ ਸਿੱਖ ਬੈਠੇ ਨੇ, ਨਹੀਂ, ਇੱਥੇ ਕਿਸਾਨ ਬੈਠਾ ਹੈ, ਇੱਥੇ ਮਜ਼ਦੂਰ ਬੈਠਾ ਹੈ, ਅਤੇ ਕਿਸਾਨ ਹਰ ਕੋਈ ਹੈ, ਹਰ ਬੰਦਾ ਕਿਸਾਨ ਹੈ, ਹਰ ਇੱਕ ਬੰਦਾ ਕਿਸਾਨ ਹੈ। ਜਿਹੜਾ ਵੀ ਰੋਟੀ, ਜਿਹੜਾ ਕਹਿੰਦਾ ਨਾ ਇਸ ਅੰਦੋਲਨ ਨਾਲ ਮੇਰਾ ਕੋਈ ਸੰਬੰਧ ਨਹੀਂ, ਜਿਹੜਾ ਵੀ ਰੋਟੀ ਖਾਂਦਾ ਹੈ ਉਹਦਾ ਵੀ ਇਸ ਅੰਦੋਲਨ ਨਾਲ ਬੋਲੋ ਸਾਰੇ ਸੰਬੰਧ ਹੈ। ਅਤੇ ਹਰ ਜਗ੍ਹਾ ਤੋਂ ਹਾ ਦਾ ਨਾਰਾ ਵੱਜਾ, ਹਰ ਜਗ੍ਹਾ ਤੋਂ ਆਵਾਜ਼ ਬੁਲੰਦ ਹੋਈ ਹੈ, ਤਗੜੇ ਹੋਏ ਨੇ ਅਤੇ ਹੰਬੜਾ ਮਾਰ ਕੇ ਇਸ ਬੰਨੇ ਤੁਰੇ ਨੇ। ਤੋ ਖੈਰ, ਇਹ ਮੈਂ ਬੇਨਤੀ ਤਾਂ ਕਰਨੀ ਚਾਹੁੰਦਾ ਕਿ ਜੇ ਇੱਦਾਂ ਸਾਡੇ ਅੰਦਰ ਇੱਕ ਦੂਜੇ ਵੱਲ ਵੇਖ ਕੇ ਅਸੀਂ ਚੰਗੇ ਬੰਨੇ ਤਰਨਾ ਸਿੱਖ ਜਾਈਏ, ਅਤੇ ਇਹ ਆਨੰਦ ਹੈ, ਸੱਚ ਹੈ।
ਜਦੋਂ ਡਾਕਟਰ ਸੁਲੈਮਾਨ ਸਿੰਘ ਦੇ ਕੋਲ ਬਹਿਦਾ ਨਾ, ਉਹ ਕਹਿੰਦੇ 5 ਸਾਲ ਦੀ ਮੇਰੀ ਬੇਟੀ ਹੈ, ਉਹ ਮੈਨੂੰ ਕਹੇਗੀ ਪਾਪਾ ਤੁਸੀਂ ਸਾਡੇ ਨਾਲੋਂ ਵੱਧ ਕਿਸਾਨਾਂ ਨਾਲ ਪਿਆਰ ਕਰਦੇ ਹੋ। ਇਹ ਕਿੰਨਾ ਔਖਾ ਹੁੰਦਾ ਇੱਕ ਬਾਪ ਵਾਸਤੇ ਆਪਣੀ ਧੀ ਨੂੰ ਇਹਦਾ ਜਵਾਬ ਦੇਣਾ। ਇੱਥੇ ਬੰਦਾ ਸਵੇਰੇ ਜਾਵੇ ਨਾ 10 ਮਿੰਟ ਬੱਚਾ ਘਰ ਲੇਟ ਹੋ ਜਾਏ ਤੇ ਕਿੱਦਾਂ ਪੁੱਛਦੇ ਨੇ ਜੀ ਤੁਸੀਂ ਲੇਟ ਹੋ ਗਏ ਜੀ, ਆਏ ਨਹੀਂ ਜੀ। ਤੇ ਉਸ ਵੀਰ ਦਾ ਪ੍ਰਾਣ ਹੈ, ਕਮਿਟਮੈਂਟ ਹੈ ਆਪਣੇ ਆਪ ਨਾਲ। ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਮੈਂ ਵਾਪਸ ਅਮਰੀਕਾ, ਉੱਚੀ ਬੋਲੋ, ਹੁਣ ਮੈਨੂੰ ਇਹ ਦੱਸਿਓ ਇਮਾਨਦਾਰੀ ਨਾਲ, ਉਹਦੇ ਸਿਰ ਤੇ ਕਿਸੇ ਨੇ ਕੋਈ ਗਨ ਰੱਖੀ ਹੈ? ਸ਼ੌਂਕ ਇਹਨੂੰ ਕਹਿੰਦੇ ਨਸ਼ਾ। ਹੁਣ ਇੱਕ ਬੰਦਾ ਰਾਤ ਨੂੰ ਨਸ਼ਾ ਕਿਉਂ ਪੀਂਦਾ? ਕਹਿੰਦਾ ਮੈਂ ਇੰਜੋਏ ਕਰਦਾ, ਮੈਨੂੰ ਚੰਗਾ ਲੱਗਦਾ। ਇਹ ਵੀ ਇੱਕ ਨਸ਼ਾ ਹੈ। ਜਿਨ੍ਹਾਂ ਨੂੰ ਹੁਣ ਭਗਤ ਪੂਰਨ ਸਿੰਘ ਜਦੋਂ ਬਜ਼ੁਰਗਾਂ ਨੂੰ ਚੁੱਕ ਕੇ, ਅਪਾਹਜ ਲੋਕਾਂ ਨੂੰ ਚੁੱਕ ਕੇ ਉਹਦੇ ਮੂੰਹ 'ਚ ਦੁੱਧ ਬਰੈਡ ਪਾਉਂਦੇ ਨੇ, ਕੋਈ ਪੁੱਛਦਾ ਹੋਏਗਾ ਭਗਤ ਪੂਰਨ ਸਿੰਘ ਨੂੰ, ਰਾਮ ਜੀ ਕਿਉਂ ਪਾਉਂਦੇ ਹੋ? ਹਿੰਦੂ ਪਰਿਵਾਰ ਨਾਲ ਤੁਹਾਡਾ ਸੰਬੰਧ ਹੈ, ਕਿਉਂ ਪਾਉਂਦੇ ਹੋ? ਕਹਿੰਦਾ ਨਸ਼ਾ ਹੈ, ਮੈਨੂੰ ਸਵਾਦ ਆਉਂਦਾ ਹੈ। ਇੱਕ ਬੰਦੇ ਨੂੰ ਆਪਣੀ ਮਾਂ ਨੂੰ ਰੋਟੀ ਖਵਾ ਕੇ ਵੀ ਸਵਾਦ ਨਹੀਂ ਆਉਂਦਾ। ਇੱਕ ਆਪਣੀ ਮਾਂ ਨੂੰ ਗੁੱਤੋਂ ਫੜ ਕੇ ਵੀ ਘਰੋਂ ਬਾਹਰ ਕੱਢ ਰਹੀ ਹੈ ਤੇ ਕੱਢ ਰਿਹਾ, ਨਹੀਂ ਕੱਢ ਰਿਹਾ ਤਾਂ ਦੱਸ ਦਿਓ। ਬਿਰਧ ਆਸ਼ਰਮ ਤੇ ਦੇਣ ਹੀ ਸਾਡੇ ਵੱਡੇ ਲੋਕਾਂ ਦੀ ਹੈ, ਸਟੇਟਸ ਬਣ ਗਿਆ ਜੀ। ਕੋਈ ਗੱਲ ਨਹੀਂ, ਉੱਥੇ ਖਾਣਾ ਵਧੀਆ ਮਿਲਦਾ ਜੀ, ਫਰੂਟ ਕੱਟਿਆ ਮਿਲਦਾ ਜੀ। ਬਜ਼ੁਰਗਾਂ ਨੂੰ ਖਾਣਾ ਨਹੀਂ ਚਾਹੀਦਾ। ਉਹਨਾਂ ਨੂੰ ਇੱਕ ਉਮਰ ਐਸੀ ਆਉਂਦੀ ਜਦੋਂ ਕੋਈ ਚਾਹੀਦਾ ਕੋਈ ਉਹਨਾਂ ਦੇ ਬੈੱਡ ਤੇ ਬਹਿ ਕੇ ਪੁੱਛੇ, ਪਾਪਾ ਜੀ, ਬੀਬੀ ਜੀ ਅੱਜ ਲੇਟ ਉੱਠੇ ਜੇ, ਕੀ ਗੱਲ ਹੈ? ਦੱਸ ਦਿਓ ਜੇ ਨਹੀਂ ਹੈ ਤੇ। ਇੱਕ ਉਮਰ ਐਸੀ ਆਉਂਦੀ ਹੈ ਜਦੋਂ ਬਜ਼ੁਰਗ ਨੂੰ ਸਿਰਫ ਇੰਨਾ ਚਾਹੀਦਾ ਹੈ, ਕੋਈ ਪੁੱਛ ਹੀ ਲਵੇ, ਬੀਬੀ ਜੀ ਅੱਜ ਲੇਟ ਉੱਠੇ ਜੇ, ਤੇ ਬੀਬੀ ਜੀ ਇਹ ਸੋਚਦੇ ਨੇ ਅੱਜ ਮੈਨੂੰ ਮੇਰੀ ਨੂੰਹ ਨੇ ਪੁੱਛ ਲਿਆ, ਮੈਂ ਅੱਧੀ ਠੀਕ ਹੋ ਗਈ। ਅੱਜ ਮੈਨੂੰ ਮੇਰੇ ਪੋਤਰੇ ਨੇ ਪੁੱਛ ਲਿਆ, ਮੈਂ ਅੱਧੀ ਠੀਕ ਹੋ ਗਈ। ਅੱਜ ਮੈਨੂੰ ਮੇਰੇ ਪੁੱਤ ਨੇ ਪੁੱਛ ਲਿਆ, ਅੱਜ ਮੈਂ ਅੱਧੀ ਠੀਕ ਹੋ ਗਈ। ਗੁੱਸਾ ਨਾ ਮਨਾਇਓ। ਗੁਰਦੁਆਰੇ ਆਣ ਕੇ ਨੱਕ ਰਗੜਦੇ ਆ ਅਸੀਂ, ਘਰਾਂ 'ਚ ਇੱਕ ਦੂਜੇ ਦਾ ਦੁੱਖ ਸੁੱਖ ਪੁੱਛਣ ਜੋਗੇ ਵੀ ਨਹੀਂ। ਪਤਾ ਕਿਉਂ? ਇਹਨੇ ਮੈਨੂੰ ਨਹੀਂ ਪੁੱਛਿਆ, ਮੈਂ ਇਹਨੂੰ ਨਹੀਂ ਪੁੱਛਣਾ। ਤੇ ਗੁਰਦੁਆਰੇ ਆਉਣਗੇ, ਕੱਲੀ ਕੱਲੀ ਪੌੜੀ ਤੇ ਮੱਥਾ, ਸਤਨਾਮ ਸੁੱਖ ਰੱਖੀ, ਸਤਨਾਮ ਸੁੱਖ ਰੱਖੀ। ਤੇ ਜੇ ਕਿਉਂ ਬਾਬਾ ਕਵੇ ਮੈਨੂੰ ਸੁੱਖ ਰੱਖੀ ਕਹੀ ਜਾਂਦਾ, ਤੁਹਾਡੇ ਘਰ ਲੜਾਈ ਪਾਈ ਕਿਹਨੇ? ਆਪਣੇ ਆਪ ਨੂੰ ਬਦਲੋ। ਚਾਦਰਾਂ ਰੋਜ਼ ਬਦਲਦੇ ਹੋ, ਰੁਮਾਲੇ ਰੋਜ਼ ਬਦਲਦੇ ਹੋ, ਕੱਪੜੇ ਰੋਜ਼ ਬਦਲਦੇ ਹੋ, ਗੱਡੀ ਜੋ 4 ਮਹੀਨੇ, ਸਾਲ, 6 ਮਹੀਨੇ, 2 ਸਾਲ ਬਾਅਦ ਬਦਲਦੇ ਹੋ, ਖਾਣਾ ਰਾਤ ਖਾਧਾ ਸਵੇਰੇ ਬਦਲ ਦਿੰਦੇ ਹੋ। ਆਪਣੇ ਆਪ ਨੂੰ ਬਦਲੋ ਜੇ ਸੁਖੀ ਹੋਣਾ ਚਾਹੁੰਦੇ ਹੋ। ਕਿਸੇ ਨੇ ਸਾਨੂੰ ਦੁਖੀ ਨਹੀਂ ਕੀਤਾ, ਇਹ ਭੁਲੇਖਾ ਹੈ, ਵਹਿਮ ਹੈ। ਹਾਏ ਸਾਡੇ ਘਰ ਨੂੰ ਪਤਾ ਨਹੀਂ ਕੀ ਹੋ ਗਿਆ, ਹਾਏ ਸਾਡੇ ਘਰ ਨੂੰ ਕਿਹਦੀ ਨਜ਼ਰ ਲੱਗ ਗਈ। ਨਾ ਨਾ ਨਾ, ਇਹ ਬਿਮਾਰੀਆਂ, ਇਹ ਨਜ਼ਰ ਵਾਲਾ, ਇਹ ਇੱਥੇ ਹੀ ਮਾਪਦੰਡ ਕਿਉਂ ਹੈ ਜੀ? ਬਾਹਰ ਕਿਉਂ ਨਹੀਂ ਹੈਗਾ? ਨਾਲੇ ਵੇਖਿਓ ਤੁਸੀਂ, ਹਮੇਸ਼ਾ ਹੀ ਮਾੜੀਆਂ ਗੱਡੀਆਂ ਨੂੰ ਨਜ਼ਰ ਲੱਗਦੀ ਹੈ। ਆਟੋ ਹਿਸਾਬ ਜੇ ਨਾ ਗੱਡੀ 1.5-2 ਲੱਖ ਦੀ, ਉਹਦੇ ਤੇ ਇੱਦਾਂ ਨਿੰਬੂ ਮਿਰਚਾਂ ਟੰਗੀਆਂ ਹੁੰਦੀਆਂ। ਕਦੀ BM ਦੇ ਉੱਤੇ ਨਿੰਬੂ ਮਿਰਚਾਂ ਟੰਗੀਆਂ ਵੇਖੀਆਂ? ਆਡੀ ਤੇ, ਮਰਸਡੀ ਤੇ, ਬੋਲੋ ਜੀ। ਫਿਰ ਉਹ ਲੱਗਣੀ ਤਾਂ ਸਗੋਂ ਉਹਨੂੰ ਚਾਹੀਦੀ ਹੈ। ਇੱਥੇ ਐਂ ਗੱਡੀ ਹਿਲਦੀ ਜਾਂਦੀ ਹੈ, ਪੱਚ ਲੱਗੇ ਹੋਏ ਨੇ, ਉੱਤੇ ਲਿਖਿਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਉਹ ਆ ਜਿਹੜੇ 2 ਨਿੰਬੂ ਟੰਗੇ ਨੇ, ਇਹਨੂੰ ਨਿਚੋੜ ਕੇ ਪੀ ਲਾ, ਵਿਟਾਮਿਨ C ਮਿਲ ਜੂ ਤੈਨੂੰ। ਆੜੀਆਂ 2 ਮਿਰਚਾਂ ਟੰਗੀ ਫਿਰਦਾ, ਤੜਕਾ ਲਾ ਕੇ ਖਾ ਲਾ, ਕੁੱਤਾ ਤੇ ਚਲ ਜੂ। ਉਹ ਸੁੱਕੀਆਂ ਹੀ ਇੱਦਾਂ ਟੰਗੀਆਂ ਸੜ ਜਾਂਦੀਆਂ ਤੇ ਜਾਨ ਨੂੰ ਰੋਂਦੀਆਂ ਹੋਣੀਆਂ ਨੇ ਵੀ ਬੂਟੇ ਨਾਲ ਹੀ ਲੱਗੀਆਂ ਰਹਿਣ ਦਿੰਦਾ ਸਾਨੂੰ, ਤੋੜ ਕੇ ਟੰਗ ਲਿਆਈ। ਅਸੀਂ ਇਸ ਕਰਕੇ ਨਹੀਂ ਸੀ ਦਰਖਤ ਪੌਦੇ ਨਾਲ ਲੱਗੀਆਂ, ਇਸ ਕਰਕੇ ਬੂਟੇ ਨਾਲ ਨਹੀਂ ਸੀ ਲੱਗੀਆਂ ਕਿ ਤੂੰ ਧਾਗੇ 'ਚ ਪਰੋ ਕੇ ਸਾਨੂੰ ਆਪਣੀ ਦੁਕਾਨ ਅੱਗੇ ਇੱਦਾਂ ਟੰਗ ਦੇਵੇਂ। ਟੰਗੀਆਂ ਨੇ। ਪੈਂਚਰ ਲਾਉਣ ਵਾਲਾ ਵੀ ਟੰਗ ਕੇ ਬੈਠਾ ਹੈ, ਸਬਜ਼ੀ ਵੇਚਣ ਵਾਲਾ ਵੀ ਟੰਗ ਕੇ ਬੈਠਾ ਹੈ। ਅਸਲ 'ਚ ਅਸੀਂ ਮਾਨਸਿਕ ਰੋਗੀ ਹਾਂ। ਅਸੀਂ ਆਪ ਕਲੀਅਰ ਨਹੀਂ ਹੈਗੇ ਅੰਦਰੋਂ। ਅਸੀਂ ਆਪੇ ਨਿਆਣਾ ਤਿਆਰ ਕਰ ਲੈਂਦੇ ਹਾਂ ਅਤੇ ਆਪੇ ਮਾੜਾ ਜਿਹਾ ਕਚਰਾ ਜਿਹਾ ਕੱਢ ਕੇ ਧੌਣ 'ਤੇ ਲਾ ਦਿੰਦੇ, ਹਾਏ ਇਹਨੂੰ ਨਜ਼ਰ ਨਾ ਲੱਗ ਜਾਏ। ਵੀ ਇਹਨੂੰ ਤਿਆਰ ਹੀ ਕਿਉਂ ਕੀਤਾ ਜੇ ਨਜ਼ਰ ਲੱਗਣ ਦਾ ਡਰ ਸੀ? ਲਿਬੜਿਆ ਰਹਿਣ ਦਿਓ ਇਹਨੂੰ। ਅੱਛਾ, ਨਜ਼ਰ ਵੀ ਇੱਕ ਉਮਰ ਨੂੰ ਹੀ ਲੱਗਦੀ ਹੈ ਨਾ। ਬੱਚਾ ਤੇ ਬੱਚਾ ਹੀ ਹੁੰਦਾ ਨਾ। ਹੁਣ ਬੱਚਾ ਤਿਆਰ ਕੀਤਾ, ਸੋਹਣਾ ਤਿਆਰ ਕੀਤਾ, ਫਿਰ ਕਹਿੰਗੇ ਹਾਏ ਕਿੰਨਾ ਸੋਹਣਾ ਲੱਗਦਾ, ਫਿਰ ਮਾੜਾ ਜਿਹਾ ਕਜਲਾ ਲਾ ਦੇਣਗੇ। ਅਤੇ ਹੁਣ ਜੇ ਮਾਂ ਲਾਗੇ 90 ਸਾਲ ਦੀ ਬੈਠੀ ਹੈ ਅਤੇ ਪੁੱਤ ਲਾਗੇ 60-65 ਸਾਲ ਦਾ ਬੈਠਾ ਹੈਗਾ ਅਤੇ ਉਹਦਾ ਵੀ ਪੁੱਤ ਹੈ, ਅੱਜ ਨਜ਼ਰ ਲੱਗਦੀ ਕਿਸੇ ਬਜ਼ੁਰਗ ਦੇ ਕਾਲਾ ਕਜਲਾ ਲਾਇਆ? ਕਹਿੰਦੇ ਹੁਣ ਇਹਦੇ ਵੱਲ ਵੇਖਣ ਨੂੰ। ਉੱਚੀ ਬੋਲੋ। ਹੁਣ ਇਹਨੂੰ ਨਜ਼ਰ ਕਿਹਦੀ ਲੱਗਣੀ ਹੈ?
ਇਹ ਸਿਰਫ ਆਪਣੇ ਇਹ ਇੱਥੇ ਪ੍ਰੋਬਲਮ ਕਿਉਂ ਹੈ? ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਅਸਲ 'ਚ ਅਸੀਂ ਮਾਨਸਿਕ ਰੋਗੀ ਹਾਂ। ਮੈਂ ਪਹਿਲਾਂ ਹੀ ਕਹਿਤਾ ਵੀ ਜੇ ਅਸੀਂ ਸੁਣੀ ਹੁੰਦੀ ਗੱਲ ਤੇ ਮੰਨਦੇ ਵੀ, ਤੇ ਜੇ ਮੰਨੀ ਹੁੰਦੀ ਤਾਂ ਸਾਡੇ ਆਹ ਬਿਮਾਰੀਆਂ ਨਾ ਹੁੰਦੀਆਂ, ਕਦੀ ਵੀ ਨਾ ਆਉਂਦੀਆਂ ਸਾਡੇ ਕੋਲ। ਕਿਉਂਕਿ ਬਾਣੀ 'ਚ ਲਿਖਿਆ ਗੁਰ ਸਮਾਨ ਤੀਰਥ ਨਹੀਂ ਕੋਏ, ਗੁਰੂ ਦੇ ਬਰਾਬਰ ਤਾਂ ਕੋਈ ਤੀਰਥ ਸਥਾਨ ਹੈ ਹੀ ਨਹੀਂ। ਜਿੱਥੇ ਅਸੀਂ ਇਸ਼ਨਾਨ ਕਰਨਾ, ਜਿੱਥੇ ਸਾਡੇ ਮਨ ਨੇ ਚੁੱਭੀਆਂ ਲਾਉਣੀਆਂ ਨੇ, ਆਪਾਂ ਹੁਣ ਇਸ਼ਨਾਨ ਕਰ ਰਹੇ ਹਾਂ। ਸਰ ਸੰਤੋਖ ਤਾਸ਼ਗੁਰ ਹੋਏ, ਗੁਰੂ ਸੰਤੋਖ ਦਾ ਸਰੋਵਰ ਹੈ। ਜੇ ਅਸੀਂ ਇਹ 'ਚ ਨਹਾਉਂਦੇ, ਸਾਡੇ ਕੋਲ ਸਬਰ ਸੰਤੋਖ ਹੁੰਦਾ, ਸਾਡੇ ਘਰਾਂ ਦੇ ਲੜਾਈ ਕਲੇਸ਼ ਅਸੀਂ ਆਪੇ ਮਸਲੇ ਹੱਲ ਕਰ ਲੈਂਦੇ। ਸਬਰ ਵਿੱਚ ਬੰਦਾ ਲੜਾਈਆਂ ਨੂੰ ਸੁਲਝਾ ਲੈਂਦਾ ਹੈ, ਉਲਝਣਾਂ ਨੂੰ ਸਹੀ ਕਰ ਲੈਂਦਾ ਹੈ। ਜਿਨ੍ਹਾਂ ਘਰਾਂ 'ਚ ਸਬਰ ਨਹੀਂ ਹੁੰਦਾ, ਉੱਥੇ ਕਤਲੋ ਗਾਰਤ ਰੋਜ਼ ਹੁੰਦੀ ਹੈ, ਉੱਥੇ ਗਾਲੀ ਗਲੋਚ ਹੁੰਦੀ ਹੈ, ਉੱਥੇ ਲੋਕਾਂ ਨੂੰ ਰਹਿਣ ਦੇ ਤਰੀਕੇ ਨਹੀਂ ਆਉਂਦੇ। ਤਾਂ ਬਾਣੀ ਸਾਨੂੰ ਇੰਝ ਸਿਖਾਉਂਦੀ ਹੈ, ਬਾਪ ਦਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ। ਬਾਣੀ 'ਚ ਨਾ ਸੰਤੋਖ ਨੂੰ ਬਾਪ ਵੀ ਆਖਿਆ, ਮਾਤਾ ਮਤ ਪਿਤਾ ਸੰਤੋਖ। ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਮਤ ਮੇਰੇ ਮਨ ਦੀ ਮਾਂ ਬਣ ਗਈ ਹੈ। ਮਤ ਮਾਤੀ ਪ੍ਰੇਰਦੀ ਹੈ ਨਾ, ਸਾਡੀ ਮਾਤੀ ਪ੍ਰੇਰਨਾ ਦਿੰਦੀ ਹੈ, ਮਤ ਮਾਂ ਜੋ ਆ। ਅੱਛਾ, ਇੱਕ ਚੀਜ਼ ਤੁਸੀਂ ਨੋਟ ਕਰਿਓ, ਗਲਤੀ ਮਨ ਕਰਦਾ, ਉਲਾਮਾ ਮਤ ਨੂੰ ਮਿਲਦਾ। ਗਲਤੀ ਕੌਣ ਕਰਦਾ? ਮਨ। ਕੋਈ ਵੀ ਗਲਤ ਕੰਮ ਕਰਦਾ, ਤੂੰ ਕਿਉਂ ਕੀਤਾ? ਮੇਰਾ ਮਨ ਕਰ ਆਇਆ। ਕਦੀ ਕਿਸੇ ਨੇ ਕਿਹਾ ਮੇਰੀ ਮੱਤ ਕਰ ਆਈ? ਮੇਰਾ ਮਨ ਕਰ ਆਇਆ, ਮੈਂ ਇੱਦਾਂ ਕਰ ਲਿਆ। ਅੱਛਾ, ਜਦੋਂ ਮਨ ਕਰ ਆਇਆ, ਗਲਤ ਕੰਮ ਹੋ ਗਿਆ, ਫਿਰ ਕੀ ਕਹਿੰਦੇ? ਤੇਰੀ ਮੱਤ ਮਾਰੀ ਗਈ ਸੀ। ਉਦੋਂ ਨਹੀਂ ਕਿਸੇ ਨੇ ਕਿਹਾ ਤੇਰਾ ਮਨ ਮਾਰਿਆ ਗਿਆ ਸੀ। ਇਹ ਦੁਨੀਆ ਦਾ ਦਸਤੂਰ ਹੈ। ਗਲਤੀ ਪੁੱਤ ਕਰੇਗਾ ਤੇ ਉਲਾਮਾ ਮਾਂ ਨੂੰ ਜਾਏਗਾ। ਜਦੋਂ ਸਹੁਰੇ ਘਰ ਧੀ ਨੂੰ ਸਬਜ਼ੀ ਬਣਾਉਣੀ ਨਾ ਆਈ, ਕੱਪੜਾ ਪ੍ਰੈਸ ਕਰਨਾ ਨਾ ਆਇਆ, ਬੋਲਣ ਦਾ ਸਲੀਕਾ ਨਾ ਆਇਆ, ਇਮਾਨਦਾਰੀ ਨਾਲ ਜਵਾਬ ਦਿਓ, ਉਲਾਮਾ ਕਿਹਨੂੰ ਆਊ ਭਲਾ? ਬੋਲੋ ਭੈਣੋ। ਮਾਂ ਨੂੰ। ਉਹਨੇ ਕਹਿਣਾ ਉੱਦਾਂ ਦੇ ਮੂੰਹ ਸਵਾਰ ਗੱਲਾਂ ਕਰਦੀ ਏ, 2 ਅੱਖਰ ਨਹੀਂ ਸਿਖਾ ਸਕੀ ਆਪਣੀ ਧੀ ਨੂੰ। ਤੇ ਜੇ ਉਹਨੇ ਉੱਥੇ ਵਧੀਆ ਵਿਹਾਰ, ਇੱਕ ਰਾਤ ਵੀ ਨਾ ਆਪਣੇ ਕੁੜਮਾ ਘਰ ਰਹੀ ਹੋਵੇ, ਕਦੀ ਇੱਕ ਰਾਤ ਵੀ ਕੁੜਮਣੀ ਕੁੜਮਾ ਘਰ ਨਾ ਰਹੀ ਹੋਵੇ, ਪਰ ਉਹ ਜਦੋਂ ਦੀ ਧੀ ਨੇ ਵਧੀਆ ਵਿਹਾਰ ਕੀਤਾ, ਪੂਰੇ ਰਿਸ਼ਤੇਦਾਰਾਂ ਨੂੰ ਪਤਾ ਹੈ ਕਿ ਐਸ ਨੂੰਹ ਦੀ ਮਾਂ ਨਾਲ ਦੀ ਕੋਈ ਮਾਂ ਨਹੀਂ ਹੈ ਜਿਹਨੇ ਇੰਨੇ ਸੰਸਕਾਰ ਦੇ ਕੇ ਧੀ ਨੂੰ ਪਾਲਿਆ। ਕਿਉਂਕਿ ਧੀ ਦੇ ਰਾਹੀਂ ਮਾਂ ਦਾ ਪਤਾ ਲੱਗ ਗਿਆ। ਸਟੂਡੈਂਟ ਦੇ ਰਾਹੀਂ ਟੀਚਰ ਦਾ ਪਤਾ ਲੱਗਦਾ। ਸਟੂਡੈਂਟ ਤੋਂ ਪਤਾ ਲੱਗ ਜਾਂਦਾ ਟੀਚਰ ਕਿੱਦਾਂ ਦਾ ਹੈ। ਜਿੱਦਾਂ ਦਾ ਸਟੂਡੈਂਟ ਹੈ, ਉੱਦਾਂ ਦਾ ਟੀਚਰ ਹੈ। ਸਿੱਖ ਦੇ ਰਾਹੀਂ ਪਤਾ ਲੱਗਣਾ ਸੀ ਸਾਡਾ ਗੁਰੂ ਕਿੱਦਾਂ ਦਾ ਹੈ। ਆਪਣੀ ਜ਼ਿੰਦਗੀ 'ਚ ਸਿੱਖ ਦਾ ਅਰਥ ਕੀ ਹੈ? ਸਿਖਿਆਰਥੀ, ਸਟੂਡੈਂਟ। ਅਸੀਂ ਰੋਜ਼ ਸਿੱਖਣ ਆਉਂਦੇ ਹਾਂ ਗੁਰਦੁਆਰੇ। ਇਮਾਨਦਾਰੀ ਨਾਲ ਸੋਚਿਓ ਕਿ ਅੱਜ ਸਿੱਖਣ ਆ ਰਿਹਾ ਕੋਈ? ਕਦੀ ਇਹ ਮਨ 'ਚ ਖਿਆਲ ਆਇਆ ਮੈਂ ਤਿਆਰ ਹੋ ਰਿਹਾ, ਕਿੱਥੇ ਚੱਲਿਆ? ਅੱਜ ਮੈਂ ਸਿੱਖਣ ਚੱਲਿਆ। ਸੁਪਨਾ ਤਾਂ ਇਹ ਲਿਆਉਂਦਾ ਅੱਜ ਮੈਂ ਸਿਖਾਉਣ ਚੱਲਿਆ। ਸਿਖਾਉਣ ਆ ਰਿਹਾ ਬੰਦਾ, ਦੂਜੇ 'ਚ ਨੁਕਸ ਕੱਢਣ ਆ ਰਿਹਾ, ਤੇਰੇ 'ਚ ਆਹ ਨੁਕਸ ਹੈ, ਤੇਰੇ 'ਚ ਆਹ ਨੁਕਸ ਹੈ। ਨਾ ਭਾਈ, ਦਰਪਣ ਸੀਸਾ। ਆਪਣੇ ਘਰ 'ਚ ਬੰਦਾ ਕਿੰਨੇ ਦਰਪਣ ਲਾਉਂਦਾ, ਕਿੰਨੇ ਸੀਸੇ ਲਾਉਂਦਾ, ਕਾਹਦੇ ਲਈ? ਆਪਣੇ ਆਪ ਨੂੰ ਸਵਾਰਨ ਲਈ। ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਕਿੰਨਾ ਨੇਕ ਕਰਮ ਕੀਤਾ। ਬਾਣੀ ਦੇ ਜਦੋਂ ਅਰਥ ਕੀਤੇ, ਉਹਦਾ ਨਾਂ ਗੁਰੂ ਗ੍ਰੰਥ ਸਾਹਿਬ ਦਰਪਣ ਰੱਖਿਆ। ਜਿਵੇਂ ਘਰ 'ਚ ਤੁਸੀਂ ਵੇਖਿਆ ਨਾ, ਘਰਾਂ 'ਚ ਜਦੋਂ ਆਪਾਂ ਘਰ ਬਣਾਉਂਦੇ ਹਾਂ, ਕਈਆਂ ਬੰਦਿਆਂ ਨੇ ਆਪਣੇ ਬਾਹਰਲੇ ਦਰਵਾਜ਼ੇ ਲਾਗੇ ਵੀ ਇੱਕ ਲੰਬਾ ਸੀਸਾ ਲਾਇਆ ਹੁੰਦਾ ਵੀ ਜਦੋਂ ਮੈਂ ਘਰੋਂ ਤਿਆਰ ਹੋ ਕੇ ਤੁਰ ਲੱਗਾ ਤੇ ਸਿਰ ਤੋਂ ਲੈ ਕੇ ਪੈਰ ਤੱਕ ਵੇਖਾਂ, ਮੈਂ ਸੋਹਣਾ ਲੱਗਦਾ। ਸੀਸਾ ਵੇਖ ਕੇ ਤੁਰਦਾ ਘਰੋਂ, ਦਰਪਣ ਵੀ ਮੈਂ ਚੰਗਾ ਲੱਗਦਾ। ਤੇ ਦਰਪਣ ਦੱਸ ਦਿੰਦਾ ਇੱਥੇ ਦਾਗ ਲੱਗਾ, ਲਾਹ ਲੈਂਦਾ ਬੰਦਾ। ਗੁਰਬਾਣੀ ਦਰਪਣ ਤੇਰੇ ਅੰਦਰ ਦੇ ਦਾਗ ਦੱਸੇਗੀ, ਇਹਨੂੰ ਲਾਹ ਜੇ ਸਹੀ ਹੋਣਾ ਚਾਹੁੰਦਾ, ਸੁਖੀ ਹੋਣਾ ਚਾਹੁੰਦਾ। ਇੱਥੇ ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਮਾਤਾ ਮਤ ਪਿਤਾ ਸੰਤੋਖ। ਜੇ ਸੁਖੀ ਹੋਣਾ ਚਾਹੁੰਦਾ ਤੇ ਗੁਰੂ ਵੱਲੋਂ ਦਿੱਤੀ ਹੋਈ ਮਤ ਨੂੰ ਆਪਣੇ ਮਨ ਦੀ ਮਾਂ ਬਣਾ ਲਾ। ਤੇ ਪਿਤਾ ਕਿਹਨੂੰ ਬਣਾ ਲਾ? ਸੰਤੋਖ ਨੂੰ, ਸਬਰ ਨੂੰ। ਸਬਰ ਸਾਡੇ ਮਨ ਦਾ ਪਿਓ ਬਣ ਜਾਏ। ਸਤ ਭਾਈ ਕਰ ਇਹ ਵਸੇਖ। ਸਤ ਦਾ ਅਰਥ ਹੈ ਲੋਕ ਭਲਾਈ ਦੇ ਕੰਮ ਕਰਨੇ। ਸਵੇਰੇ ਘਰੋਂ ਤੂੰ ਤਿਆਰ ਹੋ ਕੇ ਤੁਰੇ ਤੇ ਸ਼ਾਮ ਨੂੰ ਇਹ ਸੋਚ ਕੇ ਆਵੇਂ ਅੱਜ ਮੈਂ ਕਿਸੇ ਦਾ ਸਵਾਰ ਕੇ ਆਇਆ, ਵਿਗਾੜ ਕੇ ਨਹੀਂ ਆਇਆ। ਇਹਨੂੰ ਆਪਣੇ ਭੈਣ ਭਰਾ ਬਣਾ ਲਾ। ਮਨ ਦੇ ਭੈਣ ਭਰਾ ਤੇਰੇ ਦੁਨਿਆਵੀ ਭੈਣ ਭਰਾ ਤੇ ਧੋਖਾ ਦੇ ਜਾਣਗੇ। ਇਹ ਭੈਣ ਭਰਾ
ਤੈਨੂੰ ਕਦੀ ਧੋਖਾ, ਉੱਚੀ ਬੋਲੋ, ਨਹੀਂ ਦੇਣਗੇ। ਜਿਹੜੇ ਨੇਕ ਕਰਮ ਕੀਤੇ ਹੁੰਦੇ ਨੇ ਉਹ ਬੰਦੇ ਨੂੰ ਕਦੀ ਧੋਖਾ ਨਹੀਂ ਦਿੰਦੇ, ਸਕੂਨ ਦਿੰਦੇ ਬੰਦੇ ਨੂੰ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਸੇਖ, ਕਹਿਣਾ ਹੈ ਕਿਛ ਕਹਿਣ ਨਾ ਜਾਏ, ਤਉ ਕੁਦਰਤ ਕੀਮਤ ਨਹੀਂ ਪਾਏ। ਇਹ ਗੁਰੂ ਨਾਨਕ ਸਾਹਿਬ ਦਾ ਵਾਕ ਹੈ। 151 ਤੇ 52 ਨੰਬਰ ਅੰਕ ਤੇ ਗੌੜੀ ਰਾਗ ਦਾ ਸ਼ਬਦ ਹੈ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਸੇਖ, ਕਹਿਣਾ ਹੈ ਕਿਛ ਕਹਿਣ ਨਾ ਜਾਏ, ਤਉ ਕੁਦਰਤ ਕੀਮਤ ਨਹੀਂ ਪਾਏ। ਸ਼ਰਮ ਸੁਰਤ ਦੋਏ ਸਸੁਰ ਪਏ। ਹੁਣ ਇਸ ਮਨ ਦੀ ਸੱਸ ਵੀ ਚਾਹੀਦੀ ਹੈ, ਇਸ ਮਨ ਦਾ ਕੋ ਸਹੁਰਾ ਵੀ ਚਾਹੀਦਾ। ਸਹੁਰਾ ਕਿਹਨੂੰ ਬਣਾ? ਉਦਮ ਨੂੰ। ਸ਼ਰਮ, ਸ਼ਰਮ ਮੀਨੂ ਉਦਮ, ਉਦਮ ਤੇਰੇ ਮਨ ਦਾ ਸਹੁਰਾ ਬਣ ਜਾਏ। ਤੇ ਸੁਰਤ, ਉੱਚੀ ਸੁਰਤ ਤੇਰੇ ਮਨ ਦੀ ਸੱਸ ਬਣ ਜਾਏ। ਕਰਨੀ ਕਾਮਣ, ਤੇ ਆਪਣੀ ਕਰਨੀ ਨੂੰ, ਆਪਣੀ ਕਰਨੀ ਜੋ ਰੋਜ਼ ਅਸੀਂ ਕੰਮ ਕਰਦੇ ਹਾਂ, ਇਹ ਤੇਰੇ ਮਨ ਦੀ ਵਾਈਫ ਬਣ ਜਾਏ, ਪਤਨੀ ਬਣ ਜਾਏ। ਕਿਉਂ ਜੀ? ਇਹ ਮਨ ਦਾ ਪਰਿਵਾਰ ਹੈ। ਇੱਥੇ ਸ਼ਬਦ ਵੇਖੋ ਕਿੰਨੇ ਆ, ਗੁੰਦਵੇਂ ਸ਼ਬਦ ਨੇ ਗੁਰੂ ਨਾਨਕ ਸਾਹਿਬ ਦੇ। ਉਦਮ ਨੂੰ ਸਹੁਰਾ ਬਣਾਉਣ ਲਈ ਕਿਉਂ ਆਖਿਆ? ਜਿਹਦਾ ਉਦਮ ਸਹੁਰਾ ਹੋਏਗਾ ਉਹ ਸਹੁਰੇ ਘਰ ਕਾਰ ਤੇ ਨਿਗਾਹ ਨਹੀਂ ਰੱਖੇਗਾ। ਕਿਉਂ ਜੀ? ਉਹ ਸਹੁਰਿਆਂ ਦੀ ਪ੍ਰਾਪਰਟੀ ਤੇ ਨਿਗਾਹ, ਉਹ ਬੋਲੋ ਭਾਈ, ਨਿਗਾਹ। ਉਹ ਆਪਣਾ ਕਾਰੋਬਾਰ ਖੋਲ੍ਹਣ ਲਈ ਵਾਈਫ ਨੂੰ ਨਹੀਂ ਕਹੇਗਾ ਪਾਪਾ ਜੀ ਕੋਲੋਂ ਪੈਸੇ ਲੈ ਆ। ਉਹ ਕਹੇਗਾ ਨਾ, ਉਦਮ ਦਿੱਤਾ ਮੇਰੇ ਬਾਪੂ ਨੇ ਮੈਨੂੰ, ਮੈਂ ਆਪਣੀ ਕਮਾਈ ਕਰਕੇ ਖੁਦ ਆਪਣਾ ਬਿਜ਼ਨਸ ਖੜਾ ਕਰ ਸਕਦਾ। ਤੇ ਜਿਸ ਬੰਦੇ ਕੋਲ ਉਦਮ ਨਾਂ ਦੀ ਚੀਜ਼ ਨਹੀਂ, ਉਹ ਫਿਰ ਆਨੇ ਬਹਾਨੇ ਵਾਈਫ ਨੂੰ ਘੱਲਦਾ। ਕੋਈ ਗੱਲ ਨਹੀਂ, ਆਪਣਾ ਵੀ ਹੱਕ ਬਣਦਾ। ਇੱਥੋਂ ਬਖੇੜੇ ਖੜੇ ਹੋਏ ਗੁਰੂ ਸਾਹਿਬ ਜੀ ਨੇ। ਹੁਣ ਹੈ ਇਹੋ ਜਿਹਾ ਖਜ਼ਾਨਾ ਕਿਸੇ ਹੋਰ ਕੋਲ? ਕਦੀ ਆਨੰਦ ਕਾਰਜ 'ਤੇ ਇਹਨਾਂ ਸ਼ਬਦਾਂ ਦੀ ਵਿਆਖਿਆ ਆਪਣੇ ਪਰਿਵਾਰਾਂ 'ਚ ਕਰਕੇ ਵੇਖੋ, ਸਵਾਦ ਨਹੀਂ ਆਏਗਾ, ਰਹਿਣ ਦਾ ਤਰੀਕਾ ਨਹੀਂ ਆ ਜਾਏਗਾ। ਕੁੜਮ ਦੇ ਵਿੱਚ ਇਹੋ ਜਿਹਾ ਪਿਆਰ, ਦੋ ਕੁੜਮ ਤੁਰੇ ਜਾਂਦੇ ਹੋਣਗੇ, ਲੋਕਾਂ ਨੂੰ ਪਤਾ ਨਹੀਂ ਲੱਗਣਾ ਕੁੜਮ ਕਿ ਸਕੇ ਭਰਾਵਾਂ ਨੂੰ ਰਹਿੰਦੇ ਨੇ ਭਾਈ। ਕਿਉਂ? ਕਿਉਂਕਿ ਲਾਲਚ ਹੈ ਹੀ ਨਹੀਂ। ਇੱਥੇ ਜੱਫੀ ਤਾਂ ਪੈਂਦੀ ਜੇ ਕੜਾ ਪੈਂਦਾ। ਇਹ ਤਾਂ ਮਾਮਾ ਮਾਮੇ ਨੂੰ ਮਿਲਣੀ ਵੇਲੇ ਚੁੱਕਦਾ ਹੀ ਤਾਂ ਜੇ ਮੁੰਦਰੀ ਪੈਂਦੀ ਹੈ। ਤੇ ਬੋਲੋ ਭਾਈ, ਸਾਰੇ ਇੱਕੋ ਜਿਹੇ ਨਹੀਂ, ਪਰ ਵਾਸਤਵ 'ਚ ਹੋ ਰਿਹਾ ਕਿ ਨਹੀਂ ਹੋ ਰਿਹਾ? ਜਿਹੜੇ ਨਹੀਂ ਇੰਜ ਕਰਦੇ ਉਹਨਾਂ ਗਾੜੀ ਸਿਰ ਝੁਕਦਾ। ਨਹੀਂ ਤੇ ਲੜਕੀ ਦਾ ਮਾਮਾ ਜਦੋਂ ਲੜਕੇ ਦੇ ਮਾਮੇ ਦੀ ਦਾ ਮੁੰਦਰੀ ਪਾਉਂਦਾ ਤਾਂ ਉਹਦਾ ਫਿਰ ਵਧੋ ਵਧੀ ਜੀਅ ਕਰਦਾ, ਜਿਹਨੂੰ 2 ਤੋਲਿਆਂ ਦਾ ਕੜਾ ਪੈ ਗਿਆ ਉਹ ਤੇ ਚੁੱਕ ਕੇ ਭਾਵੇਂ ਉਹਨੂੰ ਉਹਦੀ ਬਾਜੀ ਪਵਾ ਦੇਵੇ। ਹੁਣ ਕੀ ਸ਼ਬਦ ਵਰਤਿਆ? 151 ਤੇ 52 ਨੰਬਰ ਅੰਕ ਤੇ ਹੈ ਇਹ ਸ਼ਬਦ ਜਿਹੜਾ ਤੁਹਾਡੇ ਨਾਲ ਮੈਂ ਵਿਚਾਰ ਕਰ ਰਿਹਾ। ਸ਼ਰਮ ਸੁਰਤ, ਉਦਮ ਨੂੰ ਸਹੁਰਾ ਬਣਾ ਲਾ, ਉੱਚੀ ਸੁਰਤ ਨੂੰ ਆਪਣੀ ਸੱਸ ਬਣਾ ਲਾ। ਮਨ ਦੀ ਗੱਲ ਹੋ ਰਹੀ ਹੈ ਇੱਥੇ। ਇੱਕ ਤਨ ਦਾ ਟੱਬਰ ਹੁੰਦਾ, ਇੱਕ ਮਨ ਦਾ ਟੱਬਰ ਹੁੰਦਾ। ਤਨ ਕਰਕੇ ਤੇ ਉਹਦਾ ਕੋਈ ਵਿਆਹਿਆ ਹੋਵੇ, ਕੋਈ ਨਾ ਵਿਆਹਿਆ ਹੋਵੇ, ਕਈ ਕੁਆਰੇ ਵੀ ਨੇ, ਪਰ ਜਿਹੜਾ ਮਨ ਹੈ, ਮਨ ਦਾ ਪਰਿਵਾਰ ਤੇ ਸਾਰਿਆਂ ਨੂੰ ਚਾਹੀਦਾ। ਸ਼ਰਮ ਸੁਰਤ ਦੋਏ ਸਸੁਰ ਭਏ, ਕਰਨੀ ਕਾਮਣ ਕਰ ਮਨ ਲਏ। ਕਰਨੀ ਨੂੰ, ਕਰੈਕਟਰ ਨੂੰ, ਆਚਰਣ ਨੂੰ ਆਪਣੇ ਮਨ ਦੀ ਵਹੁਟੀ ਬਣਾ ਲਾ, ਮਨ ਦੀ ਇਸਤਰੀ ਬਣਾ ਲਾ, ਮਨ ਦੀ ਪਤਨੀ ਬਣਾ ਲਾ। ਸਾਹਾ ਸੰਜੋਗ, ਸਾਹਾ ਸੋਧਿਆ ਹੁੰਦਾ ਨਾ, ਜਦੋਂ ਆਪਾਂ ਸਾਹਾ ਸੋਧ ਲਈ ਵੀ ਇਸ ਦਿਨ ਆਪਣੇ ਪੁੱਤਰ ਧੀ ਦਾ ਆਨੰਦ ਕਾਰਜ ਕਰਨਾ, ਤੁਸੀਂ ਵੇਖਿਆ ਨਾ, ਆਪਾਂ ਉਹ ਸਮਾਂ ਟਾਲਦੇ ਨਹੀਂ ਹੈਗੇ। ਕਿਉਂ? ਕਿਤੇ ਸਾਹਾ ਸੋਧਿਆ ਗਿਆ। ਹੁਣ ਭਾਈ ਆਪਾਂ ਦਿਨ ਮੁਕਰਰ ਕਰ ਲਿਆ। ਘਰ 'ਚ ਕਿਸੇ ਦੀ ਡੈਥ ਵੀ ਹੋ ਜਾਏ ਨਾ, ਸੰਸਕਾਰ ਕਰਕੇ ਵੀ ਭਾਵੇਂ 2 ਜਾਣੇ ਜਾ ਕੇ ਵਿਆਹ ਲਿਆਉਣ, ਕਹਿੰਦੇ ਸਾਹਾ ਟਾਲਣਾ ਨਹੀਂ ਆਪਾਂ, ਜਦੋਂ ਸਾਹਾ ਸੋਧਿਆ ਜਾਂਦਾ। ਇੱਥੇ ਸਾਹਾ ਕੀ ਹੈ? ਸਾਹਾ ਸੰਜੋਗ। ਜਿਵੇਂ ਤੂੰ ਸੋਧਿਆ ਹੋਇਆ ਟਾਈਮ, ਜਿਹੜਾ ਦਿਨ ਮੁਕਰਰ ਕੀਤਾ ਵਿਆਹ ਦਾ, ਤੂੰ ਟਾਲਦਾ ਨਹੀਂ, ਭਾਵੇਂ ਲਾੜੇ ਦੇ ਪਿਤਾ ਦੀ ਡੈਥ ਵੀ ਕਿਉਂ ਨਾ ਹੋ ਜਾਏ। ਕਹਿੰਦੇ ਕੋਈ ਗੱਲ ਨਹੀਂ, ਸੰਸਕਾਰ ਕਰਕੇ 2 ਜਾਣੇ ਜਾ ਕੇ ਵਿਆਹ ਲਿਆਓ, 4 ਜਾਣੇ। ਪਾਤਸ਼ਾਹ ਕਹਿੰਦੇ ਇੱਦਾਂ ਹੀ ਗੁਰੂ ਦੀ ਵਿਚਾਰ ਵਾਲੇ ਸਮੇਂ ਨੂੰ ਖੁੰਝਾ ਨਾ। ਇੱਥੇ ਬਹਾਨੇ ਲੱਭਦਾ ਨਹੀਂ, ਅੱਜ ਜਾਇਆ ਨਹੀਂ ਜਾਣਾ, ਅੱਜ ਲੱਤ ਦੁਖਦੀ ਆ, ਅੱਜ ਬਾਂਹ ਦੁਖਦੀ ਆ, ਅੱਜ ਮੇਰੇ ਕੋਲ ਟਾਈਮ ਹੈ ਨਹੀਂ, ਅੱਜ ਮੈਨੂੰ ਆਹ ਪ੍ਰੋਬਲਮ ਹੈ, ਅੱਜ ਮੈਂ ਉੱਥੇ ਜਾਣਾ। ਇਮਾਨਦਾਰੀ ਨਾਲ ਸੋਚਿਓ, ਬੰਦਾ ਗੁਰਦੁਆਰੇ ਆਉਣ ਲੱਗਿਆਂ, ਬਾਣੀ ਪੜ੍ਹਨ ਲੱਗਿਆਂ ਸੈਂਕੜੇ ਬਹਾਨੇ ਨੇ ਮਨੁੱਖ ਦੇ ਕੋਲ। ਐਵੇਂ ਥੋੜ੍ਹਾ ਆਖਿਆ ਸੀ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। बुरे काम को ऊट खलोया, नाम की बेड़ा पै पै सोया।
बुरे ਕੰਮਾਂ ਲਈ ਤੇ ਬੰਦੇ ਵਿੱਚ ਜਿੰਨੀ એનર્ਜੀ ਹੈ ਨਾ ਉਨੀ ਕਿਸੇ 'ਚ ਹੈ ਹੀ ਨਹੀਂ। ਇਹ ਤਾਂ ਅੱਖੀਂ ਵੇਖਣ ਰੱਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸ ਹੈ। ਰੱਜ ਨਾ ਕੋਈ ਜੀਵਿਆ। ਤੁਸੀਂ ਕਿਸੇ ਬੰਦੇ ਕੋਲ ਵੀ ਚਲੇ ਜਾਓ, ਉਹਨੂੰ ਪੁੱਛੋ ਰੱਜ ਕੇ ਸੰਤੁਸ਼ਟ ਹੋ ਗਿਆ? ਰੱਜ ਨਾ ਕੋਈ ਜੀਵਿਆ, ਤੂੰ ਐਂ ਰੱਜ ਕੇ ਜੀ ਲਿਆ? ਕਹਿੰਦਾ ਨਾ ਨਾ, ਅਜੇ ਤੇ ਪੜਪੋਤਰੇ ਦਾ ਵਿਆਹ ਵੇਖਣਾ, ਅਜੇ ਤੇ ਮੈਂ ਦੋਤੀਆਂ ਦੇ ਆਨੰਦ ਕਾਰਜ ਵੇਖਣੇ। ਰੱਜ ਨਾ ਕੋਈ ਜੀਵਿਆ। ਕੋਈ ਐਨ ਕਵੇ ਕਿ ਮੈਂ ਸੰਤੁਸ਼ਟ ਹੋਣਾ, ਨਹੀਂ, ਫਿਰ ਵੀ ਕਿਤੇ ਨਾ ਕਿਤੇ ਕੋਈ ਕਮੀ ਲੱਗ ਰਹੀ ਹੈ ਵੀ ਆਹ ਚੀਜ਼ ਰਹਿ ਗਈ ਹੈ ਮੇਰੇ ਕੋਲ, ਹੋਰ ਪ੍ਰਾਪਤ ਹੋ ਜਾਏ ਹੋਰ। ਪਾਤਸ਼ਾਹ ਕਹਿੰਦੇ, ਮੈਂ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਦਿੱਤੀ ਹੈ ਡਾਕਟਰ ਸੁਹੇਮਾਨ ਸਿੰਘ ਦੀ। ਇੱਕ ਬੰਦਾ ਡਾਕਟਰ ਬਣਨਾ ਚਾਹੁੰਦਾ ਵੀ 4 ਪੈਸੇ ਆਉਣ, ਉਹ ਬੰਦਾ ਹੁਣ ਉੱਥੋਂ ਦਾ ਰਹਿਣ ਸਹਿਣ ਤੇ ਇੱਥੋਂ ਦੇ ਰਹਿਣ ਸਹਿਣ ਜ਼ਮੀਨ ਸਮਾਨ ਦਾ ਫਰਕ ਹੈ। ਇੱਥੇ ਉਹ ਲਾਣੀ ਮੰਜੀ ਤੇ ਰਾਤ ਨੂੰ ਸੌਂਦਾ ਹੈ, ਕੂਲਰ ਲੱਗਾ ਹੁੰਦਾ, ਉੱਦਾਂ ਹੀ ਆਮ ਹੀ ਨੌਜਵਾਨਾਂ ਦੇ ਵਿੱਚ ਹੀ ਰਾਤ ਨੂੰ ਲੰਮੇ ਪਿਆ ਹੁੰਦਾ, ਕੋਈ ਜੱਜਮੈਂਟ ਵੀ ਨਹੀਂ ਕਰ ਸਕਦਾ। ਉੱਥੇ ਇੱਕ ਦਿਨ ਬੈਠੇ ਗੱਲਾਂ ਕਰਨ, ਇੱਕ ਬਜ਼ੁਰਗ ਆਇਆ, ਕਹਿੰਦੇ ਜੀ ਪਤਾ ਲੱਗਾ ਇੱਥੇ ਅਮਰੀਕਾ ਤੋਂ ਕੋਈ ਡਾਕਟਰ ਆਇਆ, ਉਹਨੂੰ ਹੀ ਜਾ ਕੇ ਪੁੱਛੀ ਜਾਣ। ਉਹਨੇ ਪਰਨਾ ਬੱਧਾ ਸੀ ਇੱਦਾਂ। ਕਹਿੰਦੇ ਅੱਛਾ ਬਾਪੂ ਜੀ, ਕਹਿੰਦੇ ਕੀ ਆਂਦੇ, ਬੜਾ ਸੁਣਿਆ ਵੀ ਡਾਕਟਰ ਵਸੀ, ਪਤਾ ਤਾਂ ਲੱਗੇ ਕਿਹੜਾ ਡਾਕਟਰ ਹੈ। ਹੁਣ ਜੇ ਤੇ ਇੱਦਾਂ ਹੀ, ਹੁਣ ਕਿਉਂਕਿ ਉਹ ਆਮ ਬੰਦਿਆਂ ਵਾਂਗੂ ਵਿੱਚ ਤੁਰਿਆ ਫਿਰਦਾ, ਜਿਵੇਂ ਹੁਣ ਸੇਮ ਉਹ ਕਹਾਣੀ ਵਾਪਰ ਗਈ ਨਾ। ਜਿਵੇਂ ਹੁਣ ਤੁਸੀਂ ਕਿਸੇ ਡੇਰੇ ਜਾਣਾ ਹੋਵੇ, ਐਸਾ ਹੋ ਸਕਦਾ ਤੁਸੀਂ ਜਾ ਕੇ ਬਾਬੇ ਨੂੰ ਪੁੱਛੋ, ਬਾਬੇ ਨੂੰ ਮਿਲਣਾ ਹੈ, ਉੱਥੇ ਪਹਿਲੇ ਪਤਾ ਲੱਗ ਜਾਣਾ ਵੀ ਜਦੋਂ ਇੱਦਾਂ ਏਸੀ 'ਚ ਪੱਖੀ ਝੱਲਣ ਡਿਆ ਹੋਏ ਉਹਨੂੰ, ਇੱਦਾਂ ਲਾਗੇ ਗੜਵਾ ਫੜ ਕੇ ਖਲੋਤਾ ਹੋਇਆ, ਇੱਕ ਤੌਲੀਆ ਫੜ ਕੇ ਖਲੋਤਾ ਹੋਇਆ, 2 ਬਾਰ ਸੇਵਾਦਾਰ ਖਲੋਤੇ ਹੋਏ, ਉਹ ਟਾਈਮ ਲੈ ਕੇ ਦੇਣਗੇ ਵੀ ਇੱਕ ਪਰਿਵਾਰ ਜੇ ਬਾਬਾ ਜੀ ਨੂੰ ਮਿਲ ਰਿਹਾ, ਤੁਹਾਡਾ ਟਾਈਮ 10-15 ਮਿੰਟ ਬਾਅਦ 'ਚ ਆਉਣਾ। ਜਿਵੇਂ ਮਰੀਜ਼ ਨਹੀਂ ਚੈੱਕ ਕਰਦੇ ਡਾਕਟਰ ਵੀ ਚਲੋ ਹੁਣ ਤੁਹਾਡੀ ਵਾਰੀ, ਹੁਣ ਤੁਹਾਡੀ ਵਾਰੀ, ਤੁਸੀਂ ਸੇਬ ਕੇਲੇ ਚੜ੍ਹਾਤੇ, ਹੁਣ ਤੁਹਾਡੀ ਵਾਰੀ, ਤੁਸੀਂ ਪ੍ਰਸ਼ਾਦ ਚੜ੍ਹਾਤਾ, ਹੁਣ ਬੋਲੋ ਅੱਗੇ ਤੁਹਾਡੀ ਵਾਰੀ, ਬਚ ਜਾਓ। ਅਸੀਂ ਬਾਰ-ਬਾਰ ਕਹਿੰਦੇ ਹਾਂ ਵੀ ਗੁਰੂ ਦੇ ਬਰਾਬਰ ਕੋਈ ਨਹੀਂ, ਅਸੀਂ ਤਾਂ ਗੁਰੂ ਦੇ ਬਰਾਬਰ ਕਈ ਕੁਝ ਖੜਾ ਕਰ ਲਿਆ। ਅਸੀਂ ਹੁਣ ਗੁਰਦੁਆਰੇ ਆਏ ਹਾਂ, ਸਭ ਤੋਂ ਪਹਿਲਾਂ ਕੀ ਕੀਤਾ? ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕੀਤੀ ਹੈ। ਇਹ ਬਰਾਬਰਤਾ ਦਾ ਹੱਕ ਅਸੀਂ ਬੰਦਿਆਂ ਨੂੰ ਨਹੀਂ ਦਿੱਤਾ, ਦੱਸ ਦਿਓ ਨਹੀਂ ਦਿੱਤਾ। ਅੱਜ ਦੇਹਧਾਰੀ ਬਾਬਿਆਂ ਗਾੜੀ ਮੱਥੇ ਨਹੀਂ ਟੇਕੇ ਜਾ ਰਹੇ, ਇੱਥੇ ਲਿਆ ਕੇ ਤੁਸੀਂ ਬਰਾਬਰ ਕਰਤਾ। ਗੁਰੂ ਗ੍ਰੰਥ ਸਾਹਿਬ ਨੂੰ ਵੀ ਮੱਥਾ ਟੇਕਦੇ ਆ ਤੇ ਦੇਹਧਾਰੀ ਬਾਬੇ ਨੂੰ ਵੀ ਮੱਥਾ ਟੇਕਦੇ ਆ। ਸਗੋਂ ਗੁਰੂ ਗ੍ਰੰਥ ਸਾਹਿਬ ਦੇ ਗਾੜੀ ਭਾਵੇਂ ਗੁਰੂ ਗ੍ਰੰਥ ਸਾਹਿਬ ਨੂੰ ਇਸ ਪੈਸੇ ਦੀ ਲੋੜ ਨਹੀਂ, ਇਹਦਾ ਗੋਲਕ 'ਚ ਪੈਸਾ ਪੈਣਾ ਹੈ, ਇਹ ਪੱਖਿਆਂ ਦੇ ਬਿੱਲ ਹੈ, ਲਾਈਟਾਂ ਦੇ ਬਿੱਲ ਹੈ, ਲੰਗਰ ਬਣਨੇ ਨੇ, ਆ ਜੋ ਖਰਚੇ ਹੁੰਦੇ ਨੇ ਗੁਰਦੁਆਰਿਆਂ ਦੇ, ਉਹਨਾਂ ਦੇ ਖਰਚਿਆਂ 'ਤੇ ਪੈਸਾ ਆਉਂਦਾ। ਬਾਬੇ ਨੂੰ ਇਸ ਪੈਸੇ ਦੀ ਕੀ ਲੋੜ ਹੈ? ਪਰ ਫਿਰ ਵੀ ਅਸੀਂ ਜਦੋਂ ਘਰੋਂ ਤੁਰਦੇ ਹਾਂ ਇਹ ਸੋਚਦੇ ਨਾ ਮੈਂ ਮਹਾਰਾਜ ਗੜੀ ਮੱਥਾ ਟੇਕਣਾ, ਟੁੱਟਾ ਪੈਸਾ ਲੱਭਦੇ ਨੇ। ਪਰ ਜਦੋਂ ਬਾਬੇ ਕੋਲ ਜਾਣਾ ਹੋਵੇ ਉਦੋਂ ਬੋਲ ਕੇ ਦੱਸਿਓ ਹੁਣ, ਉਦੋਂ ਕਿੱਥੋਂ ਸ਼ੁਰੂ ਹੁੰਦਾ? 100 500 ਅੱਗੇ ਬੋਲੋ 2000, ਫਿਰ ਨਿਆਣੇ ਨੂੰ ਇੱਦਾਂ ਕਰੀਏ ਮੱਥਾ ਟੇਕੀ, ਉੱਥੇ ਸੰਗ ਆਉਣੀ ਹੈ 10 ਰੁਪਏ 5 ਰੁਪਏ ਦੇਣ ਲੱਗਿਆ ਤੇ ਫਿਰ ਕਹੀ ਜਾਣਾ। ਜੇ ਬੱਚਾ ਤੁਹਾਨੂੰ ਪੁੱਛ ਲਵੇ ਵੱਡਾ ਕੌਣ ਦੋਵਾਂ 'ਚੋਂ, ਗੁਰੂ ਗ੍ਰੰਥ ਸਾਹਿਬ ਤੇ ਬਾਬਾ, ਅਸੀਂ ਕਹਿਣਾ ਭਲਾ ਵੱਡਾ ਤੇ ਗੁਰੂ ਗ੍ਰੰਥ ਸਾਹਿਬ ਹੀ ਆ, ਬਾਬਾ ਤੇ ਛੋਟਾ ਹੈ। ਹੁਣ ਇੱਕ ਡਾਕਟਰ ਹੈ, ਉਹ 50 ਰੁਪਏ ਫੀਸ ਲੈਂਦਾ। ਮੈਂ ਐਗਜ਼ਾਮਪਲ ਪਿੰਡਾਂ ਦੀ ਦਿੰਦਾ ਹੁੰਦਾ, ਇੱਕ ਪਿੰਡ 'ਚ ਵੀ ਡਾਕਟਰ ਹੁੰਦਾ ਹੈ ਨਾ, ਉਹ ਦਵਾਈ ਦੇ ਦੇਵੇ, ਇੰਜੈਕਸ਼ਨ ਵੀ ਲਾ ਦੇਵੇ, 3 ਖੁਰਾਕਾਂ ਵੀ ਦੇ ਦੇ ਤੇ 50 ਰੁਪਏ ਲੈਂਦਾ। ਇੱਕ ਸ਼ਹਿਰ 'ਚ ਡਾਕਟਰ ਹੈ, ਉਹ ਮਿਲਦਾ ਹੀ 200 ਫੀਸ ਲੈਂਦਾ। ਅਤੇ ਜਦੋਂ ਪੁੱਛਿਆ ਜਾਂਦਾ ਵੀ ਡਾਕਟਰ ਇਹ ਵੀ ਡਾਕਟਰ ਉਹ ਵੀ ਡਾਕਟਰ, ਜਿਹੜੇ ਡਾਕਟਰ ਦੀ ਫੀਸ ਵੱਡੀ ਉਸ ਡਾਕਟਰ ਵੱਡਾ, ਜਿਹਦੀ ਫੀਸ ਘੱਟ ਉਹ ਡਾਕਟਰ। ਅਤੇ ਇੱਧਰ ਜਿਹਦੇ ਗਾੜੀ 1000 ਮੱਥਾ ਉਹ ਬਾਬਾ ਵੱਡਾ। ਗੁਰੂ ਗ੍ਰੰਥ ਸਾਹਿਬ ਅੱਗੇ 5 ਰੁਪਏ 10 ਰੁਪਏ, ਹੱਦ ਕੋਈ 100 ਰੁਪਈਆ, ਇਹ ਬਾਬਾ ਬੋਲ ਕੇ ਦੱਸੋ ਹੁਣ ਜੀ ਛੋਟਾ। ਅਤੇ ਕਈ ਜਣਾ ਅਸੀਂ ਤਾਂ ਮਹਾਰਾਜ ਦਾ ਸਤਿਕਾਰ ਕਰਦੇ ਹਾਂ। ਪੁੱਤ ਵਿਆਹੁਣਾ ਤਾਂ ਬਾਬੇ ਨੂੰ ਪੁੱਛਣਾ, ਧੀ ਵਿਆਹੁਣੀ ਤਾਂ ਬਾਬੇ ਨੂੰ ਪੁੱਛਣਾ, ਗੱਡੀ ਲੈਣੀ ਤਾਂ ਬਾਬੇ ਨੂੰ ਪੁੱਛਣਾ, ਬੋਰ ਕਰਾਉਣਾ ਤਾਂ ਬਾਬੇ ਨੂੰ ਪੁੱਛਣਾ, ਘਰ 'ਚ ਪ੍ਰਵੇਸ਼ ਕਰਨਾ। ਅੱਜ ਤਾਂ ਫੈਮਿਲੀ ਬਾਬੇ ਬਣਾ ਲਏ ਲੋਕਾਂ ਨੇ ਆਪਣੇ, ਫੈਮਿਲੀ। ਜਿਵੇਂ ਫੈਮਿਲੀ ਡਾਕਟਰ ਨਹੀਂ ਹੁੰਦਾ, ਐਡਵੋਕੇਟ ਆਪਣਾ ਹੁੰਦਾ ਵੀ ਉਹਨੂੰ ਪੱਕਾ ਹੀ ਮਹੀਨੇ ਦੀ ਦੇਈ ਜਾਣੀ ਹੈ, ਜਦੋਂ ਕੇਸ ਪੈ ਗਿਆ ਤੁਸੀਂ ਨਜਿੱਠਣਾ। ਜਿਵੇਂ ਕੰਪਨੀਆਂ ਹਾਇਰ ਕਰ ਲੈਂਦੀਆਂ ਨੇ, ਇੱਦਾਂ ਅਸੀਂ ਇੱਦਾਂ ਅਟੈਚਮੈਂਟ। ਕਾਸ਼ ਕਿਤੇ ਅਸੀਂ ਆਪਣਾ ਫੈਮਿਲੀ ਗੁਰੂ ਬਣਾਇਆ ਹੁੰਦਾ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਫੈਮਿਲੀ ਮੈਂਬਰ ਬਣਾਇਆ ਹੁੰਦਾ ਵੀ ਬਾਬਾ ਤੇਰੇ ਤੋਂ ਬਿਨਾਂ ਮੈਂ ਕਿਸੇ ਨਾਲ ਮਸ਼ਵਰਾ ਨਹੀਂ ਕਰਨਾ, ਤੇਰੇ ਬਿਨਾਂ ਮੇਰਾ ਕੋਈ ਨਹੀਂ, ਮੈਂ ਆਪਣਾ ਦੁੱਖ ਤਕਲੀਫ ਸੁੱਖ ਦੁੱਖ ਤੇਰੇ ਨਾਲ ਸ਼ੇਅਰ ਕਰੂੰ। ਆਣ ਕੇ ਦੁਨਿਆਵੀ ਬਾਬੇ ਕੋਲ 200 ਕਿਲੋਮੀਟਰ ਤੁਰ ਕੇ ਜਾਵਾਂਗਾ, ਹੋ ਸਕਦਾ ਉਹਦੇ ਸੇਵਾਦਾਰ ਕਹਿਣ ਬਾਬਾ ਜੀ ਰੈਸਟ ਕਰ ਰਹੇ ਆ, ਹੋ ਸਕਦਾ ਕਿਉਂ ਕਹਿਣ ਬਾਬਾ ਜੀ ਕਿਤੇ ਗਏ ਨੇ,
पर इत्थे रात ਨੂੰ 2 ਵਜੇ ਵੀ ਰਮਾਲਾ ਚੁੱਕੇਗਾ 35 ਦੇ 35 ਮਹਾਂਪੁਰਖ ਤੇਰੇ ਨਾਲ ਗੱਲਾਂ ਕਰਨ ਨੂੰ ਤਿਆਰ ਬੈਠੇ ਨੇ, ਤਿਆਰ। ਕੋਈ ਇੱਥੇ ਬਹਾਨਾ ਨਹੀਂ, ਕੋਈ ਅਕੇਵਾਂ ਨਹੀਂ, ਕੋਈ ਥਕੇਵਾਂ ਨਹੀਂ। ਪਰ ਇੱਕ ਬੇਨਤੀ ਸੁਣਿਓ, ਇੱਧਰ ਬਾਬੇ ਨਾਲ ਗੱਲਾਂ ਕਰਨ ਵਾਸਤੇ ਬਾਬੇ ਵਾਲੀ ਲੈਂਗੁਏਜ ਆਉਣੀ ਚਾਹੀਦੀ ਹੈ। ਜਿਵੇਂ ਚੈਨਲ ਲਾਇਆ ਹੋਵੇ ਤੁਸੀਂ ਕਿਸੇ ਹੋਰ ਲੈਂਗੁਏਜ ਦਾ, ਤੇ ਤੁਹਾਨੂੰ ਉਹ ਭਾਸ਼ਾ ਆਉਂਦੀ ਨਾ ਹੋਵੇ, ਤੁਹਾਡੇ ਵਾਸਤੇ ਤਾਂ ਟੀਵੀ ਖਰਾਬ ਹੀ ਹੈ। ਜਦੋਂ ਮੈਨੂੰ ਉਹ ਭਾਸ਼ਾ ਹੀ ਨਹੀਂ ਆਉਂਦੀ, ਮੇਰੇ ਵਾਸਤੇ ਤਾਂ ਕੁਝ ਵੀ ਨਹੀਂ ਚੱਲ ਰਿਹਾ। ਜਿਹੜੀ ਮੈਨੂੰ ਭਾਸ਼ਾ ਆਉਂਦੀ ਹੈ ਉਹ ਮੈਂ 10 ਮਿੰਟ, ਅੱਧਾ ਘੰਟਾ, 2 ਘੰਟੇ ਵੀ ਚੈਨਲ ਵੇਖ ਸਕਦਾ। ਸੇਮ ਇੱਦਾਂ ਹੀ ਹੈ। ਗੁਰੂ ਵਾਲੀ ਭਾਸ਼ਾ, ਗੁਰੂ ਵਾਲੀ ਬੋਲੀ, ਗੁਰੂ ਵਾਲੇ ਵਿਚਾਰ ਸਿੱਖ ਲਈਏ। ਬਾਕੀ ਵੀ ਬੜਾ ਕੁਝ ਸਿੱਖ ਲਿਆ ਸੀ ਆਪਣੀ ਜ਼ਿੰਦਗੀ 'ਚ। ਜੇ ਅਸੀਂ ਰੋਜ਼ ਸਿੱਖਾਂਗੇ ਸਾਨੂੰ ਸਮਝ ਆ ਜਾਏਗੀ। ਪਾਤਸ਼ਾਹ ਇੱਥੇ ਕਹਿੰਦੇ ਕਰਨੀ ਕਾਮਣ ਕਰ ਮਨ ਲੈ ਸਾਹਾ ਸੰਜੋਗ। ਜਿਵੇਂ ਸੋਧਿਆ ਹੋਇਆ ਸਾਹਾ ਕਦੀ ਟਲਦਾ ਨਹੀਂ, ਤੂੰ ਆਪਣੇ ਗੁਰੂ ਦੀ ਵਿਚਾਰ ਵਾਲੇ ਸਮੇਂ ਨੂੰ ਕਦੀ ਟਾਲੇ ਨਾ। ਜਦੋਂ ਬੱਚਾ ਸਕੂਲ ਜਾਂਦਾ, ਐਗਜ਼ਾਮ ਦੇ ਦਿਨ ਹੋਣ, ਬਾਰਿਸ਼ ਵੀ ਹੋ ਰਹੀ ਹੁੰਦੀ, ਸਮਾਂ ਟਲਦਾ ਜੀ? ਬੋਲ ਕੇ ਦੱਸਿਓ। ਛੱਡ ਕੇ ਆਉਂਦੇ ਨਾ ਆਪਣੀ ਪ੍ਰਾਈਵੇਟ ਗੱਡੀ 'ਚ ਵੀ, ਭਾਵੇਂ ਰੋਜ਼ ਉਹ ਸਕੂਲ ਦੀ ਗੱਡੀ ਵੈਨ ਲੈਣ ਆਉਂਦੀ ਹੋਵੇ, ਆਪਾਂ ਕਹਿੰਦੇ ਨਾ ਐਗਜ਼ਾਮ ਆ, ਸਕੂਲ ਜਾਣਾ ਜ਼ਰੂਰੀ ਹੈ, ਨਹੀਂ ਸਮਾਂ ਟਲਦਾ। ਤੁਸੀਂ ਆਪਣੇ ਆਫਿਸ ਜਾਣਾ ਹੋਵੇ, ਤੁਹਾਡਾ ਜਾਣਾ ਬਹੁਤ ਜ਼ਰੂਰੀ ਹੋਵੇ, ਤੁਹਾਨੂੰ ਪਤਾ ਹੋਵੇ ਕਿ ਅੱਜ ਮੇਰੀ ਮੀਟਿੰਗ ਹੈ, ਜਿੰਨਾ ਮਰਜ਼ੀ ਮੀਂਹ ਆ ਜਾਏ, ਜਿੰਨੀ ਮਰਜ਼ੀ ਮੈਂ ਕਹਿੰਦਾ 101-2 ਫੀਵਰ ਵੀ ਹੋਏਗਾ, ਬੰਦਾ ਆਪਣੇ ਆਪ ਨਾਲ ਕਮਿਟਮੈਂਟ ਕਰੇਗਾ ਇਹ ਮੀਟਿੰਗ ਅਟੈਂਡ ਕਰਨੀ ਮੇਰੇ ਲਈ ਬਹੁਤ ਜ਼ਰੂਰੀ ਹੈ। ਰਾਤ ਨੂੰ ਰੈਸਟ ਕਰ ਲਵਾਂਗਾ, ਜਾਣਾ ਜ਼ਰੂਰੀ ਹੈ। ਜੇ ਤੂੰ ਉੱਥੇ ਆਪਣਾ ਸਮਾਂ ਖੁੰਝਾਉਂਦਾ ਨਹੀਂ, ਇੱਧਰ ਕਹਿੰਦਾ ਕੋਈ ਗੱਲ ਨਹੀਂ, ਚਲੇ ਗਏ ਤਾਂ ਠੀਕ ਹੈ, ਨਾ ਗਏ ਬੋਲੋ ਜੀ ਅੱਗੇ ਤਾਂ ਠੀਕ ਹੈ। ਸਾਹਾ ਸੰਜੋਗ, ਵਿਆਹ ਵਿਜੋਗ, ਵਿਆਹ ਸ਼ਬਦ ਹੈ ਇੱਥੇ, ਵਿਜੋਗ। ਬੁਰਾਈ ਨਾਲੋਂ ਨਾਤਾ ਤੋੜਨਾ, ਚੰਗਿਆਈ ਨਾਲ ਨਾਤਾ ਜੋੜਨਾ, ਵਿਸ਼ਿਆਂ ਵਕਾਰਾਂ ਨਾਲੋਂ ਨਾਤਾ ਤੋੜਨਾ ਤੇ ਗੁਣਾਂ ਨਾਲ ਨਾਤਾ ਜੋੜਨਾ। ਇਹ ਤੇਰਾ ਗੁਰੂ ਨਾਲ ਵਿਆਹ ਹੋਵੇ, ਰੱਬ ਨਾਲ ਵਿਆਹ ਹੋਵੇ, ਵਿਆਹ ਵਿਜੋਗ। ਇਹ 'ਚੋਂ ਫਿਰ ਔਲਾਦ ਪੈਦਾ ਹੋਏਗੀ, ਕਿਹੜੀ? ਸੱਚ ਸੰਤਤ, ਸੱਚ ਦੀ ਔਲਾਦ ਪੈਦਾ ਹੋਏਗੀ। ਕਹੋ ਨਾਨਕ ਜੋਗ, ਹੇ ਨਾਨਕ ਇਹ ਜੋਗ ਹੈ, ਇਹ ਹੈ ਮਿਲਾਪ। ਅੱਜ ਸੱਚ ਹੈ ਇਨਸਾਨ ਕੋਲ? ਸੱਚ ਹੈ ਨਹੀਂ, ਸੱਚ ਦਾ ਤੇ ਕਾਲ ਪੈ ਗਿਆ। ਸੱਚ ਕਾਲ ਕੂੜ ਵਰਤਿਆ। ਅੱਗੇ ਜੀ, ਕਲ ਕਾਲਕ ਬੇਤਾਲ, ਬੀਓ ਬੀਜ ਪੱਤ ਲੈ ਗਏ। ਅੱਗੇ ਅਬ ਕਿਉਂ ਉਗਵੇ ਦਾਲ, ਦਾਲ ਥੋੜਾ ਉਗਦੀ ਹੈ, ਸਾਬਤ ਚਣਾ ਉਗਦਾ ਹੈ। ਬਾਬਾ ਜੀ ਕਹਿੰਦੇ ਤੂੰ ਦਾਲ ਉਗਾ ਕੇ ਵਿਖਾ ਦੇ, ਸਾਬਤ ਚਣਾ ਉਗੇਗਾ। ਦਾਲ ਦੇ ਤੇ ਚਣੇ ਦੇ 2 ਟੋਟੇ ਹੋ ਗਏ, ਦਾਲ ਬਣ ਗਈ। ਤੇਰੇ ਵੀ ਤੇ ਮਨ ਦੇ 2 ਟੋਟੇ ਹੋਏ ਨੇ। ਬੰਦੇ ਦਾ ਐਕਸੀਡੈਂਟ ਕਦੋਂ ਹੁੰਦਾ? ਜਦੋਂ ਡਬਲ ਮਾਈਂਡਡ ਹੁੰਦਾ, ਰੋਡ ਪਾਰ ਕਰਨ ਲੱਗਿਆ। ਤਾਂ ਹੀ ਤੁਸੀਂ ਕਹਿੰਦੇ ਨਾ ਭੱਜ ਕੇ ਕਦੀ ਰੋਡ ਕ੍ਰਾਸ ਨਾ ਕਰੋ। ਇਹ ਨਾ ਹੋਵੇ ਡਰਾਈਵਰ ਡਿਸੀਜਨ ਨਾ ਲੈ ਪਾਵੇ, ਖਲੋ ਜੋ ਜਾਂ 'ਤੇ ਉਹ ਡਿਸੀਜਨ ਲੈ ਪਾਏ, ਹੋਦਾ ਗੱਡੀ ਰੋਕ ਲਵੇ। ਬਹੁਤੇ ਬੰਦੇ ਥੱਲੇ ਹੀ ਤਾਂ ਆਉਂਦੇ ਨੇ, ਉਹ ਭੱਜ ਕੇ, ਜਿਹੜਾ ਬੰਦਾ ਗੱਡੀ ਲੈ ਕੇ ਆ ਰਿਹਾ ਉਹ ਆਪਣਾ ਬ੍ਰੇਨ ਹੀ ਨਹੀਂ ਸੈੱਟ ਕਰ ਪਾਉਂਦਾ। ਡਬਲ ਮਾਈਂਡਡ, ਦੁਚਿੱਤਾਪਨ, ਦੁਬਿਧਾ ਜਿਹੜੀ ਹੈ। ਅੱਜ ਸਾਡੀ ਜ਼ਿੰਦਗੀ ਦੇ ਵੀ ਐਕਸੀਡੈਂਟ ਤਾਂ ਹੀ ਹੋ ਰਹੇ ਨੇ। ਤੁਸੀਂ ਕੋਈ ਕਾਰੋਬਾਰ ਸ਼ੁਰੂ ਕਰਨਾ, ਤੁਸੀਂ ਡਬਲ ਮਾਈਂਡਡ ਹੋ ਜਾਓ, ਨਹੀਂ ਸੈੱਟ ਬੈਠੇਗਾ। ਤੁਸੀਂ ਆਪਣੇ ਕੋਈ ਬੱਚਾ ਐਗਜ਼ਾਮ ਦੇ ਵੇਲੇ ਜਾਂ ਉਹ ਸਟੱਡੀ ਵੇਲੇ ਡਬਲ ਮਾਈਂਡਡ ਹੋ ਜਾਏ, ਮੈਂ ਕਿਹੜਾ ਸਬਜੈਕਟ ਚੁਣਾ, ਮੈਂ ਕਿਹੜੀ ਲਾਈਨ ਚੁਣਾ, ਆਪਾਂ ਪੁੱਛ ਲੈਂਦੇ ਨਾ, ਪੁੱਤਰ ਇੱਕ ਵਿਸ਼ੇ 'ਤੇ ਕੇਂਦਰਿਤ ਹੋ ਜਾ। ਜੇ ਜ਼ਿੰਦਗੀ 'ਚ ਕਾਮਯਾਬ ਹੋਣਾ ਚਾਹੁੰਦਾ ਤਾਂ ਇੱਕ ਵਿਸ਼ੇ 'ਤੇ ਕੇਂਦਰਿਤ ਹੋ ਜਾ, ਤਾਂ ਕਿ ਤੈਨੂੰ ਸਫਲਤਾ ਤੇਰੇ ਕਦਮ ਚੁੰਮੇਗੀ। ਜਿਹੜੇ ਬੰਦੇ ਫੋਕਸ ਹੋ ਜਾਂਦੇ ਨੇ, ਇੱਕ ਦਿਨ ਕਾਮਯਾਬੀ ਉਹਨਾਂ ਦੇ ਕਦਮ ਚੁੰਮਦੀ ਹੈ। ਜਿਹੜੇ ਫੋਕਸ ਨਹੀਂ ਹੋ ਪਾਉਂਦੇ, ਕਦੀ ਉਹ ਕਰ ਲਿਆ, ਕਦੀ ਉਹ ਕਰ ਲਿਆ, ਤਿਲਕਣਬਾਜ਼ੀ ਵਿੱਚ ਹੀ ਤੁਰੇ ਫਿਰਦੇ ਆ, ਉਹ ਜ਼ਿੰਦਗੀ 'ਚ ਕਦੀ ਕਾਮਯਾਬ ਨਹੀਂ ਹੋ ਸਕਦੇ। ਤਾਂ ਪਾਤਸ਼ਾਹ ਇੱਥੇ ਜਿਹੜੀ ਗੱਲ ਕਰਦੇ ਨੇ, ਕਹਿੰਦੇ ਨੇ ਗੁਰ ਸਮਾਨ ਤੀਰਥ ਨਹੀਂ ਕੋਏ, ਗੁਰੂ ਵਰਗਾ ਕੋਈ ਤੀਰਥ ਸਥਾਨ ਨਹੀਂ। ਸਰ ਸੰਤੋਖ ਤਾਸ ਗੁਰ ਹੋਏ। ਕਿੱਦਾਂ? ਅੰਮ੍ਰਿਤ ਨੀਰ, ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਨੀਰ ਹੈ, ਜਲ ਹੈ। ਗਿਆਨ ਮਨ ਮੱਜਨ, ਤੇ ਗੁਰੂ ਵੱਲੋਂ ਮਿਲਿਆ ਹੋਇਆ ਸੁਚੱਜਾ ਗਿਆਨ, ਇਹ ਸਾਡੇ ਮਨ ਦਾ ਇਸ਼ਨਾਨ ਹੈ। ਆਪਾਂ ਨੂੰ ਗੁਰੂ ਦੀਆਂ ਸਿੱਖਿਆਵਾਂ ਵਿਚਾਰ ਰਹੇ ਹਾਂ, ਸਾਡਾ ਮਨ ਗੁਰੂ ਇਸ ਨਾਮ ਜਲ ਵਿੱਚ ਇਸ਼ਨਾਨ ਕਰ ਰਿਹਾ ਹੈ, ਚੁੱਭੀਆਂ ਲਾ ਰਿਹਾ। ਜਿਵੇਂ ਬੰਦਾ ਸਾਰੇ ਦਿਨ ਦਾ ਥੱਕਿਆ ਟੁੱਟਿਆ ਘਰ ਆਵੇ, ਜਦੋਂ ਸ਼ਾਮ ਨੂੰ ਇਸ਼ਨਾਨ ਕਰਦਾ ਐ ਫਰੈਸ਼ ਹੋ ਜਾਂਦਾ ਨਾ, ਐ ਥਕੇਵਾਂ ਲੈ ਜਾਂਦਾ ਨਾ, ਨੀਂਦ ਵਧੀਆ ਆਏਗੀ ਮੈਨੂੰ। ਇੱਦਾਂ ਹੀ ਸਾਡੇ ਮਨ ਨੇ ਜਦੋਂ ਗੁਰੂ ਗਿਆਨ ਵਿੱਚ ਇਸ਼ਨਾਨ ਕੀਤਾ, ਸਾਡੇ ਮਨ ਦਾ ਥਕੇਵਾਂ ਅਕੇਵਾਂ ਲਵੇਗਾ।
ਜਦੋਂ ਚੰਗੀਆਂ ਗੱਲਾਂ ਮੈਂ ਸੁਣਾਂਗਾ ਮੇਰਾ ਮਨ ਜਿਹੜਾ ਉਹ ਸ਼ਾਂਤ ਹੋਏਗਾ। ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਜਿਹੜਾ ਅੰਦਰ ਕੜਾਇਆ ਤਪ ਰਿਹਾ ਸੀ ਉਹ ਠੰਡਾ ਹੋ ਗਿਆ ਜਦੋਂ ਮੈਂ ਆਪਣੇ ਗੁਰੂ ਕੋਲੋਂ ਚੰਗੀਆਂ ਵਿਚਾਰਾਂ ਸੁਣੀਆਂ। ਅੰਮ੍ਰਿਤ ਨੀਰ ਗਿਆਨ ਮਨ ਮੱਜਨ। ਪਰਮੇਸ਼ਰ ਦਾ ਨਾਮ ਜਲ ਨੀਰ ਹੈ ਤੇ ਗੁਰੂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਜਿਹੜਾ ਗਿਆਨ ਹੈ, ਸੋਝੀ ਹੈ, ਉਹ ਮੇਰੇ ਮਨ ਦਾ ਇਸ਼ਨਾਨ ਹੈ। 68 ਤੀਰਥ ਸੰਗ ਗਏ। ਲੋਕ 68 ਤੀਰਥਾਂ ਤੋਂ ਤੁਰੇ ਫਿਰਦੇ ਆ। ਜਿਹੜੇ ਬੰਦੇ ਦਾ ਮਨ ਗੁਰੂ ਦੇ ਗਿਆਨ 'ਚ ਨਹਾਉਣ ਲੱਗ ਪਵੇ 68 ਤੀਰਥ ਉਹਦੇ ਨਾਲ ਨਾਲ ਰਹਿੰਦੇ ਨੇ। ਸਮਝ ਲਓ ਤੇ ਕੋਲ ਹੀ 68 ਤੀਰਥ ਨੇ, ਉਹਨੂੰ ਕਿਸੇ 68 ਤੀਰਥ 'ਤੇ ਵੱਖਰੇ ਜਾਣ ਦੀ ਲੋੜ ਹੈ ਹੀ ਨਹੀਂ। ਉਹ ਤੇ ਰੋਜ਼ ਹੀ ਇਸ਼ਨਾਨ ਕਰਦਾ। ਗੁਰ ਉਪਦੇਸ਼ ਜਵਾਹਰ ਮਾਣਕ। ਗੁਰੂ ਦਾ ਉਪਦੇਸ਼ ਕੀ ਹੈ ਜੀ? ਜਵਾਹਰ ਮਾਣਕ। ਗੁਰੂ ਦੀ ਸਿੱਖਿਆ ਜਵਾਹਰ ਮਾਣਕ ਹੈ। ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਇੱਕ ਵੀ ਸਿੱਖਿਆ ਉੱਤੇ ਅਮਲ ਕਰ ਲਵੇ ਨਾ ਬੰਦਾ, ਇੱਕ ਵੀ ਸਿੱਖਿਆ ਤੇ ਮੰਨ ਲਓ ਇੱਕ ਬੰਦਾ ਰੋਜ਼ 100 ਦਾ ਨਸ਼ਾ ਪੀਂਦਾ। ਧਿਆਨ ਨਾਲ ਸੁਣਿਓ ਹੁਣ, ਇੱਕ ਬੰਦਾ ਇੱਕ ਦਿਨ ਦਾ ਰੋਜ਼ 100 ਦਾ ਨਸ਼ਾ ਪੀਂਦਾ, ਮਹੀਨੇ ਦਾ ਕਿੰਨਾ ਹੋ ਗਿਆ? 3000। ਹੁਣ ਮੰਨ ਲਓ ਉਹ ਇੱਕ, ਮੈਂ ਐਗਜ਼ਾਮਪਲ ਦਿੰਦਾ, ਹੋ ਸਕਦਾ 200 ਦਾ ਪੀਂਦਾ ਹੋਵੇ, 300 ਦਾ ਪੀਂਦਾ ਹੋਵੇ, 400 ਦਾ ਨਸ਼ਾ ਕਰਦਾ ਹੋਵੇ। ਐਗਜ਼ਾਮਪਲ ਹੈ, 100 ਦਾ ਨਸ਼ਾ ਕਰਦਾ, 3000 ਹਰ ਮਹੀਨੇ ਉਹ ਆਪਣੇ ਪਰਿਵਾਰ ਦੇ ਉਹ ਸਾਰੇ ਖਰਚੇ 'ਚੋਂ ਕੱਢ ਕੇ ਆਪਣੇ ਨਸ਼ੇ 'ਤੇ ਲਾਉਂਦਾ ਜਾਂ ਆਪਣੀ ਕਿਸੇ ਵੀ ਬੁਰੀ ਆਦਤ 'ਤੇ ਲਾਉਂਦਾ। ਗੁਰੂ ਦੀ ਗੱਲ ਸੁਣੀ ਜਾਂ ਆਪੇ ਪੜ੍ਹੀ ਜਾਂ ਆਪੇ ਕਿਤੇ ਵਿਚਾਰੀ, ਕਿਤੇ ਗੱਲ ਕਲਿੱਕ ਕਰ ਗਈ, ਨਸ਼ਾ ਬੰਦ ਕਰ ਦਿੱਤਾ। ਗੁਰੂ ਦੀ ਗੱਲ ਸੁਣਨ ਤੋਂ ਪਹਿਲਾਂ 3000 ਦਾ ਹਰ ਮਹੀਨੇ ਕਰਜ਼ਾਈ ਹੁੰਦਾ ਸੀ। ਜਦੋਂ ਗੁਰੂ ਦੀ ਗੱਲ ਸੁਣੀ, ਅਮਲ 'ਚ ਲਿਆਂਦਾ ਉਸ ਵਿਚਾਰ ਨੂੰ, ਅੱਜ 3000 ਬਚਦਾ ਹੈ। ਅੱਜ 35-36 ਹਜ਼ਾਰ ਸਾਲ ਦਾ ਜਮ੍ਹਾਂ ਕਰ ਲੈਂਦਾ ਹੈ। ਅੱਗੇ 35-36 ਹਜ਼ਾਰ ਸਾਲ ਦਾ ਕਰਜ਼ਾ ਸਿਰ 'ਤੇ ਚੜ੍ਹਦਾ ਸੀ। ਬੱਚਿਆਂ ਕਰਕੇ ਨਹੀਂ, ਪੜ੍ਹਾਈ ਕਰਕੇ ਨਹੀਂ, ਪਤਨੀ ਮਾਂ ਕਰਕੇ ਨਹੀਂ, ਸਿਰਫ ਆਪਣੇ ਪੁੱਠੇ ਐਬ ਕਰਕੇ 35-36 ਹਜ਼ਾਰ ਦਾ ਕਰਜ਼ਾ ਚੜਾ ਲੈਂਦਾ ਸੀ। ਗੁਰੂ ਦੀ ਗੱਲ ਸੁਣ ਲਈ, ਗੁਰੂ ਦੀ ਵਿਚਾਰ ਘਰ ਕਰ ਗਈ ਤੇ ਅੱਜ 35-36 ਹਜ਼ਾਰ ਦਾ ਉਹਦੇ ਕੋਲ ਸਰਮਾਇਆ ਜਮ੍ਹਾਂ ਹੁੰਦਾ ਹੈ, ਸਿਰਫ ਇੱਕ ਮਾੜੀ ਆਦਤ ਛੱਡਣ ਕਰਕੇ। ਹੋਇਆ ਨਾ ਗੁਰੂ ਦੀ ਮੱਤ ਵਿੱਚ, ਗੁਰੂ ਦੀ ਸਿੱਖਿਆ ਵਿੱਚ ਕਿੰਨਾ ਤਕੜਾ ਅਸਰ ਹੈ। ਮੱਤ ਵਿੱਚ ਹੀ ਰਤਨ ਹੈ, ਜਵਾਹਰ ਹੈ, ਮਾਣਕ ਹੈ, ਪਰ ਹਰ ਇੱਕ ਨੂੰ ਇਹ ਵਰਤਣੇ ਨਹੀਂ ਆਉਂਦੇ। ਬੰਦੇ ਕੋਲ ਸਭ ਤੋਂ ਕੀਮਤੀ ਖਜ਼ਾਨਾ ਕੀ ਹੈ ਭਲਾ? ਜਿਹੜਾ ਗਰਦਨ ਤੋਂ ਉੱਪਰਲਾ ਹਿੱਸਾ ਹੈ, ਜਿਹਨੂੰ ਆਪਾਂ ਦਿਮਾਗ ਕਹਿੰਦੇ ਹਾਂ। ਕਦੀ ਕਦੀ ਨਾ ਹੈਰਾਨ ਹੋ ਜਾਈਦਾ ਆਪਣੇ ਸਤਿਗੁਰ ਦੀ ਬਾਣੀ 'ਤੇ। ਜਿੰਨਾ ਵੀ ਉਪਦੇਸ਼ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਆਹ ਗਰਦਨ ਤੋਂ ਉੱਪਰਲੇ ਹਿੱਸੇ ਇਹਦੇ ਲਈ ਆ। ਇਹਨੂੰ ਬਾਣੀ 'ਚ ਪਤਾ ਕੀ ਆਖਿਆ? ਗਗਨ। ਕੀ ਆਖਿਆ ਜੀ? ਗਗਨ। ਸਭ ਤੋਂ ਉੱਚਾ ਕੀ ਭਲਾ? ਗਗਨ, ਆਕਾਸ਼। ਤੇ ਸਾਡੀ ਬਾਡੀ 'ਚ ਸਭ ਤੋਂ ਉੱਚਾ ਕੀ ਭਲਾ? ਆਹ। ਜਿਹਦਾ ਆਹ ਨਾ ਕੰਮ ਕਰਦਾ ਹੋਵੇ, ਉਹਦੇ ਹੱਥ ਪੈਰ ਜਿੰਨੇ ਮਰਜ਼ੀ ਨਰੋਏ ਹੋਣ, ਆਪਾਂ ਕੀ ਨੇ ਪਾਗਲ ਹੈ। ਤੇ ਜਿਹਦਾ ਆਹ ਕੰਮ ਕਰਦਾ ਹੋਵੇ, ਬ੍ਰੇਨ ਕੰਮ ਕਰਦਾ ਹੋਵੇ, ਹੱਥ ਪੈਰ ਨਾ ਵੀ ਕੰਮ ਕਰਦੇ ਹੋਣ। ਵੇਖਿਆ ਸੀ ਨਾ ਇੱਕ ਆਸਟ੍ਰੇਲੀਆ 'ਚ ਇੱਕ ਲੜਕੀ ਪਾਇਲਟ ਬਣੀ ਸੀ, ਉਹਦਾ ਬ੍ਰੇਨ ਬਹੁਤ ਇੰਟੈਲੀਜੈਂਟ ਸੀ, ਹੱਥ ਪੈਰ ਨਹੀਂ, ਪਰ ਫਿਰ ਵੀ ਉਹ ਪਲੇਨ ਉਡਾਉਂਦੀ ਹੈ। ਹੁਣ ਕਈ ਤੁਸੀਂ ਵੇਖਿਆ ਬੰਦੇ ਇੱਥੋਂ ਬਹੁਤ ਇੰਟੈਲੀਜੈਂਟ ਹੁੰਦੇ ਨੇ, ਜੇ ਕਿਸੇ ਦਾ ਕੋਈ ਅੰਗ ਵੱਢਿਆ ਵੀ ਗਿਆ, ਪਰ ਆਹ ਬਹੁਤ ਤੇਜ਼ ਹੈ। ਇਸੇ ਕਰਕੇ ਬਾਣੀ 'ਚ ਆਖਿਆ ਸੀ ਗਗਨ ਨਗਰ ਇੱਕ ਬੂੰਦ ਨਾ ਬਰਖੈ। ਇਹਨੂੰ ਬਾਣੀ 'ਚ ਗਗਨ ਆਖਿਆ। ਹੁਣ ਇੱਕ ਵੀ ਮਾੜਾ ਖਿਆਲ ਨਹੀਂ ਆ ਰਿਹਾ। ਇਸੇ ਨੂੰ ਆਖਿਆ ਸੀ ਭਗਤ ਕਬੀਰ ਨੇ, ਗਗਨ ਦਮਾਮਾ ਬਾਜਿਓ ਪਰਿਓ। ਸਾਰੇ ਬੋਲੋ ਜੀ, ਪਰਿਓ। ਜਦੋਂ ਬੱਚੇ ਇੰਟੈਲੀਜੈਂਟ ਹੁੰਦੇ, ਕਿਸੇ ਮੁਕਾਮ 'ਤੇ ਪਹੁੰਚਦੇ ਆ, ਉਹਨਾਂ ਦੇ ਐਸ ਗਗਨ 'ਚ ਦਮਾਮਾ ਵੱਜਦਾ ਹੈ। ਜਿਹੜੇ ਅੱਜ ਖਿਡਾਰੀ ਵੀ ਕੋਈ ਬੱਚਾ ਪਹੁੰਚਿਆ, ਟੌਪ 'ਤੇ ਪਹੁੰਚਿਆ, ਕੋਈ ਮੈਡਲ ਜਿੱਤ ਕੇ ਲਿਆਇਆ ਹੈ, ਉਹਨੇ ਐਸ ਗਗਨ 'ਚ ਦਮਾਮਾ ਵੱਜਾ ਉਹਦੇ ਵੀ ਇਹ ਕੰਮ ਮੈਂ ਕਰਕੇ ਵੇਖਣਾ, ਮੈਂ ਇਸ ਮੁਕਾਮ ਨੂੰ ਹਾਸਲ ਕਰਕੇ ਵੇਖਣਾ। ਐਵੇਂ ਥੋੜ੍ਹਾ ਵੀ ਰਾਤ ਸੁੱਤਾ ਤਾਂ ਸਵੇਰੇ ਇੰਝ ਹੋ ਗਿਆ। ਕੋਈ ਵੀ ਬੱਚਾ ਜਦੋਂ ਗੋਲ ਕਰਦਾ ਹੈ, ਜੋ ਕਿਸੇ ਨਿਸ਼ਾਨੇ 'ਤੇ ਪਹੁੰਚਦਾ, ਸਾਨੂੰ ਤਾਂ ਸਿਰਫ ਉਹ ਦਿਨ ਦਿਸਦਾ ਹੈ, ਇਹ ਕਿੱਦਾਂ ਹੋ ਗਿਆ, ਪਰ ਉਹਦੇ ਪਿੱਛੇ ਉਹਦੀ ਮਿਹਨਤ, ਉਹਦੇ ਪਿੱਛੇ ਉਹਦੀ ਤਪੱਸਿਆ, ਉਹਦੇ ਪਿੱਛੇ ਉਹ ਕਦੋਂ ਦਾ ਗੋਲ ਕਰ ਰਿਹਾ ਸੀ, ਉਹਦੇ ਪਿੱਛੇ ਉਹਦੇ ਇਸ ਗੰਗੇ 'ਚ ਦਮਾਮਾ ਕਦੋਂ ਦਾ ਵੱਜਿਆ ਸੀ, ਇਹ ਕਿਸੇ ਨੇ ਨਹੀਂ ਵੇਖਿਆ, ਕਿਸੇ ਨੇ ਨਹੀਂ ਵੇਖਿਆ।
कामयाबी है। रात सौंदा बंदा, दिन चढ़दे नूं पता लगदा भी ये बंदा की दा की बन गया। क्यों? अगले ने उस कामयाबी तक तपस्या किन्नी कीती है, मेहनत किन्नी कीती है, अपने आप नाल लड़िया किन्ना है, घुलिया किन्ना है, उन्हें अपने हड्ड पैर किन्ने भन्ने ने, तोड़े ने। ये भी ते नाल सारा कुछ उहदे नाल जुड़िया होया है ना। ये थोड़ा भी सारी जिंदगी सुता रहा हो, एकदम उठ के तो ग्राउंड में पहुँच गया है। उन्हें तपस्या की है, उन्हें अपना शरीर नूं तोड़िया है, भन्निया है, तां जाके अज उहदे नाल हर एक व्यक्ति फोटो खिचाउण च माण महसूस करता है कि ये मेरे इलाके का है, ये मेरे पिंड का है, ये मेरे देश का है। नहीं तो माफ़ करना, आम सरपंच नहीं किसी बंदे नाल सीधे मूँह गल करदा। PM भी जे मजबूर हो जाता है खिडारी नाल गल कर ली, तो खिडारी ने अपना कद उहदे बराबर पहलां कीता है। गल कर मेरे नाल, जे PM दे अहुदे ते रहना है तो, नहीं तो लोकां तेरे मूँह ते इहो जे चपेड़ मारनी है कि तेरे देश का हो के खिडारी मैं अज मैडल जित के लिआया। PM दे कोल समा नहीं सी मेरे नाल गल कर ली, उन्हें अपना कद इन्ना उच्चा कीता है। PM ने गल नहीं की, अगलिया ने PM नूं मजबूर कर दिता मेहनत करके कि तैनूं गल साडे नाल करनी पैनी है। इनू कहते करैक्टर, कद, मेहनत। जिथे भी बंदा पहुँचता है, कभी ऐसा नहीं हुंदा बंदा रात सुते तो सवेरे इदां हो जाता, उहदे पिछे मेहनत है, तपस्या है। कोई भी खिडारी किसी फील्ड में जाता, कोई भी व्यक्ति ला लो तुसीं, कोई इंजीनियर बनता है, किसी मुकाम पर पहुँचता, उहदे पिछे उहदी किन्नी लियाकत है। मैं सिर्फ इन्नी एग्जाम्पल दी सी कि जे दुनिया के इन्हां मुकाम ते पहुँचण लई बंदा इत्थे दमामा जदों वजदा है, अंदर को विचार चोट पहुँचाउंदी है तो बंदा तुर पैंदा। सतगुरु जी कहंदे बंदिया चंगे बन्ने तुरन वास्ते भी तेरे चोट वजे, तू लड़े अपने आप ना, मैं चंगा इंसान बन के वेखना है, दुनिया ते लोग मेरी एग्जाम्पल देण के बंदा कमाल दा सी। ये गल्लां सतगुरु दी बाणी समझाउंदी। अमृत नीर ज्ञान मन मज्जन, 860 तीर्थ संग गहे, गुर उपदेश, गुरु का उपदेश किया, जवाहर माणक। गुरु का उपदेश जो जाके अंदर वसदा, साडे अंदर ही जवाहर माणक मोती प्रगट हो जाते हैं। एवें थोड़ा बापू ने लिखिया सी, मन मेरिया अंतर तेरा निधान है, बाहर वस्त ना पाल। तेरे मन च खजाना भरिया पिया है। गुर उपदेश जवाहर माणक, सेवै सिख सुखोज लहै। जिहड़ा सिख खोजदा, जिहड़ा सेवदा, वो प्रगट कर लेंदा ते अमीर हो जाता। गुर दरियाओ, गुरु एक अजिहा दरिया है, सदा जल निर्मल, जिहदा जल सदा ही निर्मल रहिंदा। दुनिया का कोई इदां दा दरिया नहीं हुंदा जिहदा पानी सदा ही साफ रहे। पानी गंदे हो जाते हैं दरियावां दे भी, नदियां दे पानी गंदे हो जाते हैं। गंगा बारे भी ये प्रचलित है भी राम तेरी गंगा मैली होगी, पापियों के पाप धोते धोते वो भी मैली हो जाती, उस भी कूड़ा करकट लोग सुट आते हैं। पर भट्टा ने ना जो गुरु अर्जन साहब के परथाए सवैया उचारण किया ना, कहते वेखो एक गंगा भारत की हिक ते वहिंदी आ ते वो भी गंदी हो गई, मैली करती लोगों ने। पर एक गंगा गुरु अर्जन साहब के चरणों च वह रही आ। ते कमाल की गल वेखो, ओहदा जल कदी मैला नहीं हुंदा। जिहड़ी भारत की हिक ते गंगा वहिंदी है, जिहड़ा भी बादशाह चढ़ के आया वो गंगा उहदी हो गई। कुदरती गल सी, जिहदी सरकार होएगी तो उस देश दीयां नदियां नाले दरिया भी तो उहदे नां ते वजणगे ना, जिन्नी देर उहदा सिक्का चलदा। वखरी गल है कल वो बादशाह नहीं रहेगा। जदों कदी कोई देश का बादशाह बनया, उस देश के नदियां नाले दरिया भी उहदे वजने ने, क्योंकि बादशाह वो है। कहते पर कमाल की गल वेखो, जिहड़ी गुरु अर्जन साहब के चरणों च गंगा वहिंदी सी, जिन्हें मर्जी बादशाह जान, वो गंगा का कोई मालिक नहीं बन सकिया। अजय गंग, अजय का अर्थ ना जिती जान वाली गंगा। अजय गंग जल अटल, ओहदा जल तो कदी मुक सकता, पर गुरु अर्जन साहब तेरे चरणों जिहड़ी नाम की गंगा वह रही है, यदा जल अटल है। तो ये गंगा ना जिती जान वाली है। अजय गंग जल अटल ते नहाउंदा कौन है? सिख संगत सब नहावे। ये सिख संगत रोज़ इशनान करती आ। वो गंगा कित्थे आ? हर एक दे अपने कोल है। वो नाम की गंगा, वो नाम की विचार, वो गुरु का उपदेश। असी जिथे भी होईए, असी उस विचार नूं अपनी जिंदगी च वसा के खूबसूरत जिंदगी जू सकते हैं। गुर दरियाओ, गुरु एक अजिहा दरिया है, सदा जल निर्मल,
ਸਦਾ ਹੀ ਇਹਦਾ ਜਲ ਮੈਲ ਤੋਂ ਰਹਿਤ ਰਹਿੰਦਾ। ਮਿਲਿਆ ਦੁਰਮਤ ਮੈਲ ਹਰੈ। ਜਦੋਂ ਇਸ ਦਰਿਆ ਦੇ ਵਿੱਚ ਮਿਲੀਦਾ ਆਣ ਕੇ ਤੇ ਦੁਰਮਤ ਦੀ ਮੈਲ ਹਰ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਮੁੱਕ ਜਾਂਦੀ ਹੈ। ਸਤਿਗੁਰ ਪਾਇਐ ਪੂਰਾ ਨਹਾਵਣ। ਜਦੋਂ ਸਤਿਗੁਰ ਜੀਵਨ 'ਚ ਆ ਜਾਂਦਾ ਤੇ ਨਹਾਉਣਾ ਪੂਰਾ ਹੋ ਜਾਂਦਾ। ਕਦੀ ਐਸਾ ਹੋਇਆ ਕਿ ਬੰਦਾ ਨਹਾ ਕੇ ਕਵੇ ਮੇਰਾ ਨਹਾਉਣਾ ਪੂਰਾ ਹੋ ਗਿਆ? ਕਹਿੰਦੇ ਇੱਕੇ ਥਾਂ 'ਤੇ ਨਹਾਉਣਾ ਪੂਰਾ ਹੁੰਦਾ ਜਦੋਂ ਜ਼ਿੰਦਗੀ 'ਚ ਗੁਰੂ ਆ ਜਾਏ ਤੇ ਬੰਦੇ ਦਾ ਇਸ਼ਨਾਨ ਪੂਰਾ ਹੋ ਜਾਂਦਾ, ਇਸ਼ਨਾਨ ਸਫਲ ਹੋ ਜਾਂਦਾ। ਸਤਿਗੁਰ ਪਾਇਐ, ਅੱਗੇ ਬੋਲੋ, ਪੂਰਾ ਨਹਾਵਣ। ਜਦੋਂ ਜ਼ਿੰਦਗੀ 'ਚ ਗੁਰੂ ਆ ਜਾਏ, ਮਨ ਨੇ ਗੁਰੂ ਧਾਰਨ ਕਰ ਲਿਆ, ਮਨ ਨੇ ਗੁਰੂ ਦੀ ਸਿੱਖਿਆ ਗ੍ਰਹਿਣ ਕਰ ਲਈ, ਇਹਦਾ ਨਹਾਉਣਾ ਪੂਰਾ ਹੋ ਗਿਆ। ਪਸ਼ੂ ਪ੍ਰੇਤੋਂ ਦੇਵ ਕਰੈ। ਜਿਹੜੀ ਅੰਦਰ ਪਸ਼ੂ ਬਿਰਤੀ ਸੀ, ਪ੍ਰੇਤ ਬਿਰਤੀ ਸੀ, ਉਹ ਹੁਣ ਦੇਵਤਾ ਬਣ ਗਿਆ। ਇਹ ਪਸ਼ੂ ਪ੍ਰੇਤ ਜਿਹੜੇ ਬੰਦੇ ਦੇ ਸੁਭਾਅ ਹੀ ਨੇ, ਬੰਦੇ ਦੀ ਅੰਦਰ ਦੀ ਬਿਰਤੀ ਹੈ, ਹੁਣ ਉਹ ਬੰਦਾ ਚੰਗਾ ਬਣ ਗਿਆ। ਮਿਰਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਣ ਮਿਲਾਇਆ, ਪਸ਼ੂ ਪ੍ਰੇਤ ਮੁਗਧ ਪੈ ਸ਼ਰੋਤੇ, ਹਰ ਨਾਮਾ ਮੁਖ ਗਾਇਆ। ਬੰਦੇ ਦੇ ਅੰਦਰ ਹੀ ਪਸ਼ੂ ਬੈਠੇ ਨੇ। ਜਦੋਂ ਬੰਦੇ ਦੇ ਅੰਦਰ ਦਾ ਪਸ਼ੂ ਜਾਗਦਾ ਤੇ ਘਰ 'ਚ ਹੀ ਕਈ ਚੁੱਕ ਲੈਂਦਾ, ਘਰ 'ਚ ਹੀ ਕੁਹਾੜਾ ਚੱਕ ਲੈਂਦਾ, ਆਪਣੇ ਭਰਾ ਦਾ ਹੀ ਗਾਟਾ ਲਾ ਦਿੰਦਾ ਜਦੋਂ ਅੰਦਰ ਦਾ ਪਸ਼ੂ ਜਾਗਦਾ। ਤੇ ਜਦੋਂ ਅੰਦਰ ਦਾ ਸੱਤ ਜਾਗਦਾ, ਸਬਰ ਜਾਗਦਾ, ਸੰਤੋਖ ਜਾਗਦਾ, ਉਦੋਂ ਸਭ ਕੁਝ ਲਟਾ ਦਿੰਦਾ। ਕਹਿੰਦਾ ਕੋਈ ਗੱਲ ਨਹੀਂ, ਕੋਈ ਫਰਕ ਨਹੀਂ, ਭਰਾ ਦੇ ਬੱਚੇ ਕੀ ਮੇਰੇ ਬੱਚੇ ਕੀ, ਕਸਟਮਰ ਦੇ ਬੱਚੇ ਕੀ ਮੇਰੇ ਬੱਚੇ ਕੀ। ਨਾ ਭਾਈ, ਹੁਣ ਕਿਸੇ ਨਾਲ ਧੋਖਾ ਧੜੀ ਨਹੀਂ ਕਰਨੀ। ਹੁਣ ਕਿਹਨੂੰ ਜਗਾਉਣਾ ਹੈ, ਇਹ ਮਰਜ਼ੀ ਤੇਰੀ ਹੈ। ਤੂੰ ਅੰਦਰੋਂ ਸ਼ੈਤਾਨ ਨੂੰ ਜਗਾਉਣਾ ਹੈ, ਤੇਰੀ ਮਰਜ਼ੀ ਹੈ। ਤੂੰ ਅੰਦਰੋਂ ਭਗਵਾਨ ਨੂੰ ਜਗਾਉਣਾ ਹੈ, ਤੇਰੀ ਮਰਜ਼ੀ ਹੈ। ਇਹ ਤੇ ਸ਼ਬਦ ਵਰਤਿਆ, ਸਤਿਗੁਰ ਪਾਇਐ ਪੂਰਾ ਨਹਾਵਣ, ਪਸ਼ੂ ਪ੍ਰੇਤੋਂ ਦੇਵ ਕਰੈ। ਅੱਗੇ ਪਾਤਸ਼ਾਹ ਜੀ ਗੱਲ ਸਮਝਾਉਂਦੇ ਨੇ, ਰੱਤਾ ਸੱਚ ਨਾਮ ਤਲ ਹੀਅਲ। ਜਿਹੜਾ ਗੁਰੂ ਹੈ ਨਾ, ਉਹਦਾ ਤਲ ਦਾ ਅਰਥ ਕੀ? ਉੱਪਰਲਾ ਪਾਸਾ, ਗਿਆਨ ਇੰਦਰੇ, ਤੇ ਹੀਅਲ ਕਹਿੰਦੇ ਹਿਰਦੇ ਨੂੰ। ਗੁਰੂ ਜਿਹੜਾ ਹੈ ਨਾ, ਉਹਦਾ ਅੰਦਰਲਾ ਤੇ ਬਾਹਰਲਾ ਪਾਸਾ ਭਾਵ ਤਲਾ ਤੇ ਹਿਰਦਾ ਕਹਿੰਦੇ ਐਨ ਰਸ ਨਾਲ ਭਰਿਆ ਪਿਆ। ਰੱਤਾ ਸੱਚ ਨਾਮ ਤਲ ਹੀਅਲ, ਸੋ ਗੁਰ ਪਰਮਲ ਕਹੀਐ। ਗੁਰੂ ਸੁਗੰਧੀ ਦਾ ਪੌਦਾ ਹੈ। ਕਹਿਣ ਲੱਗੇ ਗੁਰੂ ਉਹ ਰਸ ਹੈ, ਗੁਰੂ ਉਹ ਵਿਚਾਰ ਹੈ। ਜਦੋਂ ਮਨੁੱਖ ਆਪਣੀ ਜ਼ਿੰਦਗੀ 'ਚ ਵਸਾਉਂਦਾ ਹੈ ਤੇ ਮਨੁੱਖ ਦੀ ਜ਼ਿੰਦਗੀ ਵਿੱਚ ਵੀ ਖੁਸ਼ਬੂ ਭਰ ਜਾਂਦੀ ਹੈ। ਰੱਤਾ ਸੱਚ ਨਾਮ ਤਲ ਹੀਅਲ, ਸੋ ਗੁਰ ਪਰਮਲ ਕਹੀਐ। ਜਾ ਕੀ ਵਾਸ ਬਨਸਪਤ ਸੌਰੈ, ਤਾਸ ਚਰਨ ਲਿਵ ਰਹੀ ਹੈ। ਕਹਿੰਦੇ ਜਿਵੇਂ ਚੰਦਨ ਦੇ ਲਾਗੇ ਲਾਗੇ ਉੱਗੀ ਹੋਈ ਬਨਸਪਤੀ, ਚੰਦਨ ਉਹਨੂੰ ਵੀ ਸੁਗੰਧਿਤ ਕਰ ਦਿੰਦਾ ਹੈ। ਪਰ ਕਹਿੰਦੇ ਇੱਦਾਂ ਹੀ ਜਦੋਂ ਗੁਰੂ ਦੀ ਵਿਚਾਰ ਉਸ ਚੰਦਨ ਵਰਗੀ ਹੈ, ਜਿਹੜਾ ਵੀ ਕੋਈ ਗੁਰੂ ਦੇ ਕੋਲ ਆਉਂਦਾ ਹੈ, ਗੁਰੂ ਆਪਣੀ ਖੁਸ਼ਬੂ ਉਸ ਇਨਸਾਨ ਵਿੱਚ ਭਰ ਦਿੰਦਾ ਹੈ। ਬਾਸ਼ਰਤ ਹੈ ਅਸੀਂ ਆਪਣੀ ਜ਼ਿੰਦਗੀ 'ਚੋਂ ਖੁਸ਼ਬੂ ਭਰਾਉਣਾ ਚਾਹੀਏ, ਅਸੀਂ ਉਹ ਖੁਸ਼ਬੂ ਲੈਣਾ ਚਾਹੀਏ। ਗੁਰਮੁਖ ਜੀ ਪ੍ਰਾਣ ਉਪਜੈ। ਗੁਰੂ ਦੇ ਰਾਹੀਂ ਮਨੁੱਖ ਦੀ ਜ਼ਿੰਦਗੀ 'ਚ ਆਤਮਿਕ ਜੀਵਨ ਪੈਦਾ ਹੁੰਦਾ ਹੈ। ਆਤਮਿਕ ਜੀਵਨ ਸਮਝਦੇ ਹਾਂ ਕਿ ਬੰਦਾ ਕਈ ਵਾਰੀ ਨਾ ਜ਼ਿੰਦਗੀ 'ਚ ਨਿਰਾਸ਼ ਹੋ ਜਾਂਦਾ ਹੈ। ਆ ਜਿਹੜੇ ਜਦੋਂ ਸੁਸਾਈਡ ਕਰਦਾ ਬੰਦਾ, ਆਤਮ ਹੱਤਿਆ ਕਰਦਾ ਬੰਦਾ, ਆਤਮ ਦਾਹ ਕਰਦਾ ਜਦੋਂ ਬੰਦਾ, ਸੋਚ ਕੇ ਵੇਖੋ, ਬੱਚਾ ਘਰ ਹੈ, ਵਾਈਫ ਘਰ ਹੈ, ਮਾਂ ਬਾਪ ਕੋਲ ਨੇ, ਕੀ ਸੋਚ ਕੇ ਕਰਦਾ? ਵੈਸੇ ਆਤਮ ਹੱਤਿਆ ਕਰਨੀ ਕੋਈ ਬਹਾਦਰੀ ਨਹੀਂ ਹੈ ਨਾ, ਇੱਕ ਕਾਇਰਤਾ ਹੈ। ਜਿਹੜੇ ਲੋਕ ਜ਼ਿੰਦਗੀ ਜੂਣ 'ਚ ਹਾਰ ਜਾਂਦੇ, ਉਹ ਫਿਰ ਲੱਭਦੇ ਆ ਰਾਹ ਵਧੀਆ। ਨਹੀਂ, ਲੜੋ ਜ਼ਿੰਦਗੀ ਨਾਲ। ਜੇ ਕਰਜ਼ਾ ਹੈ ਚੜਾਇਆ ਤੂੰ ਆਪਣੀ ਨਲਾਇਕੀ ਨਾਲ, ਲਾ ਲੜ। ਇਹ ਸੰਤਾਪ ਤੇਰੀ ਪਤਨੀ ਕੋ ਭੋਗੇ, ਤੂੰ ਸਜ਼ਾ ਆਪਣੇ ਬੱਚੇ ਨੂੰ ਕਿਉਂ ਦੇ ਰਹੇ ਹੈ? ਤੁਸੀਂ ਵੇਖੋ ਬੜੇ ਬੜੇ ਲੋਕ, ਜਿਮ ਚਲਾਉਣ ਵਾਲੇ, ਪਹਿਲਵਾਨ, ਅਮੀਰ ਲੋਕ, ਕਈ ਵਾਰੀ ਇਹ ਕਦਮ ਚੱਕ ਲੈਂਦੇ ਨੇ ਘਰ ਬਣਾਇਆ ਰਹਿਣ ਲਈ, ਆਪਣੇ ਮਕਾਨ ਦੀ ਛੱਤ ਨਾਲ ਹੀ ਰੱਸਾ ਬੰਨ੍ਹ ਕੇ ਤੇ ਆਪਣੇ ਜੀਵਨ ਲੀਲਾ ਖਤਮ ਕਰ ਲਈ। ਕੋਈ ਬਹਾਦਰੀ ਨਹੀਂ ਹੈ। ਜ਼ਿੰਦਗੀ ਦੇ ਨਾਲ ਲੜਨਾ, ਜ਼ਿੰਦਗੀ ਵਿੱਚ ਆਪਣੀ ਬੁਰਾਈ ਨਾਲ ਜੰਗ ਕਰਨੀ ਹੈ। ਚਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਆਪਣੇ ਆਪ ਨਾਲ ਲੜੋ, ਇਨਸਾਨ ਆ ਅਸੀਂ, ਚੁਣੌਤੀਆਂ ਨੇ ਜ਼ਿੰਦਗੀ 'ਚ ਆਉਣਗੀਆਂ। ਇਹ ਕਦੀ ਜ਼ਿੰਦਗੀ 'ਚ ਨਾ ਸੋਚੋ ਮੇਰੀ ਜ਼ਿੰਦਗੀ 'ਚ ਕਦੀ ਦੁੱਖ ਤਕਲੀਫ ਨਹੀਂ ਆਉਣੀ। ਨਾ ਨਾ ਨਾ, ਦੁੱਖ ਤਕਲੀਫਾਂ ਆਉਣੀਆਂ ਨੇ। ਤਿਆਰੀ ਇਹ ਨਹੀਂ ਕਰੋ ਕਿ ਤੁਸੀਂ ਹਰ ਸਮੱਸਿਆ ਨੂੰ ਨਜਿੱਠਣ ਜੋਗੇ ਹੋਵੋ। ਇਹ ਨਾ ਕਦੀ ਸੋਚੋ ਵੀ ਮੇਰੇ 'ਤੇ ਦੁੱਖ ਤਕਲੀਫ ਆਵੇ ਹੀ ਨਾ, ਆਉਣੀ ਹੈ। ਇਹ ਦੁਨੀਆ ਦਾ ਦਸਤੂਰ ਹੈ। ਦੁੱਖ ਤਕਲੀਫ ਉਹ ਘਰ ਹੁੰਦਾ ਜਿਸ ਘਰ ਲੜੀਆਂ ਲੱਗੀਆਂ ਹੁੰਦੀਆਂ ਨੇ, ਲੋਕ ਵਧਾਈ ਦੇਣ ਆਉਂਦੇ ਨੇ, ਪੋਤਰੇ ਦੇ ਵਿਆਹ ਦੀਆਂ, ਪੁੱਤਰ ਦੇ ਵਿਆਹ ਦੀਆਂ, ਬੱਚੇ ਦੇ ਜਨਮ ਦਿਨ ਦੀਆਂ। ਘਰ ਉਹੀ ਹੁੰਦਾ ਜਦੋਂ ਘਰ 'ਚ ਦਰੀਆਂ ਵਿਛੀਆਂ ਹੁੰਦੀਆਂ ਨੇ, ਕੋਈ ਅਫਸੋਸ ਕਰਨ ਆਉਂਦਾ। ਮੂੰਹ ਉਹੀ ਹੁੰਦਾ ਜਿੱਥੋਂ ਅਸੀਂ ਉਮੀਦ ਲਾਉਂਦੇ ਹਾਂ ਇਹ ਮੈਨੂੰ ਵਧਾਈ ਦੇਵੇ। ਘਰ ਉਹੀ ਹੁੰਦਾ ਜਿੱਥੋਂ ਉਮੀਦ ਲਾਉਂਦੇ ਹਾਂ
मेरे घर आ घटना वापर गई, इन्हें तो मेरे नाल अफसोस ही नहीं किया। इक्को घर है जिथे हरख नहीं तो सोग नहीं, क्योंकि ना वो मरै ना होवे सोग, देंदा रहे ना चूकै भोग। वो इक्को ही घर है जिथे कभी हरख नहीं, उत्थे सोग भी नहीं। जानी कि जिथे जन्म ही नहीं होया उत्थे मृत्यु कित्थों होनी है। परमेश्वर के घर च ना जन्म है तो ना मौत है पी होसी जाए। परमेश्वर का जन्म ही नहीं होया, उन्हें जाना कित्थों है। साढ़े घर जन्म भी है तो साढ़े घर मृत्यु भी है। जन्म है, लड़ियां लगदियां ने, वधाइयां दिंदे असीं, उदों भंगड़े पाउने आ, डांस करते हैं, नाच गाने करते हैं। जो कोई ट्रैजडी वापर जाती है उदों कहने हाय रब जी लोड़ा मारता, हाय रब जी धक्का करता तुसीं। परमेश्वर किसी नाल धक्का नहीं करता। उन्होंने सवेरे उठ के नरवैर पढ़ते हैं आपां, सतगुर सबना दा भला मनाएंदा, तो फिर वो धक्का किदां करेगा जी। पर असीं रब नूं अपने मुताबक बना लिया ना। बस तुरी जा रही है, एक्सीडेंट हो गया, 5 बंदे मर गए, विचों कुछ बच गए। जो पंजां दे घर जाने आ की आने आ, रब ने लोड़ा मारता, रब ने धक्का करता, रब ने जुल्म करता, रब ने कहर कमाता। ਜਿਹੜੇ बच गए जो उन्होंने घर जाने आ की कहने हथ दे के बचा गया। रब दो ने, एक जगह हथ दे के बचाउंदा, एक जगह जुल्म करी जाता। अच्छा जिन्हां दा बच गए उन्हां दे दो सी, जिन्हां दा चला गया उन्हां दा है भी इक्को सी। उत्थे जुल्म वाला बन गया, इत्थे हथ दे के बचा गया। प्यारिओ इन्हां गल्लां नाल रब दी तुलना ना करो। गुरु गोबिंद सिंह दे 4 साहिबजादियां चों एक दा संस्कार भी नहीं किया। आनंदकारी तो बहुत दूर दीयां गल्लां, संस्कार भी नहीं हत्थीं कर सके, तो की कहणगे जुल्म करता रब ने, कहर कमाता है। जो ज्ञान उचारण करके दिता है वो ज्ञान नूं जीव के विखाया है सानूं कि इदां ये ज्ञान जिंदगी च जीव के भी वेखिया जा सकता है, इनू हंडाया जा सकता है। अज माड़ी माड़ी गल ते मेरी दुकान नहीं चली, मेरा कारोबार सैट नहीं हुंदा, मैं अज डिप्रैशन च हाँ, मैं आ कर लगा, मैं नदी छाल मार लगा, मैनू फलाने ने गल कहती। अगला तो चाहता सी मैं गल कवां ये जीवन लीला खत्म करे, फिर तो जित गया बंदा। जिहड़ा तुहानूं परेशान करना चाहुंदा है वो तो चाहुंदा इहनूं मैं गल कवां परेशान होवे, तुसीं परेशान हो के ते उहनूं सगों जिता दिता। उहनूं हੱਸ के विखाओ कि तेरियां कईयां होईयां गल्लां दा मेरे ते कोई असर नहीं है। दुश्मन नूं खत्म कर लिया कई वारी तुहाडा हासा ही बड़ा काफ़ी हुंदा है। जिवें गुरु गोबिंद सिंह नूं ਉਹ मनोबल डेगण लई पुत्र कुर्बान, पुत्रां नूं नीहां चिण दिता, घेरे पै गए, पर पातशाह की मुस्कुराहट ही औरंगजेब नूं तक मंजे ते लम्मा पा गई सी भी क्या बात है जी, किस मिट्टी दे बने ने भी जिन्हां दा परिवार चला गया, सब कुछ कुर्बान करता। मीर मन्नू की जेल च छोटे छोटे बच्चों के टुकड़े करके मावां दे गलां च हार पाए गए। मावां दे गलां च बच्चों के हार पैण तो बाद भी मावां दी अरदास बेनती चढ़दी कला उन्हां दे तख्त हिला गई भी जे इन्ना कुछ प्राप्त करके भी ये मावां इन्नियां डोल ने, ये किस मिट्टी दियां बणीਆਂ ने। सच इहो है जदों दुश्मन तुहानूं डेगना चाहुंदा है तुसीं पहले लम्मे पै गए, ਇਹਦਾ अर्थ तुसीं दुश्मन नूं जिता दिता है। ਜਿਹੜਾ ਕਿਸੇ ਦੀ ਕਹੀ ਹੋਈ ਗੱਲ ਤੇ ਕਦਮ ਚੁੱਕ ਲਾ ਮੈਂ ਤੇ ਮਰ ਲੱਗਾ, ਇਹ ਕੋਈ ਹੱਲ ਨਹੀਂ। ਲੜੋ ਹਾਲਾਤਾਂ ਨਾਲ, ਸਮੇਂ ਦੇ ਨਾਲ ਜੂਝਣਾ ਸਿੱਖੀਏ। ਜ਼ਿੰਦਗੀ ਦੇ ਵਿੱਚ ਇਹ ਜੀਵਨ ਬਾਰ-ਬਾਰ ਨਹੀਂ ਮਿਲਣਾ ਪਿਆਰਿਓ। ਜੀਵਨ ਮਿਲਿਆ ਇਹਨੂੰ ਕਿਸੇ ਲੇਖੇ ਲਾ ਕੇ ਜਾਈਏ, ਇਹੋ ਜਿਹਾ ਜੀਵਨ ਪ੍ਰੇਰਨਾ ਸਰੋਤ ਬਣੇ ਜਿਹੜਾ ਦੁਨੀਆ ਲੋਕ ਐਗਜ਼ੈਂਪਲਾਂ ਦੇਣ कि भाई जीवन ऐसा होंदा है। किन्ने लोग दुनिया ते आए, किन्ने चले गए, कौन किहनूं पुछदा है। भगत पूर्ण सिंह वर्गे योद्धियां दा अज भी लोग नाम लैंदे ने कि भाई वेखो किदां बजुर्गां दे मूँह च दुੱਧ ब्रैड पाउंदे ने, किदां मरीजां नूं साਂਭਦੇ ने। इत्थे वो भी लोग हैगे ने, कोठियां तेरियां भावें 20 होण, पर जे तूं मां नाल चंगी तरह नहीं बोलदा, पिता नाल चंगी तरह नहीं बोलदा, घर च चंगी तरह तेरा व्यवहार नहीं, तेरी अमीरी नूं किहने वेखਣਾ भाई। जे तू अपने परिवार चंगी तरह बैठ के गलबात नहीं करता, तेरे गुरु ग्रंथ साहिब ते चढ़ाए महंगे रमाले लाए चंदोए पालकियां किस अर्थ ने जे तैनूं अपने परिवार विच समाज विच रहना, अपने परिवार विच रहना चंगी तरह नहीं आउंदा। माँ प्यो पर हर सुने वेद, भेद ना जाने कथा कहानी। माँ बाप छड्ड के तू जिन्नियां मर्जी कथा कहानियां सुनी जा, तेरे वास्ते कोई अर्थ नहीं। जिन्नी मर्जी सेवा करी जा, मैं फलाने तख्त ते यात्रा करन चलिया। जे घर च माँ बाप ने साडे वास्ते सब तो वड्डे इहो ही तख्त ने, इन्हां नूं सांभ लो, विचों समां लगे तो सेवा कर आओ, घुम फिर आओ, कोई गल नहीं। पर जे माँ घर पानी के गिलास नूं तड़फदी है, घर माँ नूं खिचड़ी चाहिदी है, दलिया चाहिदा, नौ कवे परिवार दा जी कवे मेरे कोल टाइम है नहीं, कित्थे चले आ, मैं तो भाई फलाने थां ते दर्शन करन चले आ। जे असीं घर ही मरीज नूं नहीं सांभिया, पत्थरां ते दुੱਧ रोड़ी जाने आ, जिन्हां च जान है उन्हां नूं पुछण नूं
ਤਿਆਰ ਨਹੀਂ। ਕਿੱਥੋਂ ਸੁੱਖ, ਕਿੱਥੋਂ ਸ਼ਾਂਤੀ, ਕਿੱਥੋਂ ਟਿਕਾ ਲੱਭਦੇ ਫਿਰਦੇ ਹਾਂ, ਕਿਉਂਕਿ ਪਦਾਰਥਵਾਦੀ ਯੁੱਗ ਵਿੱਚ ਅਸੀਂ ਸਕੂਨ ਨਹੀਂ ਲੱਭ ਸਕੇ। ਜਿਹਨੂੰ ਲੱਭ ਗਿਆ ਉਹ ਤਾਂ ਮਾਂ ਨੂੰ ਕਿਤੇ ਬੁਖਾਰ ਚੜ੍ਹਿਆ ਹੋਵੇ 10 ਮਿੰਟ ਮਾਂ ਦੀਆਂ ਲੱਤਾਂ ਦਬਾ ਕੇ ਵੇਖ, ਜੰਨਤ ਵਿੱਚ ਪਹੁੰਚ ਜਾਏਗਾ ਆਪਣੇ ਆਪ ਹੀ। ਜਦੋਂ ਉਹਦੇ ਅੰਦਰੋਂ ਅਸੀਸ ਨਿਕਲਣੀ ਆ ਨਾ, ਤੇਰੀਆਂ ਕਈ ਉਲਝਣਾਂ ਆਪਣੇ ਆਪ ਹੀ ਖੁੱਲ੍ਹ ਜਾਣੀਆਂ ਨੇ। ਜਦੋਂ ਤੂੰ ਆਪਣੀ ਮਾਂ ਦੇ ਕੋਲ, ਆਪਣੇ ਪਿਤਾ ਕੋਲ ਬੈਠਾ 10 ਮਿੰਟ, ਕਿਤੇ ਉਹਨੂੰ ਲੋੜ ਵੀ ਹੈ, ਮਾਂ ਨੂੰ ਲੋੜ ਵੀ ਕਈ ਵਾਰੀ ਹੁੰਦੀ ਹੈ ਵੀ ਕੋਈ ਆਣ ਕੇ 10 ਮਿੰਟ ਗੋਡੇ ਦਬਾ ਦੇਵੇ। ਅੱਛਾ, ਮਾਂ ਨੂੰ ਲੋੜ ਹੈ, ਪਿਤਾ ਨੂੰ ਲੋੜ ਹੈ ਵੀ ਕੋਈ ਉਹਦੇ 10 ਮਿੰਟ ਮੁੱਠੀ ਚਾਪੀ ਕਰੇ, ਉਹਦੇ ਲਾਗੇ ਆਉਣਾ ਨਹੀਂ। ਬਾਬੇ ਨੂੰ ਲੋੜ ਵੀ ਕੋਈ ਨਹੀਂ, ਉਹ ਬਾਬੇ ਦੇ ਪੈਰ ਆਪਣੇ ਗੋਦੀ 'ਚ ਰੱਖਣਾ, ਇੱਦਾਂ ਕਈ ਘੁੱਟੀ ਜਾਣਗੇ ਬਾਬਿਆਂ। ਤੁਸੀਂ ਵੇਖਿਆ ਨਾ ਕਈ ਜਿਹੜੇ ਆ ਬਾਬਿਆਂ ਨੂੰ ਮੰਨਦੇ ਆ ਵੀ ਬਾਬਾ ਚੰਗਾ ਬੜਾ ਹੱਟਾ ਕੱਟਾ, ਚੰਗਾ ਬੜਾ ਨੌਜਵਾਨ, ਤਾਂ ਵੀ ਉਹਦੇ ਗੋਡੇ ਲਾ ਕੇ ਨੱਪੀ ਜਾਣਗੇ। ਉਹਨੂੰ ਵੀ ਸਵਾਦ ਜਿਹਾ ਬੜਾ ਆਉਂਦਾ ਵੀ ਮੇਰੇ ਕਿਹੜੇ ਨਿਆਣੇ ਰੋਂਦੇ ਆ ਤਗੜੇ ਹੋ ਕੇ, ਤੁਸੀਂ ਮੇਰੇ ਜਵਾਕ ਜੇ ਕੁੱਟੀ ਜਾਓ ਤਗੜੇ ਹੋ ਕੇ, ਵੀ ਮੈਂ ਵਿਆਹ ਕਰਾਇਆ ਕੋਈ ਨਹੀਂ ਆ। ਇਸੇ ਕਰਕੇ ਤੁਸੀਂ ਵੇਖੋ ਗ੍ਰਸਤੀ ਦੇ 2 ਜਵਾਕ ਅੱਜ ਇੱਕ ਚੜ੍ਹਾਈ ਕਰ ਜੇ ਰੋਂਦਾ, ਬਾਬਿਆਂ ਦੇ ਜਵਾਕ ਹੁੰਦੇ ਕੋਈ ਨਹੀਂ, ਉਹਦੇ ਮਰਦੇ ਹੀ ਨਹੀਂ। ਕਿਉਂ? ਕਿਉਂਕਿ ਜੇ 2 ਮਰੇ 2 ਹੋਰ ਆ ਜਾਣੇ। ਇਸੇ ਕਰਕੇ ਬਹੁਤੇ ਬਾਬੇ, ਬਹੁਤੇ ਕੀ ਲਗਭਗ ਸਾਰੇ ਬਾਬੇ ਵਿਆਹ ਇਸੇ ਕਰਕੇ ਨਹੀਂ ਕਰਾਉਂਦੇ, ਛੜੇ ਨੇ। ਸਾਡੇ ਗੁਰੂ ਨੇ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਸੀ ਪਹਿਲਾਂ, ਇਸੇ ਕਰਕੇ ਕਿ ਭਾਈ ਆਪਣਾ ਹੋਏਗਾ, ਤੈਨੂੰ ਮਹਿਸੂਸ ਹੋਏਗਾ, ਦਰਦ ਪਤਾ ਲੱਗੇਗਾ ਕਿ ਭਾਈ ਪੀੜਾ ਕੀ ਚੀਜ਼ ਹੁੰਦੀ ਹੈ। ਪਾਤਸ਼ਾਹ ਜੀ ਜਿਹੜੀ ਗੱਲ ਸਮਝਾਉਂਦੇ ਨੇ, ਗੁਰਮੁਖ ਜੀ ਪ੍ਰਾਣ ਉਪਜੈ, ਗੁਰਮੁਖ ਸ਼ਿਵ ਘਰ ਜਾਈਏ। ਸ਼ਿਵ ਕਹਿੰਦੇ ਨੇ ਕਲਿਆਣ ਰੂਪ, ਜਿੱਥੇ ਤੇਰੀ ਅੰਦਰ ਦਾ ਅੱਗ ਬੁਝ ਜਾਏ। ਗੁਰਮੁਖ ਨਾਨਕ ਸੱਚ ਸਮਾਈਏ, ਗੁਰੂ ਦੇ ਰਾਹੀਂ ਬੰਦਾ ਸੱਚ ਵਿੱਚ ਲੀਨ ਹੋ ਜਾਂਦਾ ਹੈ। ਗੁਰਮੁਖ ਨਿਜ ਪਦ ਪਾਈਏ। ਨਿਜ ਪਦ ਪਤਾ ਕਿਹਨੂੰ ਕਹਿੰਦੇ ਆ? ਜਿੱਥੇ ਬੰਦਾ ਆਪਣੇ ਅਸਲੀ ਘਰ ਆ ਜਾਏ। ਅਸਲੀ ਘਰ ਕਿਹੜਾ? ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਫੇਰਾ। ਜਿੱਥੇ ਮੁੜ ਕੇ ਜੰਮਣ ਮਰਨੇ ਮੁੱਕ ਗਿਆ, ਬੰਦਾ ਐਨ ਟਿਕਾ ਵਿੱਚ ਆ ਗਿਆ। ਇਹ ਸਾਨੂੰ ਗੁਰਮਤਿ ਸਿਖਾਉਂਦੀ ਹੈ ਜੀਵਨ ਜਾਚ। ਆਓ ਭਾਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦੀ ਆਪਾਂ ਵਿਚਾਰ ਸਾਂਝੀ ਕੀਤੀ ਹੈ। ਪਾਤਸ਼ਾਹ ਜੀ ਇਹ ਸਮਝਾਉਂਦੇ ਨੇ, ਗੁਰੂ ਇੱਕ ਅਜਿਹਾ ਦਰਿਆ ਹੈ ਜਿਸ 'ਚ ਨਹਾਈਏ, ਇਸ਼ਨਾਨ ਕਰੀਏ ਅਤੇ ਆਪਣੇ ਪਰਿਵਾਰਾਂ ਨੂੰ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਣ ਦੀ ਪ੍ਰੇਰਨਾ ਦਈਏ। ਆਪਣੇ ਪੁੱਤਰਾਂ ਧੀਆਂ ਨੂੰ ਚੰਗੀ ਸਿੱਖਿਆ ਦਿਓ। ਚੰਗੀ ਸਿੱਖਿਆ ਦੇਣ ਵਾਸਤੇ ਉਹਨਾਂ ਸਾਹਮਣੇ ਚੰਗੇ ਕੰਮ ਕਰੋ। ਇੱਕ ਗੱਲ ਦਾ ਖਿਆਲ ਰੱਖਿਓ, ਬੱਚਿਆਂ ਨੂੰ ਜੋ ਮਰਜ਼ੀ ਕਹੀ ਜਾਓ, ਬੱਚਿਆਂ ਨੇ ਉਹ ਕੰਮ ਨਹੀਂ ਕਰਨਾ। ਬੱਚਿਆਂ ਨੇ ਉਹ ਕਰਨਾ ਜੋ ਤੁਸੀਂ ਕਰਦੇ ਹੋ। ਤੁਸੀਂ ਬੱਚੇ ਨੂੰ ਜਿੰਨਾ ਮਰਜ਼ੀ ਲੈਕਚਰ ਦੇਈ ਜਾਓ, ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਵੱਡਿਆਂ ਦੀ ਸੇਵਾ ਕਰਨੀ ਚਾਹੀਦੀ ਹੈ, ਪਰ ਬਾਪ ਨੂੰ ਉਹਨੇ ਕਦੀ ਮਾਂ ਕੋਲ ਬੈਠੇ ਨਾ ਵੇਖਿਆ ਹੋਵੇ, ਕਦੀ ਉਹਨੇ ਬਾਪੂ ਨਾਲ ਗੱਲਾਂ ਕਰਦੇ ਨਾ ਵੇਖਿਆ ਹੋਵੇ, ਕਦੀ ਮਾਂ ਦੀਆਂ 10 ਮਿੰਟ ਬਾਹਾਂ ਲੱਤਾਂ ਨਾਲ ਦਬਾਉਂਦਿਆਂ ਵੇਖਿਆ ਹੋਵੇ, ਤੇ ਪੋਤਰੇ 'ਤੇ ਕਈ ਗੱਲ ਦਾ ਅਸਰ ਹੋਏਗਾ ਜੀ। ਬੋਲ ਕੇ ਦੱਸਿਓ। ਉਹਨੇ ਕਹਿਣਾ ਇਹ ਬਾਪੂ ਥੋਥੀਆਂ ਗੱਲਾਂ ਕਰਦਾ। ਜਾਂ ਧੀ ਨੂੰ ਕਹੋ ਕਿ 10 ਮਿੰਟ ਦਾਦੀ ਕੋਲ ਬੈਠ, ਗੱਲਾਂ ਕਰ, ਉਹਦੇ ਨਾਲ ਬਾਤਾਂ ਕਰ, ਤੇ ਫਿਰ ਜੇ ਨੋ ਕਰਦੀ ਹੋਏਗੀ ਧੀ ਦਾ ਆਪਣੇ ਆਪ ਹੀ ਦਾਦੀ ਦੇ ਨਾਲ ਝੁਕਾਅ ਬਣੇਗਾ। ਟਾਵੇਂ ਪਰਿਵਾਰ ਨੇ ਜਿੱਥੇ ਦਾਦੀਆਂ ਦਾ ਪੋਤਰੇ ਪੋਤਰੀਆਂ ਨਾਲ ਸਨੇਹ ਹੈ, ਸਿਰ ਝੁਕਦਾ ਉਹਨਾਂ ਪਰਿਵਾਰਾਂ ਗਾੜੀ ਜਿੱਥੇ ਅਜੇ ਤੱਕ ਵੀ 2-2 3-3 ਪੀੜ੍ਹੀਆਂ ਦੀ ਅਟੈਚਮੈਂਟ ਹੈ। ਨਹੀਂ ਤਾਂ ਬਹੁਤਿਆਂ ਘਰਾਂ 'ਚ ਪੋਤਰੇ ਪੋਤਰੀਆਂ ਦਾਦੇ ਦਾਦੀ ਨਾਲ ਬੋਲ ਕੇ ਵੀ ਰਾਜੀ, ਉੱਚੀ ਬੋਲੋ, ਨਹੀਂ ਹੈਗੇ। ਬਸ ਇੱਥੇ ਅਸੀਂ ਖਾਲੀ ਹੋ ਗਏ। ਉੱਦਾਂ ਅਸੀਂ ਕਹਾਂਗੇ ਮੈਂ ਤਾਂ ਪ੍ਰਭਾਤ ਫੇਰੀਆਂ ਬੜੀਆਂ ਕੱਢਦਾ, ਮੈਂ ਤਾਂ ਨਿਸ਼ਾਨ ਸਾਹਿਬ ਲੈ ਕੇ ਜਾਂਦਾ, ਮੈਂ ਤਾਂ ਢੋਲਕੀ ਕੁੱਟਦਾ, ਮੈਂ ਤਾਂ ਚਿਮਟੇ ਖੜਕਾਉਣਾ, ਮੈਂ ਤਾਂ ਬੜੀ ਸੇਵਾ ਕਰਦਾ। ਪਾਤਸ਼ਾਹ ਕਹਿੰਦੇ ਸਾਰਾ ਕੁਝ ਤੇਰੇ ਜੀਵਨ 'ਚੋਂ ਵੇਖਿਆ ਜਾਣਾ। ਤੂੰ ਰਹਿੰਦਾ ਕਿੱਦਾਂ, ਤੇਰਾ ਰਹਿਣ ਸਹਿਣ ਕੀ ਹੈ, ਤੂੰ ਆਪਣੀ ਜ਼ਿੰਦਗੀ ਨੂੰ ਕਿੱਦਾਂ ਜੀਉ ਕੇ ਵੇਖਦਾ। ਆਓ ਗੁਰੂ ਬਖਸ਼ਿਸ਼ ਕਰੇ। ਤੁਹਾਡਾ ਤਹਿ ਦਿਲੋਂ ਧੰਨਵਾਦ। ਤੁਸੀਂ ਰਜੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਸਤਿਗੁਰੂ ਦੀ ਗੋਦ ਵਿੱਚ ਅੱਜ ਸਵੇਰ ਦੇ ਦੀਵਾਨ ਦੀ ਹਾਜ਼ਰੀ ਭਰੀ ਹੈ। ਸ਼ਾਮ ਨੂੰ ਫਿਰ ਇਸੇ ਤਰ੍ਹਾਂ ਹੀ 7:30 ਤੋਂ 8 ਵਜੇ ਤੱਕ ਕੀਰਤਨ ਹੋਏਗਾ। 8 ਤੋਂ ਲੈ ਕੇ ਫਿਰ ਲਗਾਤਾਰ ਆਪਾਂ ਜਿੰਨਾ ਵੀ ਸਮਾਂ ਬਾਣੀ ਦੀ ਵਿਚਾਰ ਆਪਾਂ ਰਲ ਕੇ ਗੱਲ ਕਰਾਂਗੇ। ਇਹ ਸਾਰੇ ਸਮਾਗਮ ਕਿਸਾਨੀ ਅੰਦੋਲਨ ਨੂੰ ਸਮਰਪਿਤ ਮਾਲਕ ਕਿਰਪਾ ਕਰੇ, ਕਿਤੇ ਇਹਨਾਂ ਦੀ ਮਤ ਬੁੱਧ ਬਦਲੇ, ਕਿਤੇ ਲੀਡਰਸ਼ਿਪ ਦੀ ਇਹ ਆਪਣੀ ਹੈਂਕੜ ਤੋਂ ਥੱਲੇ ਆ ਜਾਣ, ਅਤੇ ਜਿਹੜਾ ਨੁਕਸਾਨ ਹੋ ਰਿਹਾ ਹੈ ਇਹ ਤੋਂ ਤੌਬਾ ਕਰਨ, ਪਛਾਹ ਮੋੜ ਆਉਣ, ਇਹ ਕਾਲੇ ਕਾਨੂੰਨ ਰੱਦ ਹੋ ਜਾਣ, ਅਤੇ ਸ਼ਾਇਦ ਸਰਕਾਰਾਂ ਬਾਰੇ ਕੋਈ ਮਾੜੀ ਮੋਟ ਕੋਈ ਇਹਨਾਂ ਦੀ ਇੱਜ਼ਤ ਰਹਿ ਜਾਏ। ਨਹੀਂ ਤਾਂ ਹਾਲਾਤ ਬੜੇ ਖਤਰਨਾਕ ਬਣੇ ਪਏ ਨੇ। ਅਤੇ ਆਪਾਂ ਇਹ ਸਮਝਿਆ ਕਿ ਇਹ ਜੰਗ ਇਕੱਲੀ ਕਿਸਾਨ ਮਜ਼ਦੂਰ ਦੀ ਨਹੀਂ, ਜੰਗ ਸਾਡੀ ਸਾਰਿਆਂ ਦੀ ਸਾਂਝੀ ਹੈ। ਆਓ ਸਾਰਿਆਂ ਦਾ ਧੰਨਵਾਦ। ਮਾਲਕ ਦੇ ਚਰਨਾਂ 'ਚ ਇਹੋ ਅਰਦਾਸ ਬੇਨਤੀ ਹੈ, ਗੁਰਮਤਿ ਅਸੀਂ ਆਪਣੇ ਘਰਾਂ 'ਚ ਲੈ ਕੇ ਆਈਏ, ਮਨਮਤ ਨੂੰ ਆਪਣੇ ਘਰਾਂ 'ਚੋਂ ਹੂੰਝ ਕੇ ਬਾਹਰ ਕੱਢੀਏ। ਜੇ ਅਸੀਂ ਸੱਚੀ ਆਤਮਿਕ ਤੌਰ 'ਤੇ ਸੁਖੀ ਹੋਣਾ ਚਾਹੁੰਦੇ ਹਾਂ, ਇੰਨੇ ਕੁ ਬਚਨ ਪ੍ਰਵਾਨ ਕਰਨੇ ਜੀ। ਅਦਬ ਸਤਿਕਾਰ ਨਾਲ ਫਤਿਹ ਬੁਲਾਓ, ਬਹੁਤ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।